ਸਤਿ ਸ਼੍ਰੀ ਅਕਾਲ ਦੋਸਤੋ। ਰੇਸ ਅਕੈਡਮੀ ਆਫੀਸ਼ੀਅਲ 'ਤੇ ਤੁਹਾਡਾ ਬਹੁਤ ਸਵਾਗਤ ਹੈ। ਅੱਜ ਆਪਾਂ ਮਿਕਸ ਜੀਕੇ ਜੋ ਪੰਜਾਬ ਦੇ ਸਾਰੇ ਪੇਪਰਾਂ ਦੇ ਲਈ ਚਲਾਈ ਹੋਈ ਹੈ ਉਹਦਾ ਅਗਲਾ ਸੈਸ਼ਨ ਕੰਟੀਨਿਊ ਕਰਾਂਗੇ। ਅਤੇ ਤੁਸੀਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਅਤੇ ਆਪਾਂ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਜਿਹੜੇ MCQs ਨੇ ਉਹ ਪ੍ਰਪੇਅਰ ਕਰ ਰਹੇ ਹਾਂ। ਤਾਂ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਹੈ ਜੀ ਜ਼ਰੂਰ ਦਿਆ ਕਰੋ ਅਤੇ ਆਪਾਂ ਉਹਦੇ ਉੱਤੇ ਕੰਮ ਜ਼ਰੂਰ ਕਰਿਆ ਕਰਾਂਗੇ। ਤਾਂ ਮੈਂ ਹਰ ਇੱਕ ਦੇ ਕਮੈਂਟ ਹੈ ਜਿਹੜੇ ਉਹ ਪੜ੍ਹਦਾ ਹੁੰਦਾ। ਤਾਂ ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਕਲਾਸਿਸ ਨੇ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਮੈਰਾਥਨ ਟਾਈਪ ਕਰ ਦਿੱਤੀਆਂ ਜਾਣ। ਮਤਲਬ ਕਿ ਆਪਾਂ ਜਿਹੜਾ ਸੈਸ਼ਨ ਆ ਉਹ ਲੰਬਾ ਕਰਿਆ ਕਰੀਏ। ਤਾਂ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਸਬਜੈਕਟ ਦੇ ਵਿੱਚੋਂ ਕੀ ਹੈ ਜੀ ਉਹ ਕੁਐਸਚਨਸ ਨੇ ਜਿਹੜੇ ਉਹ ਬਣਾਏ ਜਾਣ। ਜੇਕਰ ਤੁਸੀਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਪਹਿਲਾਂ ਉਹ ਦੇਖ ਲਓ। ਅਤੇ ਆਪਾਂ ਬੇਸਿਕਲੀ ਕੁਐਸਚਨਸ ਦੇ ਨਾਲ ਥਿਓਰੈਟੀਕਲ ਪੋਰਸ਼ਨ ਵੀ ਜ਼ਰੂਰ ਡਿਸਕਸ ਕਰਦੇ ਹਾਂ ਜੀ, ਅਤੇ ਹਰ ਇੱਕ ਆਪਸ਼ਨ ਨੂੰ ਕੀ ਹੈ ਜੀ ਪ੍ਰੋਪਰ ਖੋਲ੍ਹ ਕੇ ਐਲੈਬਰੇਟ ਕਰਦੇ ਹਾਂ। ਤਾਂ ਜੇਕਰ ਤੁਹਾਨੂੰ ਇਹ ਚੀਜ਼ ਤਰੀਕਾ ਪਸੰਦ ਆਉਂਦਾ ਹੈ ਤਾਂ ਲਾਈਕ ਕਰਨਾ ਨਾ ਭੁੱਲਿਆ ਕਰੋ। ਤਾਂ ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਦ ਗੌਰਮੈਂਟ ਆਫ ਇੰਡੀਆ ਰੀਨੇਮਡ ਨਰੇਗਾ ਟੂ ਮਨਰੇਗਾ ਇਨ। ਦੇਖੋ ਜੀ, ਨਰੇਗਾ ਇੱਕ ਸਕੀਮ ਜਿਹੜੀ ਪਿੰਡਾਂ ਦੇ ਵਿੱਚ ਮਤਲਬ ਮੋਸਟਲੀ ਜਿਹੜੀ ਰੂਰਲ ਏਰੀਆਜ਼ ਦੇ ਵਿੱਚ ਚੱਲਦੀ ਹੈ, ਠੀਕ ਹੈ ਜੀ ਗੱਲ। ਤਾਂ ਉਹਨੂੰ ਮਤਲਬ ਗੌਰਮੈਂਟ ਨੇ, ਸਰਕਾਰ ਨੇ ਨਰੇਗਾ ਤੋਂ ਮਨਰੇਗਾ ਉਹਦਾ ਨਾਮ ਰੱਖਤਾ ਸੀਗਾ। ਤਾਂ ਇਹ ਕਦੋਂ ਰੱਖਿਆ ਜੀ? ਤਾਂ ਇਹਦਾ ਪਹਿਲਾਂ ਆਪਾਂ ਜਵਾਬ ਲੈ ਲੈਂਦੇ ਜੀ। 2 ਅਕਤੂਬਰ 2009 ਇਹਦਾ ਕੀ ਆ ਜੂਗਾ ਜੀ? ਸਹੀ ਆਨਸਰ ਆ ਜੂਗਾ ਜੀ। ਠੀਕ ਹੈ, ਨਰੇਗਾ ਦੀ ਫੁੱਲ ਫਾਰਮ ਮੈਂ ਤੁਹਾਨੂੰ ਲਿਖ ਕੇ ਨਹੀਂ ਦਿਖਾਊਂਗਾ, ਮੈਂ ਬੋਲੂੰਗਾ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ। ਠੀਕ ਹੈ, ਜੇ ਲਿਖਣਾ ਤਾਂ ਲਿਖ ਵੀ ਦਿੰਦਾ, ਚਲੋ ਨੈਸ਼ਨਲ ਰੂਰਲ ਈ ਅਤੇ ਇੰਪਲੋਇਮੈਂਟ। ਬੱਚਿਓ ਫੁੱਲ ਫਾਰਮਸ ਨਾ ਭੁੱਲਿਓ, ਪੇਪਰ ਦੇ ਵਿੱਚ ਪੱਕਾ ਆਜੂ, ਇੰਪੋਰਟੈਂਟ ਕੁਐਸਚਨ ਹੈ ਇਹ। ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ ਹੈ ਜਿਹੜਾ ਉਹ ਕੀ ਹੈ ਜੀ, ਉਹਨੂੰ ਨਰੇਗਾ ਨੂੰ ਕਾਹਦੇ 'ਚ ਤਬਦੀਲ ਕਰ ਦਿੱਤਾ ਗਿਆ ਜੀ? ਮਨਰੇਗਾ ਦੇ ਵਿੱਚ। ਤਾਂ ਮਨਰੇਗਾ ਮਤਲਬ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਐਕਟ ਇਹਦਾ ਨਾਮ ਹੈ ਜਿਹੜਾ ਉਹ ਰੱਖ ਦਿੱਤਾ ਗਿਆ ਜੀ। ਠੀਕ ਹੈ ਜੀ ਗੱਲ। ਇਹਦੇ ਤਹਿਤ ਕੀ ਹੈ ਜੀ, ਘੱਟੋ ਘੱਟ ਮਤਲਬ 100 ਦਿਨ ਤਾਂ ਤੁਹਾਨੂੰ ਕੰਮ ਹੈ ਜਿਹੜਾ ਉਹ ਮਿਲੂਗਾ ਹੀ ਮਿਲੂਗਾ, ਅਤੇ 120 ਰੁਪਏ ਮਤਲਬ ਘੱਟੋ ਘੱਟ ਵੇਜ ਹੈ ਜਿਹੜੀ ਸੈਲਰੀ ਆ ਉਹ ਮਿਲਣੀ ਹੈ। ਠੀਕ ਹੈ ਜੀ ਗੱਲ। ਜਿਹੜਾ ਇਹ ਐਕਟ ਹੈ ਨਰੇਗਾ, ਇਹ ਲਾਗੂ ਕਦੋਂ ਹੋਇਆ ਸੀ? ਮਤਲਬ ਕੇਮ ਇਨਟੂ ਫੋਰਸ ਟਰਮ ਵਰਤੀ ਜਾਂਦੀ ਹੈ ਜਾਂ ਇੰਪਲੀਮੈਂਟ ਵਰਤੀ ਜਾਂਦੀ ਹੈ? ਤਾਂ ਉਹਦਾ ਜਿਹੜਾ ਤੁਸੀਂ ਆਨਸਰ ਲਾ ਕੇ ਆਓਗੇ ਜੀ 2 ਫਰਵਰੀ 2006। ਲਾਗੂ 2 ਫਰਵਰੀ 2006 ਨੂੰ ਹੋਇਆ ਸੀ, ਧਿਆਨ ਰੱਖਿਓ। ਅਤੇ ਜਿਹੜੇ ਐਕਟ ਨੂੰ ਨਰੇਗਾ ਨੂੰ ਮਤਲਬ ਨਾਮ ਇਹਦਾ ਚੇਂਜ ਕੀਤਾ ਗਿਆ, ਕਦੋਂ ਕੀਤਾ ਗਿਆ ਜੀ? 2 ਅਕਤੂਬਰ 2009 ਨੂੰ। ਠੀਕ ਹੈ, ਜਿਹਦਾ ਨਾਮ ਕੀ ਰੱਖ ਦਿੱਤਾ ਗਿਆ? ਮਨਰੇਗਾ ਜੀ। ਠੀਕ ਹੈ, ਇਹ ਮਤਲਬ ਸਾਰੀਆਂ ਕਿਹਦੇ ਅੰਡਰ ਆਉਂਦੇ ਆ ਜੀ? ਵਿਲੇਜ ਪੰਚਾਇਤ ਦੇ ਅੰਡਰ ਆਉਂਦਾ ਹੈ। ਠੀਕ ਹੈ, ਤਾਂ ਤੁਸੀਂ DPSP ਤੁਸੀਂ ਪੜ੍ਹੇ ਹੋਣਗੇ ਜੀ। DPSP ਦੇ ਵਿੱਚ ਆਰਟੀਕਲ 40 ਸੁਪਰ ਇੰਪੋਰਟੈਂਟ ਤੁਸੀਂ ਪੜ੍ਹਿਆ ਹੋਊ, ਜਿਹਦੇ ਵਿੱਚ ਕੀ ਦੱਸਿਆ ਹੋਇਆ ਜੀ? ਆਰਗੇਨਾਈਜ਼ਿੰਗ ਆਫ ਵਿਲੇਜ ਪੰਚਾਇਤਸ। ਠੀਕ ਹੈ ਨਾ ਗੱਲ। DPSP ਆਪਾਂ ਕੀ ਤੋਂ ਲਏ ਆ ਜੀ? ਆਇਰਲੈਂਡ ਤੋਂ ਲਏ ਆ। ਆਇਰਲੈਂਡ ਨੇ ਗਾਹਾਂ ਕੀ ਤੋਂ ਲਏ ਆ ਜੀ? ਸਪੇਨ ਤੋਂ ਲਏ ਆ। ਠੀਕ ਹੈ ਜੀ ਗੱਲ। ਅਤੇ ਧਿਆਨ ਰੱਖਿਓ, ਠੀਕ ਹੈ, ਆਪਾਂ ਆਇਰਲੈਂਡ ਤੋਂ ਹੋਰ ਕੀ ਚੀਜ਼ ਲਈ ਹੈ ਜੀ? ਇਲੈਕਸ਼ਨ ਮੈਥਡ ਆਫ ਪ੍ਰੈਜ਼ੀਡੈਂਟ ਵੀ ਆਪਾਂ ਆਇਰਲੈਂਡ ਤੋਂ ਲਈ ਹੈ ਜੀ। ਆਇਰਲੈਂਡ ਦੀ ਰਾਜਧਾਨੀ ਪੇਪਰ 'ਚ ਪੁੱਛ ਲੈਣ, ਤੁਸੀਂ ਕਹੋਗੇ ਜੀ ਡਬਲਿਨ ਹੈ। ਠੀਕ ਹੈ ਜੀ ਗੱਲ। ਤਾਂ ਇਸ ਤਰ੍ਹਾਂ ਦੇ ਕੁਐਸਚਨਸ ਨੇ ਜਿਹੜੇ ਉਹ ਸਾਰੇ ਤੁਸੀਂ ਇੱਕ ਵਾਰ ਰਿਵਾਈਜ਼ ਕਰ ਲੈਣੇ ਆ। ਠੀਕ ਹੈ, ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ ਜੀ, ਜਿਹੜੇ ਕੁਐਸਚਨਸ ਤਾਂ ਨਵੇਂ ਹੋਣਗੇ ਉਹ ਤੁਸੀਂ ਆਪਦੀ ਕਾਪੀ ਦੇ ਉੱਤੇ ਨੋਟ ਕਰ ਲਿਆ ਕਰੋ ਜ਼ਰੂਰ, ਜਿੱਥੇ ਤੁਹਾਡੇ ਨੋਟਸ ਬਣੇ ਹੋਏ ਨੇ। ਸੋ ਮਤਲਬ ਕੀ ਹੈ, ਜਦ ਜਿਹੜੀ ਕਿਤਾਬ ਤੋਂ ਵੀ ਤੁਸੀਂ ਪੜ੍ਹ ਰਹੇ ਹੋ ਉਹਦੇ ਉੱਤੇ ਲਿਖ ਲਿਆ ਕਰੋ, ਕਿਉਂਕਿ ਜਦੋਂ ਤੁਸੀਂ ਕਿਤਾਬ ਫਰੋਲਦੇ ਹੋ ਨਾ ਤਾਂ ਉਹ ਕੁਐਸਚਨ ਦੇ ਜਿਹੜੇ ਆਟੋਮੈਟਿਕਲੀ ਤੁਹਾਨੂੰ ਕੀ ਹੈ ਜੀ, ਇੱਕ ਤਰ੍ਹਾਂ ਦਾ ਮਤਲਬ ਨਾ ਤੁਹਾਡਾ ਰੂਟੀਨ ਬਣਾ ਦਿੰਦੇ ਨੇ ਵੀ ਤੁਹਾਨੂੰ ਦਿਖਦੇ ਹੀ ਰਹਿੰਦੇ ਨੇ। ਠੀਕ ਹੈ, ਤਾਂ ਪਹਿਲਾਂ ਮਤਲਬ ਕੀ ਹੈ, ਇੱਕ ਤਰੀਕਾ ਹੋਰ ਦੱਸਦਾ ਜੀ ਪੜ੍ਹਨ ਦਾ, ਕਿ ਤੁਸੀਂ ਪਹਿਲਾਂ ਆਪਣੀ ਥਿਓਰੈਟੀਕਲ ਪੋਰਸ਼ਨ ਹੈ ਜਿਹੜਾ, ਜਿੰਨੇ ਕੁ ਵੀ ਤੁਹਾਡੇ ਕੋਲ ਨੋਟਸ ਨੇ, ਨੋਟਸ ਬਾਹਲੇ ਨਾ ਇਕੱਠੇ ਕਰਿਆ ਕਰੋ। ਸਿਰਫ ਅਤੇ ਸਿਰਫ ਕੀ ਹੈ ਜੀ, ਜਿਹੜੇ ਤੁਹਾਡੇ ਕੋਲ ਨੋਟਸ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਰਿਵਾਈਜ਼ ਕਰੋ। ਠੀਕ ਹੈ ਜੀ ਗੱਲ। ਜੇ ਕੁਛ ਨਵੀਂ ਚੀਜ਼ ਕਿਸੇ ਵੀ ਮਤਲਬ ਮੌਕ ਟੈਸਟ ਦੇ ਵਿੱਚ ਤੁਹਾਨੂੰ ਸਿੱਖਣ ਨੂੰ ਮਿਲਦੀ ਹੈ ਤਾਂ ਉਹਨੂੰ ਆਪਦੀ ਕਾਪੀ ਦੇ ਉੱਤੇ ਉਤਾਰ ਲਿਆ ਕਰੋ। ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ, ਆਹ ਜਿਹੜਾ ਕੁਐਸਚਨ ਹੈ ਜੀ, ਗਿਲਟ ਐਜਡ ਮਾਰਕੀਟ ਮੀਨਸ, ਇਹ ਜੀ ਵਕਫ ਬੋਰਡ ਦਾ ਪੇਪਰ ਹੋਇਆ ਸੀ ਐਤਕੀ, ਉਹਦੇ ਵਿੱਚ ਕੁਐਸਚਨ ਇਹ ਆਇਆ ਸੀ ਇਕਨੋਮਿਕਸ ਦਾ। ਠੀਕ ਹੈ, ਤੁਸੀਂ ਬਾਹਲਾ ਡਿਟੇਲ ਦੇ ਵਿੱਚ ਨਹੀਂ ਪੜ੍ਹਨਾ, ਰਿਪੀਟ ਵੱਜਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਕੁਐਸਚਨਸ। ਠੀਕ ਹੈ ਜੀ। ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਕੀ ਆਊਗਾ ਜੀ? ਮਾਰਕੀਟ ਆਫ ਗੌਰਮੈਂਟ ਸਿਕਿਉਰਿਟੀਜ਼। ਮਾਰਕੀਟ ਆਫ ਗੌਰਮੈਂਟ ਸਿਕਿਉਰਿਟੀਜ਼ ਇਹਦਾ ਕੀ ਆ ਜੂਗਾ ਜੀ? ਸਹੀ ਆਨਸਰ ਆ ਜੂਗਾ ਜੀ। 1 ਲਾਈਨਰ ਹੈ, ਐਜ਼ ਇਟ ਇਜ਼ ਯਾਦ ਕਰਨਾ ਪਊਗਾ ਤੁਹਾਨੂੰ। ਮੈਂ ਥੋੜ੍ਹਾ ਜਿਹਾ ਟੈਕਸ ਸਿਸਟਮ ਸਮਝਾ ਦਿੰਦਾ, ਕਿਉਂਕਿ ਆਪਾਂ ਐਕਸਟਰਾ ਇਨਫੋਰਮੇਸ਼ਨ ਜ਼ਰੂਰ ਕਰਦੇ ਹੁੰਦੇ ਹਾਂ। ਇੱਕ ਕੁਐਸਚਨ ਦੇ ਵਿੱਚ ਟੈਕਸ ਸਿਸਟਮ ਆਪਣਾ ਦੋ ਹੈ ਜੀ, ਦੋ ਤਰ੍ਹਾਂ ਦਾ, ਮਤਲਬ ਇੱਕ ਡਾਇਰੈਕਟ ਟੈਕਸ ਹੈ ਜੀ, ਇੱਕ ਇਨਡਾਇਰੈਕਟ ਟੈਕਸ ਹੈ। ਠੀਕ ਹੈ ਨਾ ਗੱਲ। ਪੇਪਰ 'ਚ ਪੁੱਛ ਲੈਂਦੇ ਆ ਡਾਇਰੈਕਟ ਟੈਕਸ ਦੇ ਵਿੱਚ ਕਿਹੜੀਆਂ ਮਤਲਬ ਆ ਜਾਂਦੇ ਨੇ? ਵੈਲਥ ਟੈਕਸ ਆ ਜਾਂਦਾ ਜੀ। ਠੀਕ ਹੈ ਜੀ। ਇਨਕਮ ਟੈਕਸ ਆ ਜਾਂਦਾ ਜੀ। ਠੀਕ ਹੈ, ਪ੍ਰੋਪਰਟੀ ਟੈਕਸ ਆ ਜਾਂਦਾ ਜੀ ਤੁਹਾਡਾ। ਠੀਕ ਹੈ, ਗਿਫਟ ਟੈਕਸ ਆ ਜਾਂਦਾ ਜੀ, ਗਿਫਟ ਟੈਕਸ। ਠੀਕ ਹੈ ਜੀ, ਬੈਂਕਿੰਗ ਟ੍ਰਾਂਜੈਕਸ਼ਨ ਟੈਕਸ, ਸਾਰੇ ਇਹ ਕੀ ਨੇ ਜੀ? ਡਾਇਰੈਕਟ ਟੈਕਸਿਸ ਦੀ ਐਗਜ਼ਾਮਪਲਸ ਨੇ। ਠੀਕ ਹੈ ਜੀ ਗੱਲ। ਇਨਡਾਇਰੈਕਟ ਟੈਕਸ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਜਾਂਦੀਆਂ ਜੀ?
ਇੱਕ ਤਾਂ ਆ ਜਾਂਦਾ ਹੈਗਾ ਤੁਹਾਡਾ ਐਕਸਾਈਜ਼ ਡਿਊਟੀ, ਐਕਸਾਈਜ਼ ਡਿਊਟੀ ਆ ਜਾਂਦੀ ਹੈ ਜੀ, ਠੀਕ ਹੈ। ਵੈਟ ਆ ਜਾਂਦਾ, ਵੈਟ ਨੂੰ ਤਾਂ ਹੁਣ ਚੇਂਜ ਹੀ ਕਰਤਾ ਜੀ, ਵੈਲਿਊ ਐਡਡ ਟੈਕਸ ਨੂੰ ਚੇਂਜ ਕਰਤਾ ਜੀ, ਕੀ 'ਚ ਬਣਾਤਾ ਜੀ, GST ਦੇ ਵਿੱਚ ਆ ਗਿਆ, ਗੁਡਸ ਐਂਡ ਸਰਵਿਸਿਜ਼ ਟੈਕਸ, ਠੀਕ ਹੈ ਜੀ। ਅਤੇ GST ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿੰਨੇ ਸਲੈਬਸ 'ਤੇ ਲੱਗਦੀ ਹੈ, 5 ਸਲੈਬਸ 'ਤੇ ਲੱਗਦੀ ਹੈ ਜੀ। ਤੁਸੀਂ ਕਮੈਂਟ ਦੇ ਵਿੱਚ ਦੱਸੋਗੇ ਕਿਹੜੇ ਕਿਹੜੇ ਉਹ ਸਲੈਬਸ ਨੇ ਜਿਹੜੇ ਉਹ GST ਦੇ ਬਣੇ ਹੋਏ ਨੇ, ਠੀਕ ਹੈ ਜੀ ਗੱਲ। ਅਤੇ ਤੁਹਾਡਾ ਸੇਲ ਟੈਕਸ ਇਹ ਵੀ ਕਾਹਦੇ 'ਚ ਆ ਜਾਂਦਾ ਹੈਗਾ, ਇਨਡਾਇਰੈਕਟ ਟੈਕਸ 'ਚ ਆ ਜਾਂਦਾ ਜੀ। ਕਸਟਮ ਡਿਊਟੀ ਇਹ ਵੀ ਕਾਹਦੇ 'ਚ ਆ ਜਾਂਦਾ ਜੀ, ਇਨਕਮ ਟੈਕਸ ਦੇ ਵਿੱਚ ਆ ਜਾਂਦਾ, ਠੀਕ ਹੈ ਜੀ ਗੱਲ। ਅਤੇ ਇੱਕ ਕੁਐਸਚਨ ਹੋਰ ਤੁਸੀਂ ਭੁੱਲਣਾ ਨਹੀਂ ਹੈਗਾ, ਜਿਹੜਾ ਆਪਣਾ ਮਤਲਬ ਡਿਊਲ GST ਪ੍ਰੋਸੀਜਰ ਹੈ ਜੀ ਆਪਾਂ ਮਤਲਬ ਆਪਣੇ ਇੰਡੀਆ ਦੇ ਵਿੱਚ, ਤਾਂ ਉਹ ਮਤਲਬ ਕੀ ਤੋਂ ਬੋਰੋ ਕੀਤਾ, ਠੀਕ ਹੈ ਜੀ। ਤਾਂ ਇਹਦਾ ਆਨਸਰ ਹੈ ਜੀ ਜਿਹੜਾ ਮੈਂ ਦੱਸ ਹੀ ਦਿੰਦਾ, ਚਲੋ ਮੈਂ ਕੈਨੇਡਾ ਉਹਦਾ ਆਨਸਰ ਆ ਜਾਊਗਾ ਜੀ, ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ ਜੀ, ਕੈਨੇਡਾ ਦੀ ਰਾਜਧਾਨੀ ਕੀ ਹੈ ਜੀ, ਓਟਾਵਾ, ਠੀਕ ਹੈ ਜੀ ਗੱਲ। ਕੈਨੇਡਾ ਦੇ ਵਿੱਚ ਕੀ ਹੈ ਜੀ, ਕੈਨੇਡਾ ਦੇ ਵਿੱਚ ਓਟਾਵਾ ਰਾਜਧਾਨੀ ਹੈ ਜੀ, ਠੀਕ ਹੈ। ਅਤੇ ਜਸਟਿਨ ਟਰੂਡੋ ਕੀ ਹੈ ਜੀ, PM ਨੇ ਇੱਥੋਂ ਦੇ, ਠੀਕ ਹੈ। ਤਾਂ ਬਸ ਇਹ ਗੱਲ ਯਾਦ ਰੱਖਣੀ ਹੈ ਜੀ। ਦੂਜਾ ਆਨਸਰ ਕੀ ਆ ਜਾਊਗਾ ਜੀ, ਇਹਦਾ ਸਹੀ ਆਨਸਰ ਆ ਜਾਊਗਾ ਗੋਲਡਨ ਫਾਈਬਰ ਰੈਵੋਲਿਊਸ਼ਨ ਇਜ਼ ਐਸੋਸ਼ੀਏਟਡ ਵਿਦ ਰੈਵੋਲਿਊਸ਼ਨ। ਕਹਿੰਦਾ ਗੋਲਡਨ ਫਾਈਬਰ ਰੈਵੋਲਿਊਸ਼ਨ ਹੈ ਜਿਹੜਾ ਕਿਹੜੀ ਕ੍ਰਾਂਤੀ ਦੇ ਨਾਲ ਕੀ ਹੈ ਜੀ, ਜੁੜੀ ਹੋਈ ਹੈ। 10 ਤੋਂ 12 ਕ੍ਰਾਂਤੀਆਂ ਨੇ ਜੀ ਜਿਹੜੀਆਂ ਤੁਸੀਂ ਪੜ੍ਹਨੀਆਂ ਨੇ, ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਨੇ। PPSC ਵਾਲਿਓ ਮੈਂ ਰਿਪੀਟ ਕਰਦਾ ਰੋਜ਼ ਕਿ ਜਦੋਂ ਵੀ ਤਹਿਸੀਲਦਾਰ ਦਾ ਪੇਪਰ ਦਿਓਗੇ, ਪਿਛਲੀ ਵਾਰ ਕੀ ਹੈ ਜੀ ਇਹ ਜਿਹੜਾ ਮਤਲਬ ਨਾ ਮੈਚਿੰਗ ਮਿਲਾਣ ਚਿੰਨ੍ਹ ਆਏ ਸੀਗੇ, ਮਤਲਬ ਕਿਹੜੀ ਕ੍ਰਾਂਤੀ ਕਿਹੜੀ ਪ੍ਰੋਡਕਸ਼ਨ ਦੇ ਨਾਲ ਆ ਜਿਹੜੀ ਉਹ ਸੰਬੰਧਿਤ ਹੈ, ਤਾਂ ਯਾਦ ਜ਼ਰੂਰ ਕਰਕੇ ਜਾਇਓ, ਠੀਕ ਹੈ। ਤਾਂ ਤੁਹਾਨੂੰ ਮੈਂ ਇਹਦਾ ਜਿਹੜਾ ਪਹਿਲਾ ਜਵਾਬ ਲੈ ਲੈਂਦੇ ਜੀ ਆਪਾਂ, ਗੋਲਡਨ ਫਾਈਬਰ ਰੈਵੋਲਿਊਸ਼ਨ, ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਕੀ ਆਊਗਾ ਜੀ, ਜੂਟ ਦਾ ਆਊਗਾ ਜੀ, ਜੂਟ ਪ੍ਰੋਡਕਸ਼ਨ ਹੈ ਜੀ ਜਿਹੜਾ, ਠੀਕ ਹੈ ਜੀ। ਜੇ ਇਕੱਲਾ ਗੋਲਡਨ ਆ ਜਾਂਦਾ, ਜੇ ਇਕੱਲਾ ਗੋਲਡਨ ਆ ਜਾਂਦਾ ਫਿਰ ਤੁਸੀਂ ਕਹਿਣਾ ਸੀ ਜੀ ਕਾਹਦੇ ਨਾਲ ਸੰਬੰਧਿਤ ਹੈ ਜੀ, ਹਨੀ ਦੀ ਪ੍ਰੋਡਕਸ਼ਨ ਵਾਸਤੇ, ਜਾਂ ਓਵਰਆਲ ਹਾਰਟੀਕਲਚਰ ਹੈ ਜਿਹੜਾ ਉਹ ਗੋਲਡਨ ਰੈਵੋਲਿਊਸ਼ਨ ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ ਗੱਲ। ਅਤੇ ਜੇ ਤੁਹਾਨੂੰ ਪੁੱਛ ਲੈਂਦਾ ਮਤਲਬ ਗ੍ਰੇ ਰੈਵੋਲਿਊਸ਼ਨ, ਗ੍ਰੇ ਰੈਵੋਲਿਊਸ਼ਨ ਕਾਹਦੇ ਨਾਲ ਸੰਬੰਧਿਤ ਹੈ, ਤਾਂ ਤੁਸੀਂ ਕਹੋਗੇ ਜੀ ਫਰਟੀਲਾਈਜ਼ਰਸ ਦੇ ਨਾਲ ਜਿਹੜੀ ਸੰਬੰਧਿਤ ਹੈ ਗ੍ਰੇ ਰੈਵੋਲਿਊਸ਼ਨ, ਠੀਕ ਹੈ ਜੀ ਗੱਲ। ਤੁਹਾਨੂੰ ਪੁੱਛ ਲੈਣ ਰੇਨਬੋ ਰੈਵੋਲਿਊਸ਼ਨ, ਇੰਪੋਰਟੈਂਟ ਹੈ ਬੱਚਿਓ, ਕੱਲੀ ਕੱਲੀ ਜਿਹੜੀ ਇਹ ਤੁਹਾਡੇ ਯਾਦ ਹੋਣੀ ਚਾਹੀਦੀ ਹੈ। ਸੌਖਾ ਕੰਸੈਪਟ ਹੈ ਜੀ, 5 ਮਿੰਟ ਦਾ ਕੰਸੈਪਟ ਹੈ। ਜੇ ਤੁਹਾਡੀ ਕਿਤਾਬ ਦੇ ਵਿੱਚ ਹੈਗਾ ਤਾਂ ਲਿਖ ਕੇ ਪ੍ਰੈਕਟਿਸ ਜ਼ਰੂਰ ਕਰ ਲਿਓ, ਪੇਪਰ ਦੇ ਵਿੱਚ ਪੱਕਾ ਆਉਂਦਾ ਜੀ। ਰੇਨਬੋ ਰੈਵੋਲਿਊਸ਼ਨ ਹੈ ਜਿਹੜੀ ਉਹ ਕਾਹਦੇ ਨਾਲ ਸੰਬੰਧਿਤ ਹੈ ਜੀ, ਹੋਲਿਸਟਿਕ ਡਿਵੈਲਪਮੈਂਟ ਆਫ ਐਗਰੀਕਲਚਰ, ਠੀਕ ਹੈ ਜੀ ਗੱਲ। ਰੇਨਬੋ ਰੈਵੋਲਿਊਸ਼ਨ ਹੈ ਜੀ, ਠੀਕ ਹੈ। ਜੇ ਤੁਹਾਨੂੰ ਸਿਲਵਰ ਰੈਵੋਲਿਊਸ਼ਨ ਪੁੱਛ ਲਏ ਤਾਂ ਤੁਸੀਂ ਕਹੋਗੇ ਜੀ ਐਗ ਦੇ ਨਾਲ ਹੈ ਜੀ। ਜੇ ਸਿਲਵਰ ਦੇ ਨਾਲ ਫਾਈਬਰ ਲਾ ਦੇ ਤਾਂ ਤੁਸੀਂ ਕਹੋਗੇ ਜੀ ਕਾਟਨ ਦੇ ਨਾਲ, ਠੀਕ ਹੈ ਜੀ ਗੱਲ। ਤੁਹਾਨੂੰ ਪੁੱਛ ਲਏ ਪਿੰਕ ਰੈਵੋਲਿਊਸ਼ਨ, ਤੁਸੀਂ ਕਹੋਗੇ ਜੀ ਓਨੀਅਨ ਦੀ ਹੈ ਜੀ, ਗੰਢੇ ਦੀ, ਜਿਹਨੂੰ ਆਪਾਂ ਕਹਿੰਦੇ ਹਾਂ। ਜਦੋਂ ਇੱਕ ਕੁਐਸਚਨ ਤੁਹਾਨੂੰ ਸਾਇੰਸ ਦਾ ਮੈਂ ਦੱਸ ਦਿੰਦਾ ਜੀ, ਜਦੋਂ ਤੁਸੀਂ ਮਤਲਬ ਨਾ ਗੰਢਾ ਚੀਰਦੇ ਹੋ, ਪਿਆਜ਼ ਚੀਰਦੇ ਹੋ, ਤਾਂ ਤੁਹਾਡੇ ਅੱਖਾਂ ਦੇ ਵਿੱਚ ਅੱਥਰੂ ਆ ਜਾਂਦੇ ਨੇ, ਉਹ ਕਿਸ ਕਾਰਨ ਆਉਂਦੇ ਨੇ, ਕਿਉਂਕਿ ਓਨੀਅਨ ਦੇ ਵਿੱਚ ਕੀ ਹੁੰਦਾ ਜੀ, ਸਲਫਰ ਹੁੰਦਾ, ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ ਸਲਫਰ ਹੁੰਦਾ ਜੀ। ਸਲਫਰ ਹੋਰ ਕਾਹਦੇ ਵਾਸਤੇ ਯੂਜ਼ ਹੁੰਦਾ ਜੀ, ਵਲਕਨਾਈਜੇਸ਼ਨ ਆਫ ਰਬੜ ਵਾਸਤੇ ਵੀ ਯੂਜ਼ ਹੁੰਦਾ ਹੈ, ਠੀਕ ਹੈ। ਇਹ ਵੀ ਗੱਲ ਤੁਸੀਂ ਧਿਆਨ ਰੱਖਣੀ ਹੈ। ਪਿੰਕ ਰੈਵੋਲਿਊਸ਼ਨ ਹੈ ਜਿਹੜਾ ਉਹ ਕਾਹਦੇ ਨਾਲ ਸੰਬੰਧਿਤ ਹੈ, ਓਨੀਅਨ ਦੇ ਨਾਲ ਸੰਬੰਧਿਤ ਹੈ ਜੀ। ਇੱਕ ਰਾਊਂਡ ਰੈਵੋਲਿਊਸ਼ਨ ਨਹੀਂ ਭੁੱਲਣਾ ਜੀ, ਰਾਊਂਡ ਰੈਵੋਲਿਊਸ਼ਨ ਕਾਹਦੇ ਨਾਲ ਸੰਬੰਧਿਤ ਹੈ ਜੀ, ਪੋਟੈਟੋ ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ ਗੱਲ। ਅਤੇ ਬਸ ਇੰਨੀਆਂ ਕੁ ਗੱਲਾਂ ਤੁਸੀਂ ਯਾਦ ਰੱਖ ਲਿਓ। ਜੇ ਇੱਕ ਬਲਿਊ ਰੈਵੋਲਿਊਸ਼ਨ ਵੀ ਯਾਦ ਰੱਖ ਲਿਓ ਕਾਹਦੇ ਨਾਲ ਹੈ ਜੀ, ਫਿਸ਼ ਦੇ ਨਾਲ ਸੰਬੰਧਿਤ ਹੈ, ਠੀਕ ਹੈ ਜੀ ਗੱਲ। ਅਤੇ ਧਿਆਨ ਰੱਖਿਓ ਬਸ ਆਹ 5-7 ਮੈਂ ਕਰਾਤੀਆਂ ਜੀ, 5-7 ਤੱਕ ਤੁਸੀਂ ਕੀ ਹੈ ਜੀ ਆਪਣੀ ਬੁੱਕ ਦੇ ਵਿੱਚੋਂ ਕੀ ਹੈ ਜੀ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ, ਠੀਕ ਹੈ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਟਰੂ ਅਬਾਊਟ ਨਬਾਰਡ, ਨਬਾਰਡ ਇੱਕ ਬੈਂਕ ਹੈ ਜੀ ਜਿਹਦੀ ਫੁੱਲ ਫਾਰਮ ਕੀ ਹੈ ਜੀ, ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਬਿਲਕੁਲ ਜੀ ਇਹ ਪੁਆਇੰਟ ਸਹੀ ਹੈ ਜੀ, ਠੀਕ ਹੈ। ਨਬਾਰਡ ਆ ਜਿਹੜਾ ਸੈਟਅਪ ਕੀਤਾ ਗਿਆ 12 ਜੁਲਾਈ 1982, ਇਹ ਵੀ ਪੁਆਇੰਟ ਆ ਜਿਹੜਾ ਉਹ ਸਹੀ ਹੈ ਜੀ। ਔਨ ਰਿਕੋਮੈਂਡੇਸ਼ਨ ਆਫ ਸ਼ਿਵ ਰਮਨ ਕਮੇਟੀ, PPSC ਪਿਛਲੀ ਵਾਰ ਦਾ ਇਹ ਕੁਐਸਚਨ ਹੈ ਜੀ। ਨਬਾਰਡ ਜਿਹੜਾ ਬੈਂਕ ਹੈ ਉਹ ਕਿਹੜੀ ਕਮੇਟੀ ਦੇ ਤਹਿਤ ਬਣਿਆ ਜੀ, ਤਾਂ ਸ਼ਿਵ ਰਮਨ ਕਮੇਟੀ ਦੇ ਤਹਿਤ ਬਣਿਆ ਜੀ। ਹੈੱਡਕੁਆਟਰ ਕਿੱਥੇ ਹੈ ਜੀ, ਮੁੰਬਈ ਦੇ ਵਿੱਚ। ਤਾਂ ਚਾਰੇ ਦੇ ਚਾਰੇ ਪੁਆਇੰਟ ਆ ਜਿਹੜੇ ਉਹ ਸਹੀ ਨੇ, ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਜੀ ਉਹ ਆਲ ਆਰ ਟਰੂ ਆ ਜਾਊਗਾ। ਨਬਾਰਡ ਦੇ ਐਟ ਪ੍ਰੈਜੈਂਟ ਜਿਹੜੇ ਚੇਅਰਮੈਨ ਨੇ ਤੁਸੀਂ ਦੱਸੋਗੇ ਜੀ ਕਮੈਂਟ ਬਾਕਸ ਦੇ ਵਿੱਚ, ਠੀਕ ਹੈ ਜੀ ਗੱਲ। ਧਿਆਨ ਨਾਲ ਦੱਸਿਓ, ਠੀਕ ਹੈ, ਗਲਤ ਨਾ ਦੱਸਿਓ। ਨਬਾਰਡ ਦੇ ਜਿਹੜੇ ਚੇਅਰਮੈਨ ਨੇ ਉਹ ਐਟ ਪ੍ਰੈਜੈਂਟ ਕੌਣ ਨੇ, ਠੀਕ ਹੈ ਜੀ ਗੱਲ। 12 ਜੁਲਾਈ 1982 ਨੂੰ ਕੀ ਹੈ ਜੀ ਨਬਾਰਡ ਬਣਿਆ ਸੀਗਾ। ਬੈਂਕਾਂ ਦੇ ਨਾਲ ਸੰਬੰਧਿਤ ਤੁਹਾਨੂੰ ਮੈਂ ਥੋੜ੍ਹਾ ਜਿਹਾ ਹੋਰ ਦੱਸ ਦਿੰਦਾ ਜੀ। RBI ਰਿਜ਼ਰਵ ਬੈਂਕ ਆਫ ਇੰਡੀਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਦੋਂ ਬਣਿਆ ਜੀ, 1935। ਪੇਪਰ 'ਚ ਪੁੱਛ ਲੈਂਦੇ RBI ਨੂੰ ਰਾਸ਼ਟਰੀਕਰਨ ਕਦੋਂ ਕੀਤਾ ਗਿਆ, ਮਤਲਬ ਨੈਸ਼ਨਲਾਈਜ਼ ਕਦੋਂ ਹੋਇਆ ਜੀ, ਤਾਂ ਤੁਸੀਂ ਕਹੋਗੇ ਜੀ 1 ਜਨਵਰੀ 1949 ਨੂੰ RBI ਹੈ ਜਿਹੜਾ ਉਹ ਨੈਸ਼ਨਲਾਈਜ਼ ਹੋਇਆ ਜੀ, ਰਾਸ਼ਟਰੀਕਰਨ ਹੋਇਆ, ਠੀਕ ਹੈ ਜੀ ਗੱਲ। RBI ਦਾ ਹੈੱਡਕੁਆਟਰ ਕਿੱਥੇ ਹੈ, ਤੁਸੀਂ ਕਹੋਗੇ ਜੀ ਮੁੰਬਈ ਦੇ ਵਿੱਚ ਹੈ, ਠੀਕ ਹੈ। RBI ਦੇ ਪਹਿਲੇ ਗਵਰਨਰ ਕੌਣ ਸੀ, ਤਾਂ ਤੁਸੀਂ ਕਹੋਗੇ ਜੀ ਸਰ ਔਸਬੋਰਨ ਸਮਿਥ,
ਸਰ ਔਸਬੋਰਨ ਸਮਿਥ ਸੀਗੇ ਜਿਹੜੇ ਉਹ RBI ਦੇ ਪਹਿਲੇ ਗਵਰਨਰ ਸੀ। ਪਹਿਲੇ ਭਾਰਤੀ ਗਵਰਨਰ RBI ਦੇ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ CD ਦੇਸ਼ਮੁਖ। ਠੀਕ ਹੈ, RBI ਦੇ ਹੁਣ ਜਿਹੜੇ ਪ੍ਰੈਜ਼ੀਡੈਂਟ ਨੇ, ਮਤਲਬ ਜਿਹੜੇ, ਠੀਕ ਹੈ ਜੀ ਗੱਲ, ਗਵਰਨਰ ਨੇ ਕੌਣ ਨੇ ਜੀ, ਤਾਂ ਤੁਸੀਂ ਕਹੋਗੇ ਜੀ ਸ਼ਕਤੀਕਾਂਤ ਦਾਸ। ਠੀਕ ਹੈ ਜੀ ਗੱਲ, ਤਾਂ ਧਿਆਨ ਰੱਖਿਓ ਇਹ ਸਾਰੀਆਂ ਗੱਲਾਂ ਇਹ ਇੰਪੋਰਟੈਂਟ ਨੇ। ਅਤੇ RBI ਦਾ ਲੋਗੋ ਤੁਸੀਂ ਯਾਦ ਕਰ ਸਕਦੇ ਹੋ ਜੀ ਟਾਈਗਰ ਅੰਡਰ ਪਾਮ ਟਰੀ। ਦੇਖਿਓ ਧਿਆਨ ਦੇ ਨਾਲ ਜੀ, ਟਾਈਗਰ ਅੰਡਰ ਪਾਮ ਟਰੀ ਦੇ ਥੱਲੇ ਕੀ ਹੈ ਜੀ, ਟਾਈਗਰ ਬੈਠਾ ਹੁੰਦਾ ਹੈ। ਤਾਂ ਯਾਦ ਰੱਖਿਓ, ਇੰਪੋਰਟੈਂਟ ਹੈ। ਤਾਂ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖਿਓ ਨਬਾਰਡ ਦੇ ਨਾਲ ਸੰਬੰਧਿਤ, ਇਦੋਂ ਬਾਹਰ ਕੁਐਸਚਨ ਨਹੀਂ ਆਊਗਾ ਨਬਾਰਡ ਦੇ ਵਿੱਚ। ਠੀਕ ਹੈ ਜੀ ਗੱਲ। ਸਾਈਕਲਿਸਟ ਬੈਂਡਸ ਹਿਜ਼ ਬੋਡੀ ਟੂਵਰਡਸ ਦਾ ਸੈਂਟਰ ਔਨ ਆ ਟਰਨ ਯੂਜ਼ ਆ ਵਿੱਚ ਫੋਰਸ। ਦੇਖੋ ਜੀ, ਜਦੋਂ ਸਾਈਕਲ ਹੈ ਜਿਹੜਾ ਆਪਾਂ ਤੁਸੀਂ ਮੋੜਦੇ ਹੋ ਅਤੇ ਆਪਣੀ ਬੋਡੀ ਦਾ ਝੁਕਾਅ ਕਰ ਲੈਂਦੇ ਹੋ, ਤਾਂ ਉੱਥੇ ਜਿਹੜੀ ਫੋਰਸ ਲੱਗਦੀ ਹੈ ਉਹ ਕਿਹੜੀ ਫੋਰਸ ਲੱਗਦੀ ਹੈ, ਸਾਇੰਸ ਦਾ ਕੁਐਸਚਨ ਹੈ ਜੀ। ਤਾਂ ਇਹਦਾ ਜਿਹੜਾ ਸਹੀ ਜਵਾਬ ਆਊਗਾ ਜੀ ਸੈਂਟਰੀਪੀਟਲ ਫੋਰਸ ਆਊਗਾ ਜੀ। ਸੈਂਟਰੀਪੀਟਲ ਫੋਰਸ ਹੈ ਜਿਹੜਾ ਉਹ ਇਹਦਾ ਸਹੀ ਆਨਸਰ ਹੈ। ਪੇਪਰ ਦੇ ਵਿੱਚ ਨਾ ਸੈਂਟਰੀਪੀਟਲ ਫੋਰਸ ਅਤੇ ਸੈਂਟਰੀਫਿਊਗਲ ਫੋਰਸ 'ਤੇ ਕੁਐਸਚਨ ਪੱਕਾ ਹੀ ਆਉਂਦਾ ਗਾ। ਠੀਕ ਹੈ ਜੀ ਗੱਲ, ਬਾਹਲਾ ਡੀਪ ਨਾ ਪੜ੍ਹਿਓ, ਬਸ ਮੇਨ ਪੜ੍ਹ ਲਿਓ ਜੀ। ਪੇਪਰ 'ਚ ਬਸ ਐਂ ਪੁੱਛ ਲੈਂਦੇ, ਜਿਵੇਂ ਦੁੱਧ ਤੋਂ ਦਹੀਂ ਆਪਾਂ ਬਣਾਉਣੇ ਆ, ਮਤਲਬ ਜਦੋਂ ਉਹਨੂੰ ਰਿੜਕਦੇ ਆ ਤਾਂ ਕਿਹੜੀ ਫੋਰਸ ਲੱਗਦੀ ਹੈ, ਤਾਂ ਉਦੋਂ ਸੈਂਟਰੀਫਿਊਗਲ ਫੋਰਸ ਲੱਗਦੀ ਹੈ। ਠੀਕ ਹੈ ਨਾ ਗੱਲ। ਜਦੋਂ ਮਸ਼ੀਨ 'ਚ ਕੱਪੜੇ ਧੋਣੇ ਹੋ, ਵਾਸ਼ਿੰਗ ਮਸ਼ੀਨ ਪੇਪਰ 'ਚ ਪੁੱਛ ਲੈਂਦੇ ਆ ਕਿਹੜੀ ਮਤਲਬ ਫੋਰਸ ਲੱਗਦੀ ਹੈ ਵਾਸ਼ਿੰਗ ਮਸ਼ੀਨ ਦੇ ਵਿੱਚ, ਤਾਂ ਤੁਸੀਂ ਕਹੋਗੇ ਜੀ ਸੈਂਟਰੀਫਿਊਗਲ। ਠੀਕ ਹੈ, ਜਦੋਂ ਬਾਈਕਰ ਬਾਈਕ ਮੋੜਦਾ ਉਦੋਂ ਸੈਂਟਰੀਪੀਟਲ ਫੋਰਸ ਲੱਗਦੀ ਹੈ। ਜਦੋਂ ਆਪਾਂ ਮਤਲਬ ਰਿੜਕਦੇ ਹਾਂ ਦਹੀਂ ਨੂੰ, ਠੀਕ ਹੈ ਜੀ ਗੱਲ, ਜਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਕੀ ਹੈ, ਜੇ ਆਪਾਂ ਕੱਪੜੇ ਮਤਲਬ ਰੋਟੇਟ ਕਰਦੀ ਹੈ ਤਾਂ ਉੱਥੇ ਕਿਹੜੀ ਫੋਰਸ ਲੱਗਦੀ ਹੈ, ਸੈਂਟਰੀਫਿਊਗਲ ਫੋਰਸ ਲੱਗਦੀ ਹੈ। ਠੀਕ ਹੈ ਨਾ ਗੱਲ ਜੀ। ਇਹ ਵਾਈਨ ਲਾਈਨਰ ਨੇ, ਮਤਲਬ ਇਹਨਾਂ ਨੂੰ ਯਾਦ ਰੱਖੋਗੇ ਐਜ਼ ਇਟ ਇਜ਼। ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਮੈਂ ਤੁਹਾਨੂੰ ਸਾਇੰਸ ਦਾ ਥੋੜ੍ਹਾ ਜਿਹਾ ਦੱਸ ਦਿੰਦਾ ਜੀ। ਤੁਹਾਨੂੰ ਨਾ ਯੂਨਿਟਸ ਪਤਾ ਹੋਣੇ ਚਾਹੀਦੇ ਨੇਗੇ, ਜਿਵੇਂ ਪ੍ਰੈਸ਼ਰ ਦਾ ਪੁੱਛ ਲੈਣ ਪੇਪਰ 'ਚ। ਪ੍ਰੈਸ਼ਰ ਦੇ ਮਤਲਬ ਕਿ ਨਾ ਮਿਲਾਣ ਚਿੰਨ੍ਹ ਪਾਉਣ ਲੱਗ ਗਿਆ ਜੀ ਹੁਣ ਪੇਪਰ 'ਚ। ਪ੍ਰੈਸ਼ਰ ਦੇ ਯੂਨਿਟ ਨੇ ਜਿਹੜੇ ਉਹ ਕੀ ਨੇ ਜੀ, ਪਾਸਕਲ ਨੇ। ਬੱਚਿਓ ਇਹ 5-5 ਮਿੰਟ ਦੇ ਟੌਪਿਕ ਨੇ, ਜੇ ਤੁਸੀਂ ਮਤਲਬ ਪ੍ਰੋਪਰ ਇੱਕ ਨਾ ਸ਼ਡਿਊਲ ਬਣਾ ਲਿਆ ਕਰੋ ਅਤੇ ਉਹਨੂੰ ਜ਼ਰੂਰ ਪੜ੍ਹ ਲਿਆ ਕਰੋ। ਠੀਕ ਹੈ, ਇਹ ਆ ਜਾਂਦੇ ਨੇ ਪੇਪਰ ਦੇ ਵਿੱਚ। ਠੀਕ ਹੈ, ਚੀਜ਼ ਨੋਰਮਲ ਹੈ ਪਰ ਆਪਾਂ ਇਹਨੂੰ ਔਖਾ ਬਣਾਈ ਬੈਠੇ ਹਾਂ। ਠੀਕ ਹੈ, ਟੌਪਿਕ ਜਿਹੜਾ 5 ਤੋਂ 7 ਮਿੰਟ ਦਾ, ਜੇ ਚੰਗੀ ਤਰ੍ਹਾਂ ਇਹਨੂੰ ਕਰ ਲਓਗੇ। ਮੇਨ ਕਰਨੇ ਹੁੰਦੇ ਨੇ ਆਪਾਂ, ਬਾਹਲੇ ਇੰਪੋਰਟੈਂਟ ਨਹੀਂ ਮਤਲਬ ਬਾਹਲੇ ਜ਼ਿਆਦਾ ਨਹੀਂ ਕਰਨੇ ਹੁੰਦੇ। ਠੀਕ ਹੈ ਜੀ। ਪ੍ਰੈਸ਼ਰ ਦੇ ਜਿਹੜੇ ਯੂਨਿਟ ਨੇ ਉਹ ਕੀ ਨੇ ਜੀ, ਪਾਸਕਲ ਨੇ। ਠੀਕ ਹੈ, ਪਾਵਰ ਦੇ ਪੁੱਛ ਲੈਣ, ਕਿਉਂਕਿ ਪੁੱਛੇ ਜਾਂਦੇ ਨੇ ਪੇਪਰ 'ਚ। ਪਾਵਰ ਦੇ ਹੈਗੇ ਜੀ ਜਿਹੜੇ ਵਾਟ ਨੇ। ਠੀਕ ਹੈ ਜੀ, ਵਾਟ ਹੈ। ਫ੍ਰੀਕੁਐਂਸੀ ਦੇ ਜਿਹੜੇ ਯੂਨਿਟ ਨੇ ਉਹ ਕੀ ਨੇ ਜੀ, ਹਰਟਜ਼ ਨੇ। ਠੀਕ ਹੈ, ਅਤੇ ਲੈਂਥ ਦੇ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਮੀਟਰ ਹੈ। ਟਾਈਮ ਦੇ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਸੈਕਿੰਡ ਹੈ। ਮਾਸ ਦੇ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਕਿਲੋਗ੍ਰਾਮ ਹੈ। ਠੀਕ ਹੈ, ਆਪਾਂ ਉੱਥੇ ਐਂ ਉਲਝੀ ਜਾਂਦੇ ਰਹਿੰਦੇ ਹਾਂ। ਠੀਕ ਹੈ ਜੀ ਗੱਲ। ਤਾਂ ਸਿੰਪਲ ਕੰਸੈਪਟ ਹੈ, ਇਹਨੂੰ ਧਿਆਨ ਦੇ ਨਾਲ ਰੀਡ ਕਰਿਓ। ਹੋਰ ਤੁਹਾਨੂੰ ਮੈਂ ਦੱਸ ਦਿੰਦਾ, ਜਿਵੇਂ ਤੁਹਾਨੂੰ ਪੁੱਛ ਲੈਣ ਟਾਈਮ ਦਾ ਮੈਂ ਤੁਹਾਨੂੰ ਦੱਸ ਚੁੱਕਿਆ ਜੀ ਸੈਕਿੰਡ। ਵਰਕ ਐਂਡ ਐਨਰਜੀ ਦੇ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੌਲ ਹੈ ਜੀ, ਜੂਲ ਕਹਿੰਦੇ ਜਾਂ ਜੌਲ ਕਹਿ ਲਓ, ਕੁਛ ਮਰਜ਼ੀ ਕਹਿ ਲਓ। ਇਲੈਕਟ੍ਰਿਕ ਕਰੰਟ ਦੇ ਪੁੱਛ ਲੈਣ, ਇਲੈਕਟ੍ਰਿਕ ਕਰੰਟ ਦੇ ਤੁਹਾਨੂੰ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਅੰਪੀਅਰ ਨੇ। ਠੀਕ ਹੈ, ਇਲੈਕਟ੍ਰਿਕ ਕਰੰਟ ਹੈ ਜਿਹੜਾ ਉਹ ਕਾਹਦੇ ਨਾਲ ਮਾਪਿਆ ਜਾਂਦਾ, ਤੁਸੀਂ ਕਹੋਗੇ ਜੀ ਅੰਪੀਅਰ ਦੇ ਨਾਲ, ਐਮੀਟਰ ਦੇ ਨਾਲ। ਇਲੈਕਟ੍ਰਿਕ ਕਰੰਟ ਦੇ ਯੂਨਿਟ ਕੀ ਨੇ ਜੀ, ਅੰਪੀਅਰ ਹੈ। ਅਤੇ ਮਾਪਿਆ ਕਾਹਦੇ ਨਾਲ ਜਾਂਦਾ ਜੀ, ਐਮੀਟਰ ਦੇ ਨਾਲ ਜਾਂਦਾ ਜੀ। ਠੀਕ ਹੈ, ਇਲੈਕਟ੍ਰਿਕ ਚਾਰਜ ਪੁੱਛ ਲੈਣ। ਠੀਕ ਹੈ, ਇਲੈਕਟ੍ਰਿਕ ਕਰੰਟ ਅਤੇ ਇਲੈਕਟ੍ਰਿਕ ਚਾਰਜ ਨੂੰ ਕਨਫਿਊਜ਼ ਨਾ ਕਰ ਜਿਓ। ਇਲੈਕਟ੍ਰਿਕ ਚਾਰਜ ਦੇ ਜਿਹੜੇ ਯੂਨਿਟ ਨੇ ਜੀ ਉਹ ਕੀ ਨੇ, ਕੂਲਮ ਨੇ। ਠੀਕ ਹੈ ਜੀ ਗੱਲ। ਮੈਗਨੈਟਿਕ ਫਲਕਸ ਦੇ ਪੁੱਛ ਲੈਣ, ਮੈਗਨੈਟਿਕ ਫਲਕਸ ਦੇ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਵੀਵਰ ਨੇ। ਠੀਕ ਹੈ ਜੀ ਗੱਲ। ਤਾਂ ਰਿਪੀਟ ਕਰ ਲਿਓ ਇਹਨੂੰ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਕੁਐਸਚਨ ਦਾ ਉਹ ਕੀ ਆਊਗਾ ਜੀ, ਸੈਂਟਰੀਪੀਟਲ ਫੋਰਸ ਆਊਗਾ ਜੀ। ਠੀਕ ਹੈ ਜੀ ਗੱਲ। ਟੋਟਲ ਹਾਈਮਜ਼ ਇਨ ਰਿਗਵੇਦ ਦੇ ਵਿੱਚ ਟੋਟਲ ਕਿੰਨੇ ਹਾਈਮਜ਼ ਨੇ, ਤਾਂ 1028 ਹਾਈਮਜ਼ ਨੇ ਜੀ। ਠੀਕ ਹੈ ਜੀ ਗੱਲ। ਰਿਗਵੈਦ ਓਲਡੈਸਟ ਕੀ ਹੈ ਜੀ, ਆਪਣਾ ਸਕ੍ਰਿਪਚਰ ਹੈ ਜੀ। ਠੀਕ ਹੈ, ਯਾਦ ਰੱਖਿਓ ਪੇਪਰ 'ਚ ਪੁੱਛ ਲੈਂਦੇ ਆ। ਰਿਗਵੈਦ ਦੇ ਵਿੱਚ ਕਿੰਨੇ ਹਾਈਮਜ਼ ਨੇ, 1028 ਹਾਈਮਜ਼ ਨੇ ਜੀ। ਕਿੰਨੇ ਮੰਡਲਸ ਨੇ, ਤਾਂ ਤੁਸੀਂ ਕਹੋਗੇ ਜੀ 10 ਮੰਡਲਸ ਨੇ। ਠੀਕ ਹੈ ਜੀ। ਲਾਸਟ ਮੰਡਲ ਹੈ ਜਿਹੜਾ ਉਹ ਕਿਹੜਾ ਮੰਡਲ ਹੈ ਜੀ, ਤਾਂ ਤੁਸੀਂ ਕਹੋਗੇ ਜੀ ਪੁਰਸ਼ੋਕਤਾ ਮੰਡਲ ਹੈ ਜੀ, ਪੁਰਸ਼ੋਕਤਾ ਮੰਡਲ। ਠੀਕ ਹੈ ਜੀ ਗੱਲ। ਰਿਗਵੈਦ ਬਸ ਓਲਡੈਸਟ ਸਕ੍ਰਿਪਚਰ ਨਾਊਨ। ਠੀਕ ਹੈ ਜੀ ਗੱਲ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ। ਅਤੇ ਰਿਗਵੈਦ ਦੇ ਨਾਲ ਸੰਬੰਧਿਤ ਆਪਾਂ ਹੋਰ ਰਿਗਵੈਦ ਤੁਹਾਡਾ ਹੋ ਗਿਆ ਜੀ। ਇੱਕ ਹੁੰਦਾ ਜੀ ਸਾਮਵੇਦ, ਇੱਕ ਹੁੰਦਾ ਯਜੁਰਵੇਦ, ਇੱਕ ਹੁੰਦਾ ਅਥਰਵੇਦ। ਪੇਪਰ 'ਚ ਸਿੱਧਾ ਪੁੱਛ ਲੈਂਦਾ ਸਾਮਵੇਦ ਕਿਹਦੇ ਬਾਰੇ ਦੱਸਦਾ ਜੀ, ਤਾਂ ਉਹ ਦੱਸਦਾ ਜੀ ਕਲੈਕਸ਼ਨ ਆਫ ਮੈਲੋਡੀਜ਼, ਜਿਹਨੂੰ ਆਪਾਂ ਕਹਿੰਦੇ ਹਾਂ ਬੁੱਕ ਆਫ ਚੈਂਟਸ। ਠੀਕ ਹੈ ਜੀ ਗੱਲ। ਯਜੁਰਵੇਦ ਜਿਹੜਾ ਦੱਸਦਾ ਉਹ ਕਿਹਦੇ ਬਾਰੇ ਦੱਸਦਾ ਜੀ, ਸੈਕਰੀਫਾਈਸ ਐਂਡ ਯੋਜਨਾਜ਼ ਦੇ ਬਾਰੇ ਦੱਸਦਾ ਜੀ। ਅਥਰਵੇਦ ਕਿਹਦੇ ਬਾਰੇ ਦੱਸਦਾ ਜੀ, ਚਾਰਮਸ ਐਂਡ ਸਪੈਲਸ ਦੇ ਬਾਰੇ ਦੱਸਦਾ। ਠੀਕ ਹੈ ਜੀ ਗੱਲ। ਚਾਰਮਸ ਐਂਡ ਸਪੈਲਸ ਮਤਲਬ ਜਿਵੇਂ ਮੈਜੀਕਲ ਪਾਵਰਸ, ਹੈ ਨਾ, ਜਾਦੂ ਟੂਣਾ ਵਗੈਰਾ ਦੱਸਦਾ, ਉਹ ਕਿਹੜਾ ਦੱਸਦਾ ਜੀ, ਅਥਰਵੇਦ। ਧਿਆਨ ਰੱਖਿਓ, ਇੰਪੋਰਟੈਂਟ ਹੈ ਜੀ। ਠੀਕ ਹੈ, ਰਿਗਵੈਦ ਦੇ ਵਿੱਚ ਪੇਪਰ 'ਚ ਪੁੱਛਿਆ ਹੋਇਆ ਕੁਐਸਚਨ ਹੈ ਜੀ, ਪੰਜਾਬ ਦੇ ਵਿੱਚ ਰਿਗਵੈਦ ਦੇ ਵਿੱਚ 6ਵੇਂ ਦਰਿਆ ਵਜੋਂ ਕਿਹਨੂੰ ਜਾਣਿਆ ਜਾਂਦਾ ਜੀ, ਤਾਂ ਤੁਸੀਂ ਕਹੋਗੇ ਜੀ ਇੰਦਸ ਨੂੰ ਜਾਣਿਆ ਜਾਂਦਾ। ਠੀਕ ਹੈ ਜੀ ਗੱਲ। ਇੰਦਸ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਸਿੰਧੂ ਕਿਹਾ ਜਾਂਦਾ ਜੀ, ਰਿਗਵੈਦਿਕ ਨੇਮ ਹੈ ਜੀ ਇਹ। ਠੀਕ ਹੈ, ਅਤੇ ਹੋਰ ਆਪਾਂ ਰਿਗਵੈਦਿਕ ਨੇਮ ਨਦੀਆਂ ਦੇ ਪੜ੍ਹ ਲੈਂਦੇ ਹਾਂ, ਜਿਵੇਂ ਰਾਵੀ ਨੂੰ
ਰਾਵੀ ਦਾ ਰਿਗਵੈਦਿਕ ਨੇਮ ਕੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਪਾਰੂਸ਼ਨੀ। ਠੀਕ ਹੈ ਜੀ। ਬਿਆਸ ਦਾ ਪੁੱਛ ਲੈਣ ਤੁਹਾਨੂੰ ਰਿਗਵੈਦਿਕ ਨੇਮ ਕੀ ਹੈ ਜੀ, ਤਾਂ ਤੁਸੀਂ ਕਹੋਗੇ ਜੀ ਵਿਪਾਸ। ਠੀਕ ਹੈ ਜੀ। ਸਤਲੁਜ ਦਾ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਸਤੂਦਰੀ। ਚੈਨਾਬ ਦਾ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਐਸਕੀਨੀ। ਠੀਕ ਹੈ ਜੀ ਗੱਲ। ਅਤੇ ਰਾਵੀ, ਬਿਆਸ, ਸਤਲੁਜ, ਜੇਹਲਮ ਦਾ ਪੁੱਛ ਲੈਣ ਦੱਸਤਾ ਜੀ, ਜੇਹਲਮ ਦਾ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਵਿਤਾਸਤਾ। ਠੀਕ ਹੈ ਜੀ। ਸਰਸਵਤੀ ਦਾ ਪੁੱਛ ਲੈਣ ਤੁਸੀਂ ਕਹੋਗੇ ਜੀ ਨਦੀ ਤਾਰਾ। ਠੀਕ ਹੈ ਜੀ ਗੱਲ। ਰਿਗਵੈਦ ਦੇ ਵਿੱਚ ਸਾਰਿਆਂ ਨਾਲੋਂ ਪਾਇਸ ਰਿਵਰ ਮਤਲਬ ਪਵਿੱਤਰ ਜਿਹੜੀ ਨਦੀ ਆ ਉਹ ਕਿਹੜੀ ਹੈ ਜੀ, ਤਾਂ ਸਰਸਵਤੀ ਹੈ ਜੀ। ਠੀਕ ਹੈ। ਰਿਗਵੈਦ ਦੇ ਵਿੱਚ ਸਾਰਿਆਂ ਨਾਲੋਂ ਵੱਧ ਵਾਰ ਜਿਹੜੀ ਮੈਂਸ਼ਨ ਕੀਤੀ ਗਈ ਨਦੀ ਆ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਇੰਪੋਰਟੈਂਟ ਕੁਐਸਚਨ ਹੈ ਜੀ। ਤਾਂ 1028 ਇਹਦਾ ਕੁਐਸਚਨ ਤਾਂ ਅੱਗੇ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਵਿਚ ਆਰਕਿਓਲੋਜਿਸਟ ਡਿਸਕਵਰਡ ਦਾ ਸਾਈਟ ਆਫ ਲੋਥਲ। ਲੋਥਲ ਇੱਕ ਸਾਈਟ ਹੈ ਜੀ ਹੜੱਪਾ ਸੱਭਿਅਤਾ ਦੀ, ਇੰਦਸ ਵੈਲੀ ਸਿਵਲਾਈਜੇਸ਼ਨ ਦੀ। ਠੀਕ ਹੈ। ਸਾਰਿਆਂ ਨੇ ਇੱਕ ਟੌਪਿਕ ਇਹ ਪੜ੍ਹਿਆ ਹੋਊਗਾ। ਤਾਂ ਲੋਥਲ ਹੈ ਜਿਹੜੀ ਉਹ ਕਿਹਨੇ ਡਿਸਕਵਰ ਕੀਤੀ ਹੈ, ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਜੀ SR ਰਾਓ। ਠੀਕ ਹੈ। ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਜੀ, ਇੰਦਸ ਵੈਲੀ ਸਿਵਲਾਈਜੇਸ਼ਨ ਕਦੋਂ ਤੋਂ ਕਦੋਂ ਤੱਕ ਚੱਲੀ ਹੈ ਜੀ। ਸਿੰਧੂ ਘਾਟੀ ਦੀ ਸੱਭਿਅਤਾ ਜਿਹਨੂੰ ਪੰਜਾਬੀ 'ਚ ਕਹਿੰਦੇ ਜੀ 2500 ਤੋਂ 1750 BC ਚੱਲੀ ਹੈ ਜੀ। ਠੀਕ ਹੈ। ਇਹਦੇ ਵਿੱਚ ਸਾਰਿਆਂ ਨਾਲੋਂ ਪਹਿਲਾ ਸ਼ਹਿਰ ਲੱਭਿਆ ਸੀ ਜੀ, ਉਹ ਜਿਹੜਾ ਲੱਭਿਆ ਸੀ ਹੜੱਪਾ ਲੱਭਿਆ ਸੀ, ਤਾਂ ਕਰਕੇ ਇਹਨੂੰ ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ ਹੈ। ਠੀਕ ਹੈ। ਜੌਹਨ ਮਾਰਸ਼ਲ ਨੇ ਕੀ ਹੈ ਜੀ ਸਾਰਿਆਂ ਨਾਲੋਂ ਪਹਿਲੀ ਵਾਰ ਦੱਸਿਆ ਸੀਗਾ ਕਿ ਇੱਥੇ ਕੋਈ ਜੀ ਸੱਭਿਅਤਾ ਜਿਹੜੀ ਉਹ ਲੁਕੀ ਹੋਈ ਹੈ। ਠੀਕ ਹੈ ਗੱਲ। ਫਿਰ ਹੜੱਪਾ ਨੂੰ ਜਿਹੜਾ ਲੱਭਿਆ ਪ੍ਰੋਪਰ ਆਰਕੀਓਲੋਜਿਸਟ ਨੇ ਜਿਹੜੇ ਡਿਸਕਵਰ ਕੀਤਾ। ਠੀਕ ਹੈ ਜੀ ਗੱਲ। ਤਾਂ ਉਹਦਾ ਨਾਮ ਰੱਖੋਗੇ ਯਾਦ ਜੀ ਦਿਆਰਾਮ ਸਾਨੀ। ਠੀਕ ਹੈ ਜੀ ਗੱਲ। ਹੜੱਪਾ ਯਾਦ ਰੱਖੋਗੇ। ਇਹਦੇ ਵਿੱਚ ਕੀ ਹੈ ਜੀ 6 ਗ੍ਰੇਨਰੀਜ਼ ਇਨ ਰੋ ਮਿਲੀਆਂ। ਠੀਕ ਹੈ ਜੀ ਗੱਲ। ਇੱਕ ਤੁਸੀਂ ਮੋਹਨਜੋਦਾੜੋ ਨਹੀਂ ਭੁੱਲਣਾ ਹੈਗਾ। ਮੋਹਨਜੋਦਾੜੋ ਕਿਹਨੇ ਲੱਭਿਆ ਜੀ, RD ਬੈਨਰਜੀ ਨੇ ਲੱਭਿਆ ਜੀ। ਠੀਕ ਹੈ ਜੀ ਗੱਲ। ਮੋਹਨਜੋਦਾੜੋ ਕੀ ਹੈ ਜੀ ਇੰਦਸ ਵੈਲੀ ਸਿਵਲਾਈਜੇਸ਼ਨ ਦੀ ਸਾਰਿਆਂ ਨਾਲੋਂ ਵੱਡਾ ਜਿਹੜਾ ਸ਼ਹਿਰ ਹੈ ਜੀ। ਇਹਨੂੰ ਹੋਰ ਕਿਹੜੇ ਨਾਲ ਜਾਣਿਆ ਜਾਂਦਾ ਜੀ, ਮਾਊਂਡ ਆਫ ਡੈਡ, ਮ੍ਰਿਤਕਾਂ ਦਾ ਟਿੱਲਾ ਵੀ ਕਿਹਾ ਜਾਂਦਾ ਕਿ ਇਹਨੂੰ ਜੀ ਮੋਹਨਜੋਦਾੜੋ ਨੂੰ। ਠੀਕ ਹੈ ਜੀ ਗੱਲ। ਅਤੇ ਮੋਹਨਜੋਦਾੜੋ ਤੋਂ ਕੀ ਮਿਲਿਆ ਜੀ, ਇੱਕ ਸੀਲ ਮਿਲੀ ਸੀਗੀ ਜੀ ਕਾਹਦੀ ਜੀ, ਪਸ਼ੂਪਤੀ ਮਹਾਦੇਵਾ ਦੀ। ਠੀਕ ਹੈ ਜੀ ਗੱਲ। ਉਹਦੇ ਉੱਤੇ ਜਿਹੜੇ ਟੋਟਲ ਜਾਨਵਰ ਸੀਗੇ ਉਹ ਕਿੰਨੇ ਸੀਗੇ, 6 ਸੀਗੇ, ਪਰ ਕਿੰਨੇ ਤਰ੍ਹਾਂ ਦੇ ਸੀ, ਉਹ 5 ਤਰ੍ਹਾਂ ਦੇ ਸੀਗੇ। ਠੀਕ ਹੈ ਨਾ ਜੀ ਗੱਲ। ਧਿਆਨ ਰੱਖਿਓ ਟੋਟਲ ਜਿਹੜੇ ਐਨੀਮਲਸ ਸੀਗੇ ਉਹ ਕਿੰਨੇ ਸੀਗੇ, 6 ਸੀਗੇ, ਪਰ ਕਿੰਨੇ ਤਰ੍ਹਾਂ ਦੇ ਸੀ, 5 ਸੀ। ਜਿਹੜੇ 5 ਕਿੰਨੇ ਤਰ੍ਹਾਂ ਦੇ ਸੀਗੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਠੀਕ ਹੈ ਜੀ ਗੱਲ, ਤਾਂ ਯਾਦ ਰੱਖੋਗੇ। ਤਾਂ ਇਹ ਜਿਹੜੇ ਤੁਸੀਂ 5 ਦੇ 5 ਨੇ ਮਤਲਬ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣੇ ਨੇ। ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ JP ਜੋਸ਼ੀ ਨੇ ਜਿਹੜਾ ਫਾਊਂਡ ਕੀਤਾ ਜੀ ਉਹ ਢੋਲਾਵੀਰਾ ਕੀਤਾ ਜੀ, ਢੋਲਾਵੀਰਾ। ਠੀਕ ਹੈ ਜੀ ਗੱਲ। ਯਾਦ ਰੱਖੋਗੇ। YD ਸ਼ਰਮਾ ਨੇ ਆਪਾਂ ਥੋੜ੍ਹਾ ਜਿਹਾ ਸਾਫ਼ ਲਿਖ ਲੈਂਦੇ ਹਾਂ ਜੀ। YD ਸ਼ਰਮਾ ਨੇ ਜਿਹੜਾ ਸ਼ਹਿਰ ਫਾਊਂਡ ਕੀਤਾ ਜੀ ਉਹ ਕਿਹੜਾ ਫਾਊਂਡ ਕੀਤਾ ਜੀ, ਰੋਪੜ। ਠੀਕ ਹੈ ਜੀ ਗੱਲ। ਰੋਪੜ ਦੇ ਵਿੱਚ ਬੇਸਿਕਲੀ ਮਿਲਿਆ ਕੀ ਹੈ ਜੀ, ਟਰੇਸਸ ਆਫ ਡੌਗ। ਪੇਪਰ 'ਚ ਪੁੱਛਦੇ ਨੇ ਜੀ, ਟਰੇਸਸ ਆਫ ਡੌਗ ਬਰੀਡ ਵਿਦ ਮੈਨ, ਮਤਲਬ ਕੁੱਤੇ ਨੂੰ ਇੱਕ ਮੈਨ ਦੇ ਨਾਲ ਦਫਨਾਇਆ ਗਿਆ ਜੀ। ਅਤੇ ਕਿੱਥੇ ਮਿਲਿਆ ਜੀ, ਉਹ ਰੋਪੜ ਦੇ ਵਿੱਚ ਮਿਲਿਆ। ਠੀਕ ਹੈ। ਇੱਕ ਤੁਸੀਂ ਕਾਲੀਆਂ ਬੰਗਾ ਯਾਦ ਰੱਖ ਲਿਓ, ਕਾਲੀਆਂ ਬੰਗਾ ਜੀ। ਠੀਕ ਹੈ। ਕਿੱਥੇ ਹੈ ਜੀ, ਰਾਜਸਥਾਨ ਦੇ ਵਿੱਚ। ਠੀਕ ਹੈ। ਅਤੇ ਕਾਲੀਆਂ ਬੰਗਾ ਦੇ ਵਿੱਚ ਕੀ ਮਿਲਿਆ ਜੀ, ਬੋਨਜ਼ ਆਫ ਕੈਮਲ ਮਿਲਿਆ ਜੀ। ਠੀਕ ਹੈ ਜੀ ਗੱਲ। ਅਤੇ ਇੱਕ ਵੁਡਨ ਪਲੋ ਮਿਲਿਆ, ਲੱਕੜ ਦਾ ਹਲ ਮਿਲਿਆ ਜੀ। ਠੀਕ ਹੈ ਜੀ ਗੱਲ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ। ਹੋਰ ਆਪਾਂ ਕੀ ਯਾਦ ਕਰ ਸਕਦੇ ਹਾਂ ਜੀ, ਮੇਨ ਫਸਲਾਂ ਸੀਗੀਆਂ ਜਿਹੜੀਆਂ ਇੰਦਸ ਵੈਲੀ ਸਿਵਲਾਈਜੇਸ਼ਨ ਦੇ ਦੌਰਾਨ ਜੀ ਕਿਹੜੀਆਂ ਕਿਹੜੀਆਂ ਸੀਗੀਆਂ ਜੀ, ਵੀਟ ਅਤੇ ਬਾਰਲੇ। ਠੀਕ ਹੈ ਜੀ। ਅਤੇ ਕਾਟਨ ਸੀਗੀ ਜਿਹੜੀ ਸਾਰਿਆਂ ਨਾਲੋਂ ਪਹਿਲੀ ਫਸਲ ਸੀਗੀ, ਪੇਪਰ 'ਚ ਪੁੱਛ ਲੈਂਦੇ ਆ। ਠੀਕ ਹੈ ਜੀ ਗੱਲ। ਸਮੇਰੀਆ ਦੇ ਲੋਕ ਸੀਗੇ ਜਿਹੜੇ ਕਾਟਨ ਨੂੰ ਕੀ ਕਹਿੰਦੇ ਸੀਗੇ, ਸਿੰਡਨ ਕਹਿੰਦੇ ਸੀਗੇ, ਸਿੰਡੌਨ। ਠੀਕ ਹੈ ਜੀ ਗੱਲ। ਸਿੰਡਨ ਜਾਂ ਸਿੰਡੌਨ। ਠੀਕ ਹੈ। ਅਤੇ ਪਹਿਲੀ ਜਿਹੜੀ ਧਾਤ ਸੀਗੀ ਉਹ ਕਿਹੜੀ ਸੀਗੀ, ਕਾਪਰ ਸੀਗੀ। ਠੀਕ ਹੈ। ਆਇਰਨ ਨਾਲ ਲਾ ਦਿਓ ਚੱਕ ਕੇ। ਆਇਰਨ ਤਾਂ ਜਾ ਕੇ ਕੀ ਹੈ ਜੀ 600 BC ਦੇ ਵਿੱਚ ਜਾ ਕੇ ਆਇਰਨ ਆ ਜਿਹੜੀ ਉਹ ਲੱਭੀ ਗਈ ਸੀਗੀ। ਠੀਕ ਹੈ ਗੱਲ। ਤਾਂ ਧਿਆਨ ਰੱਖਿਓ ਆਇਰਨ ਬਾਰੇ ਇੰਦਸ ਪੀਪਲ ਨੂੰ ਨਹੀਂ ਪਤਾ ਸੀਗਾ। ਠੀਕ ਹੈ ਗੱਲ। ਅਤੇ ਲਾਇਨ ਬਾਰੇ ਵੀ ਕੀ ਹੈ ਜੀ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਨਹੀਂ ਜਾਣਦੇ ਸੀ। ਤਾਂ ਸਾਰੇ ਇਹ ਆਪਦੇ ਵਿੱਚ ਕੀ ਹੈ ਜੀ ਇਹ ਕੁਐਸਚਨਸ ਨੇ। ਇੱਕ ਮੈਂ ਤੁਹਾਨੂੰ ਹੋਰ ਸੁਪਰ ਇੰਪੋਰਟੈਂਟ ਕੁਐਸਚਨ ਦੱਸ ਦਿੰਦਾ ਜੀ। ਇੱਕ ਸਾਈਟ ਹੈ ਜੀ ਲੋਥਲ। ਠੀਕ ਹੈ ਜੀ ਗੱਲ। ਲੋਥਲ ਹੈ ਜੀ। ਠੀਕ ਹੈ। ਜਿਹਦੇ ਉੱਤੇ ਕੁਐਸਚਨ ਹੈ ਜੀ SR ਰਾਓ ਨੇ ਲੱਭੀ ਸੀਗੀ। ਠੀਕ ਹੈ ਜੀ ਗੱਲ। ਲੋਥਲ ਤੋਂ ਮਿਲਿਆ ਕੀ ਹੈ ਜੀ, ਡੌਕ ਯਾਰਡ ਮਿਲਿਆ ਜੀ। ਠੀਕ ਹੈ। ਇੱਕ ਰਾਈਸ ਹਸਕ ਵੀ ਕਿੱਥੋਂ ਮਿਲਿਆ ਜੀ, ਲੋਥਲ ਤੋਂ ਮਿਲਿਆ। ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ ਸਾਰੀਆਂ ਗੱਲਾਂ ਇੰਪੋਰਟੈਂਟ ਨੇ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਵਾਜ਼ ਦਾ ਫਾਊਂਡਰ ਆਫ ਹਰਿਅੰਕਾ ਡਾਇਨੈਸਟੀ।
ਹਰਿੰਕਾ ਡਾਇਨੈਸਟੀ ਕੀ ਹੈ ਜੀ, ਪਹਿਲੀ ਡਾਇਨੈਸਟੀ ਸੀਗੀ। ਤਾਂ ਇਹਦੇ ਫਾਊਂਡਰ ਕੌਣ ਸੀਗੇ ਜੀ, ਤਾਂ ਤੁਸੀਂ ਰੱਖੋਗੇ ਯਾਦ ਜੀ ਬਿੰਬੀਸਾਰ। ਬਿੰਬੀਸਾਰ ਤੋਂ ਬਾਅਦ ਕਿਹਨੇ ਸਕਸੀਡ ਕੀਤਾ ਜੀ, ਤਾਂ ਅਜਾਤ ਸ਼ਤਰੂ। ਇੱਕ ਕੁਐਸਚਨ ਲਿਖ ਲਓ ਜੀ ਕਿ ਬਿੰਬੀਸਾਰ ਨੂੰ ਕਿਹਨੇ ਮਾਰਿਆ ਸੀ, ਤਾਂ ਤੁਸੀਂ ਕਹੋਗੇ ਜੀ ਅਜਾਤ ਸ਼ਤਰੂ। ਠੀਕ ਹੈ, ਬਿੰਬੀਸਾਰ ਤੋਂ ਬਾਅਦ ਕੌਣ ਆ ਗਿਆ ਜੀ, ਅਜਾਤ ਸ਼ਤਰੂ ਆ ਗਿਆ। ਅਜਾਤ ਸ਼ਤਰੂ ਤੋਂ ਬਾਅਦ ਕੌਣ ਆ ਗਿਆ ਜੀ, ਉਡੈਨ ਆ ਗਿਆ। ਉਡੈਨ ਨੇ ਕੀ ਕੀਤਾ ਸੀਗਾ ਜੀ, ਪਾਟਲੀਪੁੱਤਰ ਸ਼ਹਿਰ ਵਸਾਇਆ ਸੀਗਾ, ਜਿਹਨੂੰ ਪਟਨਾ ਕਹਿੰਦੇ ਅੱਜ ਕੱਲ੍ਹ। ਠੀਕ ਹੈ ਜੀ ਗੱਲ। ਤੇ ਉਦੋਂ ਬਾਅਦ ਕੌਣ ਆਇਆ ਜੀ, ਨਾਗਡਸਕ ਹੈ ਜਿਹੜਾ ਉਹ ਲਾਸਟ ਰੂਲਰ ਸੀਗਾ ਜੀ ਹਰਿੰਕਾ ਵੰਸ਼ ਦਾ। ਬਿੰਬੀਸਾਰ ਪੇਪਰ 'ਚ ਪੁੱਛ ਲੈਂਦਾ ਕਿਹਦਾ ਕੰਟੈਂਪਰੇਰੀ ਸੀ, ਸਮਕਾਲੀ ਸੀਗਾ। ਤਾਂ ਮਹਾਤਮਾ ਬੁੱਧ ਜੀ ਦਾ ਕੀ ਸੀਗਾ, ਸਮਕਾਲੀ ਸੀਗਾ। ਠੀਕ ਹੈ ਜੀ ਗੱਲ। ਅਤੇ ਮਹਾਤਮਾ ਬੁੱਧ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੁਐਸਚਨ ਦੱਸ ਦਿੰਦਾ ਜੀ ਕਿ ਮਹਾਤਮਾ ਬੁੱਧ ਦਾ ਜਿਹੜਾ ਜਨਮ ਹੋਇਆ ਜੀ 563 BC ਦੇ ਵਿੱਚ ਹੋਇਆ। ਠੀਕ ਹੈ ਜੀ ਗੱਲ। 483 ਦੇ ਵਿੱਚ ਕੀ ਹੋ ਜਾਂਦੀ ਹੈ ਜੀ, ਡੈਥ ਹੋ ਜਾਂਦੀ ਹੈ। ਠੀਕ ਹੈ ਜੀ ਗੱਲ। ਸਦੋਧਾਨਾ ਫਾਦਰ ਦਾ ਨਾਮ ਸੀਗਾ ਜੀ, ਸਦੋਧਾਨਾ ਫਾਦਰ ਦਾ ਨਾਮ ਸੀ। ਮਦਰ ਦਾ ਨਾਮ ਕੀ ਸੀਗਾ ਜੀ, ਮਹਾਮਾਇਆ ਸੀਗਾ। ਠੀਕ ਹੈ ਜੀ ਗੱਲ। 7 ਦਿਨਾਂ ਦੀ ਉਮਰ ਸੀ ਇਹਦੀ ਜਦੋਂ ਇਹਦੀ ਮਾਤਾ ਦੀ ਡੈਥ ਹੋ ਜਾਂਦੀ ਹੈ। ਤਾਂ ਇਹਦੀ ਸਟੈਪ ਮਦਰ ਦਾ ਨਾਮ ਪੇਪਰ 'ਚ ਪੁੱਛ ਲਿਆ ਜਾਂਦਾ ਜੀ, ਮਹਾਪ੍ਰਜਾਪਤੀ ਗੌਤਮੀ। ਠੀਕ ਹੈ ਜੀ ਗੱਲ। ਕਿਹਦੀ, ਮਹਾਤਮਾ ਬੁੱਧ ਦੀ। ਠੀਕ ਹੈ ਜੀ ਗੱਲ। ਅਸ਼ਟਾਂਗਿਕਾ ਮਾਰਗ ਹੈ ਜਿਹੜਾ ਉਹ 8 ਮਾਰਗ ਹੈ ਜਿਹੜਾ ਉਹ ਦੱਸਿਆ ਕਿਹਨੇ ਦੱਸਿਆ ਜੀ, ਮਹਾਤਮਾ ਬੁੱਧ ਨੇ ਦੱਸਿਆ ਜੀ। 4 ਬੁੱਧਿਸਟ ਕੌਂਸਲਾਂ ਹੋਈਆਂ ਨੇ, ਇਹ ਵੀ ਤੁਸੀਂ ਨਹੀਂ ਭੁੱਲਣਾ ਹੈਗਾ। ਕਿਹੜੀਆਂ ਕਿਹੜੀਆਂ ਜੀ, ਰਾਜਗੀਰ ਦੇ ਵਿੱਚ, ਵਿਸ਼ਾਲੀ ਦੇ ਵਿੱਚ, ਠੀਕ ਹੈ, ਪਾਟਲੀਪੁੱਤਰ ਦੇ ਵਿੱਚ ਅਤੇ ਕੁੰਡਲਾਵਨ ਦੇ ਵਿੱਚ। ਠੀਕ ਹੈ ਜੀ। 483 ਦੂਜੀ ਹੋਈ ਜੀ 383 ਦੇ ਵਿੱਚ BC ਦੇ ਵਿੱਚ। ਠੀਕ ਹੈ। ਤੀਜੀ ਹੋਈ 250 BC ਦੇ ਵਿੱਚ। ਠੀਕ ਹੈ ਜੀ। ਚੌਥੀ ਹੋਈ ਹੈ ਜੀ 72 AD ਦੇ ਵਿੱਚ। ਚੌਥੀ ਜਿਹੜੀ ਕਰਾਈ ਸੀਗੀ ਉਹ ਕਿਹਨੇ ਕਰਾਈ ਹੈ ਜੀ, ਕਨਿਸ਼ਕ ਨੇ ਕਰਵਾਈ ਹੈ। ਕਨਿਸ਼ਕ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਸੈਕਿੰਡ ਅਸ਼ੋਕ ਵੀ ਕਿਹਾ ਜਾਂਦਾ ਕਨਿਸ਼ਕ ਨੂੰ। ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਕਨਿਸ਼ਕ ਨੇ ਸਿਲਕ ਰੂਟ ਦੇ ਉੱਤੇ ਕੰਮ ਕੀਤਾ ਸੀ, ਇਹ ਵੀ ਤੁਸੀਂ ਯਾਦ ਰੱਖ ਲਿਓ ਜੀ। ਕਨਿਸ਼ਕ ਨੇ ਕੀ ਕੀਤਾ ਸੀਗਾ ਜੀ, ਸਾਕਾਇਰਾ ਚਲਾਇਆ ਸੀਗਾ 78 AD ਦੇ ਵਿੱਚ। ਕੀ ਚਲਾਇਆ ਸੀਗਾ ਜੀ, ਸਾਕਾਇਰਾ। ਦੇਸੀ ਮਹੀਨੇ ਜਿਵੇਂ ਆਪਾਂ ਕਹਿੰਦੇ ਹਾਂ, ਫਸਟ ਮੰਥ ਜਿਹੜਾ ਸਾਲ ਦਾ, ਇਹਦੇ ਅਨੁਸਾਰ ਕਿਹੜਾ ਸੀਗਾ ਜੀ, ਚੇਤਰ ਸੀਗਾ ਜੀ। ਠੀਕ ਹੈ, ਜਿਹਨੂੰ ਆਪਾਂ ਚੇਤ ਕਹਿੰਦੇ ਹਾਂ। ਅਤੇ ਲਾਸਟ ਮੰਥ ਸੀਗਾ ਜਿਹੜਾ ਉਹ ਕਿਹੜਾ ਸੀਗਾ, ਫਾਲਗਨ, ਜਿਹਨੂੰ ਆਪਾਂ ਕਹਿੰਦੇ ਹਾਂ ਫੱਗਣ। ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ, ਸਾਰੀਆਂ ਗੱਲਾਂ ਇੰਪੋਰਟੈਂਟ ਨੇ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਹੂ ਵਾਜ਼ ਦਾ ਫਾਊਂਡਰ ਆਫ ਜੈਨਿਜ਼ਮ। ਜੈਨ ਧਰਮ ਦੇ ਫਾਊਂਡਰ ਸੀਗੇ ਜਿਹੜੇ ਉਹ ਕੌਣ ਸੀਗੇ, ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਕੀ ਆਊਗਾ ਜੀ, ਰਿਸ਼ਵਨਾਥ। ਰਿਸ਼ਵਨਾਥ ਸੀਗੇ ਜਾਂ ਰਿਸ਼ਵ ਦੇਵ ਆ ਜਾਂਦਾ ਕਈ ਪੇਪਰਾਂ ਦੇ ਵਿੱਚ। ਤਾਂ ਫਸਟ ਤੀਰਥੰਕਰ ਸੀਗੇ ਜੀ ਜੈਨ ਧਰਮ ਦੇ, ਪੇਪਰ 'ਚ ਪੁੱਛ ਲਿਆ ਜਾਂਦਾ ਹੈ। ਜੈਨ ਧਰਮ ਦੇ ਪਹਿਲੇ ਤੀਰਥੰਕਰ ਕੌਣ ਸੀਗੇ, ਤਾਂ ਤੁਸੀਂ ਕਹੋਗੇ ਜੀ ਰਿਸ਼ਵਨਾਥ ਸੀਗੇ। ਠੀਕ ਹੈ ਜੀ ਗੱਲ। ਇੱਕ ਤੁਸੀਂ ਪਹਿਲੇ ਯਾਦ ਰੱਖਣਾ, ਇੱਕ ਤੁਸੀਂ 23ਵੇਂ ਯਾਦ ਰੱਖਣਾ। 23ਵੇਂ ਤੀਰਥੰਕਰ ਸੀਗੇ ਕੌਣ ਸੀਗੇ ਜੀ, ਪਰਸਵਨਾਥ। ਠੀਕ ਹੈ ਜੀ ਗੱਲ। 24ਵੇਂ ਤੀਰਥੰਕਰ ਕੌਣ ਸੀਗੇ ਜੀ, ਮਹਾਵੀਰ ਜੈਨ। ਠੀਕ ਹੈ। ਤੁਹਾਨੂੰ ਰਿਸ਼ਵਨਾਥ ਦੇ ਜਾਂ ਰਿਸ਼ਵਦੇਵ ਦੇ ਕੀ ਹੈ ਜੀ, ਮਤਲਬ ਸਿੰਬਲ ਪੁੱਛ ਸਕਦੇ ਆ, ਕਿਹੜਾ ਸਿੰਬਲ ਹੈ ਜਿਹੜਾ ਰਿਸ਼ਵਨਾਥ ਨੂੰ ਕੀ ਹੈ ਜੀ ਡਿਪਿਕਟ ਕਰਦਾ ਜੀ, ਤਾਂ ਤੁਸੀਂ ਕਹੋਗੇ ਜੀ ਬੁੱਲ। ਠੀਕ ਹੈ ਜੀ ਗੱਲ। ਪਰਸਵਨਾਥ ਨੂੰ ਕਿਹੜਾ ਜੀ, ਸਰਪੈਂਟ। ਠੀਕ ਹੈ। ਮਹਾਵੀਰ ਜੈਨ ਨੂੰ ਕਿਹੜਾ ਜੀ, ਤਾਂ ਤੁਸੀਂ ਕਹੋਗੇ ਜੀ ਲੋਇਨ। ਠੀਕ ਹੈ ਜੀ ਗੱਲ। ਯਾਦ ਰੱਖਿਓ, ਮਹਾਵੀਰ ਜੈਨ ਦੇ ਬਾਰੇ ਆਪਾਂ ਕੀ ਯਾਦ ਕਰ ਸਕਦੇ ਹਾਂ ਜੀ, 540 ਦੇ ਵਿੱਚ ਕੀ ਹੈ ਜੀ ਇਹਨਾਂ ਦਾ ਜਨਮ ਹੁੰਦਾ ਜੀ। ਠੀਕ ਹੈ। 468 ਦੇ ਵਿੱਚ ਕੀ ਹੈ ਜੀ, ਪਾਵਾਪੁਰੀ ਦੇ ਵਿੱਚ ਇਹਨਾਂ ਦੀ ਡੈਥ ਹੋ ਜਾਂਦੀ ਹੈ, ਇਹ ਗੱਲ ਨਹੀਂ ਤੁਸੀਂ ਭੁੱਲਣੀ ਹੈਗੀ। ਠੀਕ ਹੈ ਜੀ ਗੱਲ। ਅਤੇ ਇੱਕ ਇਹਨਾਂ ਨੇ ਮਹਾਵੀਰ ਜੈਨ ਨੇ ਕੀ ਦਿੱਤਾ ਸੀਗਾ ਜੀ, ਬ੍ਰਹਮਚਰਿਆ ਵਰਡ ਸੀਗਾ ਜਿਹੜਾ 5th ਪ੍ਰਿੰਸੀਪਲ ਦੇ ਵਿੱਚ ਦਿੱਤਾ ਸੀਗਾ ਜੀ, ਇਹ ਵੀ ਗੱਲ ਤੁਸੀਂ ਭੁੱਲਣੀ ਨਹੀਂ ਹੈਗੀ। ਤਾਂ ਫਾਦਰ ਦਾ ਨਾਮ ਮਹਾਵੀਰ ਜੈਨ ਦੇ ਕੀ ਸੀਗਾ ਜੀ, ਫਾਦਰ ਦਾ ਨਾਮ ਕੀ ਸੀਗਾ ਜੀ, ਸਿਧਾਰਥ। ਠੀਕ ਹੈ ਜੀ। ਮਦਰ ਦਾ ਕੀ ਨਾਮ ਸੀਗਾ, ਤਾਂ ਮਦਰ ਦਾ ਨਾਮ ਸੀਗਾ ਜੀ ਤ੍ਰਿਸ਼ਲਾ। ਠੀਕ ਹੈ। ਤਾਂ ਸਾਰੀ ਗੱਲਾਂ ਤੁਸੀਂ ਯਾਦ ਰੱਖੋਗੇ, ਇੰਪੋਰਟੈਂਟ ਆ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਐਟ ਦਾ ਟਾਈਮ ਆਫ ਜਲ੍ਹਿਆਂਵਾਲਾ ਬਾਗ ਮੈਸਕਰੇ ਹੂ ਵਾਜ਼ ਵਾਇਸਰਾਏ ਆਫ ਇੰਡੀਆ। ਜਲ੍ਹਿਆਂਵਾਲੇ ਬਾਗ ਦਾ ਜਿਹੜਾ ਦੁਖਾਂਤ ਹੋਇਆ ਜੀ ਉਹ ਕਦੋਂ ਹੋਇਆ ਜੀ, 13 ਅਪ੍ਰੈਲ 1919 ਨੂੰ। ਠੀਕ ਹੈ ਜੀ ਗੱਲ। ਅਤੇ ਉਦੋਂ ਆਪਣਾ ਜਿਹੜਾ ਵਾਇਸਰਾਏ ਸੀਗਾ ਕੌਣ ਸੀਗਾ ਜੀ, ਤਾਂ ਲਾਰਡ ਚੈਮਸਫੋਰਡ ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ ਜੀ। ਜਦੋਂ ਜਲ੍ਹਿਆਂਵਾਲੇ ਬਾਗ, ਮਤਲਬ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾ ਦਿੰਦਾ ਜੀ ਕਿ 2 ਆਦਮੀ ਸੀਗੇ ਜਿਹੜੇ ਉਹ ਗ੍ਰਿਫਤਾਰ ਕਰ ਲਏ ਸੀਗੇ ਜੀ, ਡਾਕਟਰ ਸਤਿਆਪਾਲ, ਠੀਕ ਹੈ ਜੀ, ਅਤੇ ਸੈਫੂਦੀਨ ਕਿਚਲੂ। ਠੀਕ ਹੈ ਜੀ ਗੱਲ। ਇਹਨਾਂ ਨੂੰ ਅਰੈਸਟ ਕਰ ਲਿਆ ਸੀਗਾ। ਠੀਕ ਹੈ ਜੀ। ਤਾਂ ਕਰਕੇ ਕੀ ਹੈ ਜੀ, ਲੋਕ ਹੈ ਜਿਹੜੇ ਉੱਥੇ ਇਕੱਠੇ ਹੋਏ ਹੋਏ ਸੀਗੇ। ਠੀਕ ਹੈ। ਤਾਂ ਉੱਥੇ ਕੀ ਕੀਤਾ ਜੀ, ਜਨਰਲ ਡਾਇਰ ਨੇ ਕੀ ਕੀਤੀ ਜੀ, ਗੋਲੀ ਚਲਾਤੀ ਜੀ। ਠੀਕ ਹੈ ਜੀ ਗੱਲ। ਅਤੇ ਹੁਕਮ ਜਿਹੜਾ ਦਿੱਤਾ ਸੀ ਉਹ ਕਿਹਨੇ ਦਿੱਤਾ ਸੀ, ਮਾਈਕਲ ਅਡਵਾਇਰ ਨੇ। ਠੀਕ ਹੈ ਜੀ ਗੱਲ। ਧਿਆਨ ਰੱਖਿਓ, ਕਈ ਬੱਚੇ ਇਸ ਚੀਜ਼ 'ਚ ਕਨਫਿਊਜ਼ ਹੋ ਜਾਂਦੇ ਨੇ। ਜਨਰਲ ਡਾਇਰ ਸੀਗਾ ਜਿਹੜਾ ਉੱਥੇ ਗੋਲੀਆਂ ਚਲਵਾਉਣ ਵਾਲਾ ਸੀਗਾ, ਅਤੇ ਮਾਈਕਲ ਅਡਵਾਇਰ ਸੀਗਾ ਜਿਹੜਾ ਉਹ ਕੀ ਸੀਗਾ ਜੀ, ਪੰਜਾਬ ਨੂੰ ਮਤਲਬ ਉਦੋਂ ਲੀਡ ਕਰ ਰਿਹਾ ਸੀ, ਤਾਂ ਉਹਨੇ ਹੁਕਮ ਦਿੱਤਾ ਸੀਗਾ। ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ। ਅਤੇ
ਉਹਦੇ ਵਿੱਚ ਕੀ ਕੀਤਾ ਜੀ, ਚੈਮਸਫੋਰਡ ਨੇ ਜਦੋਂ ਕੀ ਹੈ ਜੀ ਹਜ਼ਾਰਾਂ ਲੋਕਾਂ ਦੀ ਜਿਹੜੀ ਜਦੋਂ ਡੈਥ ਹੋ ਜਾਂਦੀ ਹੈ, ਠੀਕ ਹੈ, ਤਾਂ ਉਦੋਂ ਬਾਅਦ ਚੈਮਸਫੋਰਡ ਨੇ ਇੱਕ ਕਮੇਟੀ ਬਿਠਾਤੀ ਸੀਗੀ ਜੀ ਜਿਹਦਾ ਨਾਮ ਸੀਗਾ ਹੰਟਰ ਕਮੇਟੀ, ਠੀਕ ਹੈ ਜੀ ਗੱਲ। ਅਤੇ ਤਾਂ ਕਰਕੇ ਕੀ ਹੈ ਜੀ ਇਹ ਮਤਲਬ ਜਿਹੜਾ ਗਾਂਧੀ ਨੇ ਕੀ ਕੀਤਾ ਸੀਗਾ, ਜਲ੍ਹਿਆਂਵਾਲੇ ਬਾਗ ਦੀ ਦੁਰਘਟਨਾ ਤੋਂ ਬਾਅਦ ਕੀ ਕੀਤਾ ਜੀ, ਕੇਸਰੇ ਹਿੰਦ ਅਵਾਰਡ ਹੈ ਜਿਹੜਾ ਉਹ ਕੀ ਕਰਤਾ ਸੀਗਾ, ਵਾਪਿਸ ਕਰਤਾ ਸੀਗਾ। ਗਾਂਧੀ ਤੋਂ ਇਲਾਵਾ ਰਵਿੰਦਰ ਨਾਥ ਟੈਗੋਰ ਨੇ ਆਪਣਾ ਕੀ ਕੀਤਾ ਸੀਗਾ ਜੀ, ਨਾਈਟਹੁੱਡ ਅਵਾਰਡ, ਠੀਕ ਹੈ, ਇੰਪੋਰਟੈਂਟ ਹੈ ਜੀ, ਨਾਈਟਹੁੱਡ ਅਵਾਰਡ ਹੈ ਜਿਹੜਾ ਵਾਪਿਸ ਕਰਤਾ ਸੀ ਰਵਿੰਦਰ ਨਾਥ ਟੈਗੋਰ ਨੇ, ਠੀਕ ਹੈ। ਤਾਂ ਇਹ ਗੱਲ ਤੁਸੀਂ ਯਾਦ ਰੱਖੋਗੇ, ਰਵਿੰਦਰ ਨਾਥ ਟੈਗੋਰ ਨੂੰ ਕੀ ਕਿਹਾ ਜਾਂਦਾ ਜੀ, ਬਾਰਡ ਆਫ ਬੰਗਾਲ, ਪੇਪਰ 'ਚ ਇੰਪੋਰਟੈਂਟ ਹੈ ਜੀ, ਬਾਰਡ ਆਫ ਬੰਗਾਲ ਕਿਹਨੂੰ ਕਿਹਾ ਜਾਂਦਾ ਜੀ, ਰਵਿੰਦਰ ਨਾਥ ਟੈਗੋਰ ਨੂੰ। ਲਾਰਡ ਰੀਡਿੰਗ ਵੇਲੇ ਕੀ ਹੋਇਆ ਸੀਗਾ ਜੀ, ਇੱਕ ਕੋਰੀ ਟ੍ਰੇਨ ਰੋਬਰੀ ਹੋਈ ਸੀਗੀ ਜੀ, ਕਦੋਂ, 1925 ਦੇ ਵਿੱਚ, ਕਿਹਦੇ ਦੁਆਰਾ ਕੀਤੀ ਗਈ ਜੀ, ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਕੁੱਲਾ ਖਾਨ, ਠੀਕ ਹੈ ਜੀ ਗੱਲ। ਉਹ ਉਸ ਸਮੇਂ ਪੇਪਰ 'ਚ ਪੁੱਛ ਸਕਦੇ ਹੈ ਕਿ ਵਾਇਸਰਾਏ ਕੌਣ ਸੀ, ਤੁਸੀਂ ਕਹੋਗੇ ਜੀ ਲਾਰਡ ਰੀਡਿੰਗ ਸੀ। ਲਾਰਡ ਮਾਇਓ ਕੀ ਸੀਗਾ ਜੀ, ਇੱਕ ਓਨਲੀ ਮਤਲਬ ਆਪਣਾ ਕੀ ਸੀਗਾ ਵਾਇਸਰਾਏ ਸੀਗਾ, ਜਿਹਦੀ ਕੀ ਕੀਤੀ ਜੀ, ਜੇਲ੍ਹ ਦੇ ਵਿੱਚ ਹੀ ਕੀ ਕਰਤਾ ਸੀਗਾ, ਕੈਦੀਆਂ ਨੇ ਕੀ ਕਰਤਾ ਸੀ, ਇਹਨੂੰ ਮਾਰਤਾ ਸੀਗਾ। ਅਤੇ ਇਹਨੇ ਪਹਿਲੀ ਸੈਂਸਸ ਕਰਾਈ ਸੀਗੀ ਕਦੋਂ, 1871 ਦੇ ਵਿੱਚ, ਠੀਕ ਹੈ ਜੀ ਗੱਲ। ਪਰ ਜਿਹੜੀ ਪ੍ਰੋਪਰ ਸਿਸਟੇਮੈਟਿਕਲੀ ਸਟਾਰਟ ਹੋਈ ਹੈ ਜੀ ਉਹ 1881 ਦੇ ਵਿੱਚ ਆਪਣੀ ਜਨਗਣਨਾ ਜਿਹੜੀ ਸਟਾਰਟ ਹੋਈ ਹੈ। ਲਾਰਡ ਡਫਰੀਨ ਬਾਰੇ ਆਪਾਂ ਕੀ ਜਾਣਦੇ ਹਾਂ ਜੀ, ਇੱਕੋ ਇੱਕ ਗੱਲ ਇੰਪੋਰਟੈਂਟ ਹੈ ਜੀ ਕਿ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਹੈ ਉਦੋਂ ਆਪਣੇ ਜਿਹੜੇ ਵਾਇਸਰਾਏ ਸੀਗੇ ਕੌਣ ਸੀਗੇ, ਲਾਰਡ ਡਫਰੀਨ ਸੀਗੇ, ਠੀਕ ਹੈ। ਲਾਰਡ ਡਫਰੀਨ ਨੇ ਉਦੋਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਵਿਰੋਧ ਕੀਤਾ ਸੀ, ਮਤਲਬ ਉਹਨੂੰ ਸਥਾਪਿਤ ਨਾ ਕਰਨ ਦੇ ਵਿੱਚ ਸੀਗੇ, ਇਹਨੇ ਅਪੋਜ਼ ਕੀਤਾ ਸੀਗਾ, ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ, ਲਾਰਡ ਡਫਰੀਨ INC ਵੇਲੇ ਕੀ ਸੀਗੇ ਜੀ, ਆਪਣੇ ਵਾਇਸਰਾਏ ਸੀਗੇ ਜੀ, ਠੀਕ ਹੈ। INC ਬਣਾਈ ਕਿਹਨੇ ਜੀ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਿਹਨੇ ਕੀਤੀ ਜੀ, ਤਾਂ AO ਹਿਊਮ ਨੇ ਕੀਤੀ ਜੀ, ਠੀਕ ਹੈ। ਪਹਿਲਾਂ ਜਿਹੜਾ ਮਤਲਬ ਮੀਟਿੰਗ ਹੋਈ ਹੈ ਉਹ ਕਿੱਥੇ ਹੋਈ ਹੈ ਜੀ, INC ਦੀ ਬੰਬੇ ਹੋਈ ਹੈ। ਪਹਿਲਾਂ ਕਿੱਥੇ ਹੋਣੀ ਸੀਗੀ ਜੀ, ਤਾਂ ਪਹਿਲਾਂ ਹੋਣੀ ਸੀਗੀ ਜੀ ਪੂਨੇ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਕਿਉਂਕਿ ਉੱਥੇ ਕੋਲਰਾ ਫੈਲ ਗਿਆ ਸੀਗਾ ਜੀ, ਤਾਂ ਕਰਕੇ ਮੀਟਿੰਗ ਹੈ ਜਿਹੜੀ ਉਹ ਕਿੱਥੇ ਸ਼ਿਫਟ ਕਰਤੀ ਜੀ, ਬੰਬੇ ਦੇ ਵਿੱਚ ਸ਼ਿਫਟ ਕਰਤੀ। ਜਿਹੜੇ ਪਹਿਲੇ INC ਦੇ ਪ੍ਰੈਜ਼ੀਡੈਂਟ ਬਣੇ ਨੇ ਉਹ ਕੌਣ ਬਣੇ ਨੇ ਜੀ, WC ਬੈਨਰਜੀ, ਠੀਕ ਹੈ। ਉਦੋਂ ਬਾਅਦ ਦੂਜੀ ਮੀਟਿੰਗ ਕਿੱਥੇ ਹੋਈ ਹੈ ਜੀ, ਕਲਕੱਤਾ ਦੇ ਵਿੱਚ ਹੋਈ ਹੈ, ਠੀਕ ਹੈ। ਅਤੇ ਉਹਦੇ ਪ੍ਰੈਜ਼ੀਡੈਂਟ ਕੌਣ ਸੀਗੇ ਜੀ, ਦਾਦਾ ਭਾਈ ਨਹਿਰੋਜੀ, ਠੀਕ ਹੈ। ਦਾਦਾ ਭਾਈ ਨਹਿਰੂ ਜੀ ਦੀਆਂ ਕਿਤਾਬਾਂ ਤਾਂ ਤੁਸੀਂ ਭੁੱਲਣੇ ਨਹੀਂ ਜੀ, ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, ਰਸਤ ਗਫਤਾਰ, ਇਹ ਵੀ ਕਿਤਾਬ ਕਿਹਦੀ ਹੈ ਜੀ, ਦਾਦਾ ਭਾਈ ਨਹਿਰੂ ਜੀ ਦੀ ਹੈ। ਅਤੇ ਇੱਕ ਵਾਇਸ ਆਫ ਇੰਡੀਆ, ਧਿਆਨ ਦੇ ਨਾਲ ਤਿੰਨੇ ਯਾਦ ਕਰ ਲਿਓ ਜੀ, ਵਾਇਸ ਆਫ ਇੰਡੀਆ ਇਹ ਕਿਹਦੀ ਹੈ ਜੀ, ਦਾਦਾ ਭਾਈ ਨਹਿਰੂ ਜੀ ਦੀ। ਇਹਨਾਂ ਨੂੰ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਜਾਂਦਾ ਜੀ, ਠੀਕ ਹੈ। ਤਾਂ ਸਾਰੀਆਂ ਗੱਲਾਂ ਤੁਸੀਂ ਯਾਦ ਰੱਖ ਲਓਗੇ ਅਤੇ ਇਹਦਾ ਜਿਹੜਾ ਸਹੀ ਆਨਸਰ ਆ ਜੂਗਾ ਜੀ ਲਾਰਡ ਚੈਮਸਫੋਰਡ, ਇਹਦਾ ਸਹੀ ਆਨਸਰ ਆ ਜੂਗਾ। ਵਿਚ ਐਕਟ ਇਜ਼ ਆਲਸੋ ਨੋਨ ਐਜ਼ ਬਲੈਕ ਐਕਟ, ਕਾਲਾ ਕਾਨੂੰਨ ਕਿਹਨੂੰ, ਕਿਹੜੇ ਐਕਟ ਨੂੰ ਕਿਹਾ ਜਾਂਦਾ ਹੈ, ਤਾਂ ਇਹਦਾ ਜਿਹੜਾ ਸਹੀ ਜਵਾਬ ਆਊਗਾ ਜੀ ਉਹ ਆਊਗਾ ਰਿਵਾਲਟ ਐਕਟ ਨੂੰ ਕੀ ਕਿਹਾ ਜਾਂਦਾ ਜੀ, ਕਾਲਾ ਕਾਨੂੰਨ ਕਿਹਾ ਜਾਂਦਾ ਜੀ। ਕਦੋਂ ਆਇਆ ਸੀਗਾ, 1919 ਦੇ ਵਿੱਚ ਆਇਆ ਸੀਗਾ, ਠੀਕ ਹੈ ਜੀ ਗੱਲ। ਜਸਟਿਸ ਰਿਵਾਲਟ ਦੇ ਨਾਂ 'ਤੇ ਸੀਗਾ ਜੀ ਇਹ, ਤਾਂ ਕਰਕੇ ਕੀ ਹੈ ਜੀ ਇਹਦਾ ਨਾਮ ਕੀ ਰੱਖਿਆ ਗਿਆ ਜੀ, ਰਿਵਾਲਟ ਐਕਟ ਰੱਖਿਆ ਗਿਆ। ਇਹਦੇ ਤਹਿਤ ਮੈਂ ਤੁਹਾਨੂੰ ਦੇਸੀ ਭਾਸ਼ਾ ਦੇ ਵਿੱਚ ਦੱਸ ਦਿੰਦਾ ਜੀ ਕਿ ਇੱਕ ਪੇਪਰ ਦੇ ਵਿੱਚ ਨਾ ਪੱਕਾ ਕੁਐਸਚਨ ਇਹ ਦੇਖਣ ਨੂੰ ਮਿਲੂਗਾ ਹੀ ਮਿਲੂਗਾ, ਰਿਵਾਲਟ ਐਕਟ ਸੀਗਾ ਜਿਹੜਾ ਇਹ, ਠੀਕ ਹੈ। ਤਾਂ ਇਹ ਧਿਆਨ ਦੇ ਨਾਲ ਸੁਣ ਲਓ ਜੀ। ਇਹਦੇ ਵਿੱਚ ਕੀ ਕੀਤਾ ਸੀਗਾ, ਭਾਰਤੀਆਂ ਦੀਆਂ ਨਾ ਜਿਹੜੀਆਂ ਵਿਦਰੋਹ ਦੀਆਂ ਕਿਰਿਆਵਾਂ ਸੀ ਉਹਨੂੰ ਰੋਕਣ ਦੇ ਲਈ ਇਹ ਜਿਹੜਾ ਐਕਟ ਆ ਉਹ ਲਿਆਂਦਾ ਗਿਆ ਸੀਗਾ। ਮਤਲਬ ਭਾਰਤੀ ਸੀਗੇ ਜਿਹੜੇ ਉਹ ਵਿਦਰੋਹ ਜ਼ਿਆਦਾ ਕਰਨ ਲੱਗ ਗਏ ਸੀ, ਤਾਂ ਕਰਕੇ ਕੀ ਕੀਤਾ ਗਿਆ ਜੀ, ਇਹ ਕਾਨੂੰਨ ਆ ਜਿਹੜਾ ਉਹ ਲਿਆਂਦਾ ਗਿਆ ਸੀਗਾ, ਠੀਕ ਹੈ ਜੀ ਗੱਲ। ਇਹਦੇ ਤਹਿਤ ਕੀ ਸੀਗਾ ਜੀ, ਹੈਬਸ ਕਾਰਪਸ ਜਿਹੜੀ ਰਿਟ ਹੈ ਜੀ, ਹੈਬਸ ਕਾਰਪਸ ਹੈ ਜਿਹੜੀ, ਉਹਨੂੰ ਕੀ ਕਰ ਦਿੱਤਾ ਸੀਗਾ ਜੀ, ਸਸਪੈਂਡ ਕਰਤਾ ਸੀਗਾ, ਠੀਕ ਹੈ। ਤਾਂ ਕਰਕੇ ਇਹਦਾ ਵਿਰੋਧ ਹੋ ਰਿਹਾ ਸੀਗਾ, ਠੀਕ ਹੈ। ਇਹਦੇ ਵਿੱਚ ਕੀ ਹੈ ਜੀ, ਮਤਲਬ ਜੇ ਕੋਈ ਵੀ ਸ਼ੱਕੀ ਇੰਡੀਅਨ ਹੈ ਜਿਹੜਾ ਹੋ ਗਿਆ ਜੀ, ਮਤਲਬ ਸ਼ੱਕ ਦੇ ਦਾਇਰੇ ਵਿੱਚ ਕੀ ਹੈ ਜੀ, ਅੰਗਰੇਜ਼ਾਂ ਨੇ ਮਤਲਬ ਕੀ ਕਰ ਲਿਆ, ਉਹਨੂੰ ਗ੍ਰਿਫਤਾਰ ਕਰ ਲਿਆ, ਤਾਂ ਉਹਦੇ ਵਿੱਚ ਕੀ ਚੱਲੂਗਾ, ਨੋ ਅਪੀਲ ਨੋ ਦਲੀਲ, ਮਤਲਬ ਕੋਈ ਆਪਾਂ ਕੇਸ ਨਹੀਂ ਕਰ ਸਕਦੇ, ਕੋਈ ਆਪਾਂ ਜ਼ਮਾਨਤ ਵਗੈਰਾ ਨਹੀਂ ਲੈ ਸਕਦੇ ਹੈਗੇ, ਠੀਕ ਹੈ ਜੀ ਗੱਲ। ਤਾਂ ਇਹ ਮਤਲਬ ਕੀ ਕੀਤਾ ਸੀ, ਤਾਂ ਕਰਕੇ ਇਹਦਾ ਰਿਵਾਲਟ ਐਕਟ ਦਾ ਕੀ ਕੀਤਾ ਸੀਗਾ, ਵਿਰੋਧ ਕੀਤਾ ਸੀਗਾ, ਠੀਕ ਹੈ। ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ ਜੀ, ਕਾਲਾ ਕਾਨੂੰਨ ਕਿਹਾ ਜਾਂਦਾ। ਤਾਂ ਪੇਪਰ 'ਚ ਪੁੱਛ ਲੈਂਦੇ ਆ ਕਿ ਆਹ ਆਪਸ਼ਨਾਂ ਪਈਆਂ ਹੋਣਗੀਆਂ ਜੀ ਉੱਥੇ, ਧਿਆਨ ਦੇ ਨਾਲ ਚੈੱਕ ਕਰ ਲਿਓ ਜੀ। ਹੈਬਸ ਕਾਰਪਸ ਜੀ ਜਿਹੜੇ ਉਹਦਾ ਕੀ ਕਰਤਾ ਸੀਗਾ ਜੀ, ਸਸਪੈਂਡ ਕਰਤਾ ਸੀਗਾ, ਅਤੇ ਇੰਪ੍ਰਿਜ਼ਨਮੈਂਟ ਕਰਤੀ ਸੀਗੀ, ਮਤਲਬ ਕੀ ਹੈ ਜੀ, ਵਿਦਾਊਟ ਐਨੀ ਟਰਾਇਲ, ਮਤਲਬ ਨੋ ਅਪੀਲ ਨੋ ਦਲੀਲ, ਠੀਕ ਹੈ ਜੀ ਗੱਲ। ਤਾਂ ਧਿਆਨ ਰੱਖਿਓ। ਲਾਹੌਰ ਸੈਸ਼ਨ ਦੇ ਬਾਰੇ ਆਪਾਂ ਕੀ ਜਾਣਦੇ ਜੀ, 1929 ਦੇ ਵਿੱਚ ਕੀ ਹੈ ਜੀ, ਇਹਦੇ ਪ੍ਰੈਜ਼ੀਡੈਂਟ ਕੌਣ ਸੀਗੇ ਜੀ, ਜਵਾਹਰ ਲਾਲ ਨਹਿਰੂ। ਇਹਦੇ ਵਿੱਚ ਕੀ ਦੀ ਮੰਗ ਕੀਤੀ ਗਈ ਜੀ, ਪੂਰਨ ਸਵਰਾਜ ਦੀ, ਜਿਹਨੂੰ ਆਪਾਂ ਕਹਿੰਦੇ ਜੀ ਕੰਪਲੀਟ ਇੰਡੀਪੈਂਡੈਂਸ। ਕਹਿੰਦੇ ਵੀ ਅਸੀਂ 15 ਅਗਸਤ 1930 ਨੂੰ ਕੀ ਕਰ ਲਾਂਗੇ ਜੀ, ਆਪਣਾ ਦੇਸ਼ ਹੈ ਜਿਹੜਾ ਉਹ ਆਜ਼ਾਦ, ਨਹੀਂ 15 ਅਗਸਤ ਨਹੀਂ ਜੀ, 26 ਜਨਵਰੀ, ਠੀਕ ਹੈ ਜੀ ਗੱਲ। 26 ਜਨਵਰੀ 1930 ਨੂੰ ਆਪਾਂ ਕੀ ਕਰ ਲਾਂਗੇ, ਆਪਣਾ ਸੰਵਿਧਾਨ ਹੈ ਜਿਹੜਾ ਬਣਾ ਲਾਂਗੇ ਅਤੇ ਭਾਰਤੀਆਂ ਨੂੰ ਯਾਦ ਕਰਾ ਲਾਂਗੇ, ਠੀਕ ਹੈ। ਤਾਂ ਧਿਆਨ ਰੱਖਿਓ। ਜਵਾਹਰ ਲਾਲ ਨਹਿਰੂ ਦੀਆਂ ਤੁਸੀਂ ਕਿਤਾਬਾਂ ਯਾਦ ਕਰ ਸਕਦੇ ਹੋ ਜੀ, ਡਿਸਕਵਰੀ ਆਫ ਇੰਡੀਆ, ਠੀਕ ਹੈ, ਇੰਪੋਰਟੈਂਟ ਹੈ, ਪੇਪਰ 'ਚ ਪੁੱਛ ਸਕਦੇ ਆ। ਇੰਟਰਮ ਗੌਰਮੈਂਟ ਬਣੀ ਸੀਗੀ ਜੀ 1946 ਦੇ ਵਿੱਚ ਜਾ ਕੇ, ਤਾਂ ਉਹਦੇ ਵੀ ਮਤਲਬ ਉਹਨੂੰ ਕਿਹਨੇ ਹੈਡ ਕੀਤਾ ਸੀ, ਉਹਨੂੰ ਵੀ ਜਵਾਹਰ ਲਾਲ ਨਹਿਰੂ ਨੇ ਹੈਡ ਕੀਤਾ ਸੀ। ਜਦੋਂ ਕਮੇਟੀਆਂ ਬਣੀਆਂ ਸੀਗੀਆਂ ਜੀ, ਜਵਾਹਰ ਲਾਲ ਨਹਿਰੂ ਕੋਲ ਕਮੇਟੀ, ਇੱਕ ਇੰਪੋਰਟੈਂਟ ਕਮੇਟੀ ਯਾਦ ਰੱਖਣੀ ਹੈ ਜੀ ਤੁਸੀਂ, ਕਿਹੜੀ,
फाइनांस कमेटी, ठीक है जी गल। फाइनांस कमेटी किहदे कोल सीगी जी, तो तुसीं कहोगे जवाहर लाल नेहरू, ठीक है। तो रिवॉल्ट एक्ट इहदा की आ जाऊगा जी, सही आंसर आ जाऊगा। नेम द मेन लीडर्स ऑफ खिलाफत मूवमेंट, खिलाफत मूवमेंट जिहड़ी चली सी, ठीक है जी गल। तो उहदे मेन लीडर कौन सीगे, ठीक है। तो दिगंबर विश्वास, विष्णु विश्वास नहीं जी, यही गलत है जी। दिगंबर विश्वास ते विष्णु विश्वास सीगे जिहड़े ये इंडिगो रिवोल्ट के लीडर सीगे, ठीक है। ये भी याद रखियो तुसीं, इंपॉर्टेंट है। इंडिगो रिवोल्ट के लीडर पेपर च पूछ सकते हैं। दिगंबर विश्वास ते विष्णु विश्वास सीगे जी। सैयद अली ते सैयद फैजी, ये भी गलत है जी। सैयद अली ते सैयद फैजी सीगे जिहड़े ये मोपला रिविलियन हुई सी जिहड़े उहदे लीडर सीगे। रास बिहारी बोस नहीं जी, इहने की कीता सीगा, लॉर्ड हार्डिंग के उत्ते की कीता सीगा, बंब सिੱਟਿਆ सीगा, ठीक है जी गल। ये भी तुसीं गल याद रखनी है। शौकत अली ते मुहम्मद अली, बिल्कुल जी, ये की सीगे जी खिलाफत मूवमेंट के की सीगे मेन लीडर सीगे, ध्यान रखियो जी, ठीक है जी गल। पेपर च ना एक क्वेश्चन आ जाता कि हेठ लिखियां विचों दसो, 4 ऑप्शनां पाईयां पईयां होणगीਆਂ जी, ध्यान दे नाल सुणियो जी। हेठ लिखियां विचों दसो कि कौन है जिहड़ा खिलाफत मूवमेंट का मतलब मैंबर नहीं सी। तो उहदे विच ना एक ऑप्शन पई होऊगी किहड़ी, मुहम्मद अली जिनाह। मुहम्मद अली जिनाह सीगा जिहड़ा ओह की सीगा जी खिलाफत मूवमेंट का हिस्सा नहीं सीगा, खिलाफत कमेटी का हिस्सा नहीं सीगा, ध्यान रखियो। मतलब क्वेश्चन ये आया होया, मैं तुहानूं एज इट इज़ दसता, ठीक है जी गल। तो ध्यान रखियो जी, इहदा जिहड़ा सही आंसर आऊगा जी, 4th ऑप्शन सही आंसर आऊगा। टैंपरेचर इनवर्जन फिनोमिना इज़ इन विच लेयर ऑफ एटमोसफेयर, कहना टैंपरेचर इनवर्जन हुंदा जी, तो किहड़े एटमोसफेयर की परत दे विच हुंदा जी। तो इहदा जिहड़ा आपां पहला सही जवाब लै लैंदे जी, वो स्ट्रैटोस्फीयर इहदा की आ जाऊगा जी, सही आंसर आ जाऊगा जी। एटमोसफेयर दे विच टोटल 5 लेयर्स ने जी, ठीक है जी गल। एटमोसफेयर दे विच सारे नालों वध जिहड़ी गैस पाई जाती है वो नाइट्रोजन पाई जाती है, किन्ने जी 78%, ठीक है। हुण मैं तुहानूं जिहड़े एटमोसफेयर दी 5 लेयर्स ने वो तुसीं याद करनी है जी। पहली हैगी ट्रोपोस्फीयर, दूजी हैगी स्ट्रैटोस्फीयर, फिर मेजोस्फीयर, फिर थर्मोस्फीयर तो फिर एग्जोस्फीयर, ठीक है जी गल। ट्रोपोस्फीयर दे विच जिवें जिवें आपां हाइट वल मतलब हाइट इनक्रीज़ करते हैं तो टैंपरेचर घटदा जांदा है, ध्यान रखियो। ट्रोपोस्फीयर है जिहड़ी 0 तो 18 किलोमीटर तक ये जिहड़ी फैली हुई है। स्ट्रैटोस्फीयर है जिहड़ी इहदे विच जिवें जिवें आपां मतलब उचाई वल वधदे हां तो टैंपरेचर भी की हुंदा जी, वधदा है, तां करके इहनूं प्रोसैस नूं की कहा जांदा जी, टैंपरेचर इनवर्जन कहा जाता है जी, ठीक है जी गल। स्ट्रैटोस्फीयर दे विच की है जी, पेपर च पुछ लैंदे ओजोन लेयर किहदे च पाई जाती है, तो तुसीं कहोगे जी स्ट्रैटोस्फीयर दे विच पाई जाती है, ठीक है जी गल। तो तुहाडा होर की हैगा स्ट्रैटोस्फीयर दे विच की है, जैट प्लेन्स जिहड़े उड़दे ने ओह किह उड़दे ने जी, स्ट्रैटोस्फीयर दे विच उड़दे ने, ठीक है जी गल। 18 तो 50 किलोमीटर तक की है जी स्ट्रैटोस्फीयर जिहड़ी फैली हुई है, ठीक है। उदों बाद आ जाती है जी मेजोस्फीयर जिहड़ी कि 50 तो 80 किलोमीटर तक है जी। फिर इहदे विच की हुंदा जी, जिवें जिवें हाइट वधदी है तो टैंपरेचर घटदा है, ठीक है। तो मैं तुहानूं याद करन दी ट्रिक दस दिंदा, पहला उत्ते जाओगे जी टैंपरेचर घटूगा, ठीक है। फिर उदों बाद जिहड़ी अगली लेयर आऊगी फिर टैंपरेचर की हाइट के नाल बधन लग जूगा, तीजी दे विच जाके हाइट के नाल टैंपरेचर घटन लग जूगा, ठीक है जी गल। तो ध्यान रखियो जी। मीजोस्फीयर 50 तो 80 किलोमीटर तक, इदों बाद किहड़ी आ जांदी है, थर्मोस्फीयर आ जाती है। इनू इहदे विच ही आइनोस्फीयर लुकी हुई हुंदी है जी, ठीक है जी गल। आइनोस्फीयर भी कहते इनू, मतलब इहदे विच जिहड़े मतलब कि पार्टिकल्स ने, इलैक्ट्रीकल चार्ज पार्टिकल्स ने जिहड़े की होंदे टुट जाते हैं, जिहड़े कि पॉजिटिव ते नैगेटिव चार्ज हो, जिहड़ी अपनी रेंज वगैरह आउंदी है, सैटेलाइट्स रेंज भेजते हैं, वो किहड़े लेयर दे विच भेजते हैं जी अपने, तो ट्रोपोस्ट्रेटो मीजो थर्मोस्फीयर दे विच की है जी भेजते हैं। तो ध्यान रखियो 80 तो 600 किलोमीटर तक इहदा दायरा है जी, ठीक है। तो अगली जिहड़ी लास्ट लेयर है जी, वो किहड़ी है जी 600 तो 900 किलोमीटर तक किहड़ी है जी, एग्जोस्फीयर है जी। तो ध्यान रखियो, सारियां गल्लां इंपॉर्टेंट ने, पेपर च पुछ लैंदे ने। चूज इनकरैक्ट एक सिंपल टॉपिक है जी, ठीक है। 5 तो 10 ने जिहड़े तुसीं की है जी जिहड़े डेजर्ट्स ने, ठीक है जी गल, ये तुसीं याद रखने ने, ठीक है। 5 मिनट का टॉपिक है ये, मतलब तुहाडी बुक दे विच जिੱਥੋਂ भी तुसीं पढ़ रहे हो उत्थे पक्का होऊगा ही होऊगा। तो इन्हां विचों दसना जी किहड़ा गलत हैगा। गिब्सन, सिम्पसन ते विक्टोरीयन ग्रेट सैंडी, ये डेजर्ट आ जिहड़ा कित्थे है जी, आस्ट्रेलिया विच है, बिल्कुल यही पॉइंट सही है जी। एटाकामा है जिहड़ा वो कित्थे है जी, नॉर्थ चिली दे विच है, ये भी बिल्कुल सही है जी, ठीक है। तो ड्राईएस्ट ये मारूथल है जी, ठीक है। पेपर च कई बार पुछ लैण सारिਆਂ नालों ड्राईएस्ट मारूथल किहड़ा है, तो तुसीं कहोगे जी एटाकामा कित्थे है जी, नॉर्थ चिली दे विच है। पेंटागोनिया ये कित्थे है जी, अर्जेंटीना दे विच है जी। अर्जेंटीना की राजधानी पुछ लैण तो तुसीं कहोगे जी ब्रूनो एरिस, ठीक है, याद रखियो। कालाहारी, कालाहारी साउथ अमरीका नहीं जी, ये गलत है जी, साउथ अमरीका च नहीं हैगा, कित्थे है जी ये बोस्टवाना, बोस्टवाना तुसीं याद रखियो, इंपॉर्टेंट है जी, ठीक है। एक मैं तुहानूं थोड़ा जिहा होर एक दस दिना जी, देखो पेपर च पुछ लैंदे कि भारत का सारे नालों वड्डा मारूथल किहड़ा जी, तो तुसीं कहोगे जी थार है, ठीक है। विश्व का सारे नालों वड्डा मारूथल किहड़ा जी, तो तुसीं कहोगे जी सहारा है, ठीक है। सोनू एशिया का पुछ लैण सारे नालों वड्डा मारूथल किहड़ा जी, तुसीं कहोगे जी गोभी है, ठीक है। तो 3 क्वेश्चन ये हो गए।
ठीक है। उदू बाद पेपर 'च पुछ लेंदे ईरान दे भी तुसीं ना 2 डेजर्ट याद रख लिओ जी। नाम थोड़े जे कसूते ने पर इन्ने भी नहीं कसूते, जे मेहनत करोगे तो हो जूगा याद। दश्त ए कबीर, ये मारूथल का नाम है, कित्थे जी ईरान दे विच है। एक दश्त ए लुट, ये भी कित्थे है जी ईरान दे विच, ठीक है। ईरान की कैपीटल की है जी तहरान है, ठीक है। तो याद रखियो इंपॉर्टेंट है। होर मैं तुहानूं की दस सकदा जी इहदे नाल संबंधित थोड़े जे ना तुसीं फेमस ग्रासलैंड्स भी याद कर सकते हो। ग्रासलैंड 5 ਤੋਂ 7 मिनट का यह टॉपिक है जी। जिमें कि तुहानूं पुछ लैंदा है जी डाउनस, नाम है जी डाउनस, जिहड़े ग्रासलैंड ने कित्थों दे ने, तो तुसीं कहोगे जी आस्ट्रेलिया दे ने, ठीक है जी। तुहानूं पुछ लैण कैंटेबरी, तो तुसीं कहोगे जी कित्थों दे ने, न्यूजीलैंड दे ने, ठीक है जी गल। तुहानूं पुछ लैण पुस्ताज, तो तुसीं कहोगे जी कित्थों दे ने, हंगरी दे ने, ठीक है। तो याद रखियो 3-4 याद रख लो, मेरे एट प्रेजेंट 3-4 याद ने। तो जे मेरे याद आ गया फरदर तुहानूं मैं अगे दस दूँगा। जेकर तुसीं कमेंट बॉक्स दे विच दसना चाहुंदे हो तो कमेंट बॉक्स दे विच दस दिओ, 2-4 रह गए, ठीक है। तो होर एक तुहानूं मैं एक चीज़ टॉपिक 5 मिनट का होर दस दिंदा जी। जिवें अपने ना तूफान आउंदे ने, आपां तूफान कहने हैं, तो ਵੱਖ-ਵੱਖ देशों के विच इन्हां नूं किहड़े नाम नाल जाणिया जांदा, मैं तुहानूं थोड़ा दस दिंदा जी। पेपर 'च पुछ लैण टाइफूनस काहदे 'च कहा जांदा जी इन्हां नूं, चाइना सी दे विच, ठीक है जी गल। ट्रॉपीकल साइक्लोन्स तो कित्थे है जी, ये इंडियन ओशियन दे विच है, ठीक है जी गल। टॉरनैडो कहंदे ने जी कित्थे, USA दे विच, ठीक है। विली विली सुपर इंपॉर्टेंट है, विली विलीज, तो ये कित्थे है जी आस्ट्रेलिया दे विच, ठीक है जी गल। तो याद रखियो आस्ट्रेलिया की जिहड़ी कैपीटल है वो की है जी कैनबरा गी। तो इहदा जिहड़ा कालाहारी है हो गया जी, कोई गलत आ जूगा, मतलब आपां इनकरैक्ट लभना सीगा, बोत्सवाना दे विच कालाहारी हैगा, ठीक है जी गल। तो चलते हैं नैक्सट क्वेश्चन वल। कील कनाल कनैक्ट्स, देखो 3-4 कनाल्स ने जिहड़ियां वो भी तुसीं याद करनियां ने। 5 मिनट का यह टॉपिक है जी, ठीक है। कील कनाल है जिहड़ी वो किहनूं किहनूं जोड़दी है, तो यदि मैं तुहानूं ट्रिक दस दिना जी कि बाल्टी दे नॉर्थ विच किल गड्ढिया होया, ठीक है। बाल्टी दे नॉर्थ विच किल गड्ढिया होया, तो इहदा जिहड़ा सही आंसू आ जूगा जी, बाल्टिक तो बाल्टी बन जूगा जी नॉर्थ, बाल्टी दे नॉर्थ विच किल गड्ढिया होया। तो याद रखोगे चौथा ऑप्शन जिहड़ा हैगा जी इहदा सही आंसर है जी। पैसीफिक ओशियन ते कैरेबियन सी नूं जिहड़ा वख करदा जी, वो किहड़ी कनाल करदी है जी, तो तुसीं आखोगे याद जी पनामा कनाल, सुपर इंपॉर्टेंट है जी। 3-4 कनाल्स ही ने जी, ठीक है। टॉपिक ये तो तुहानूं मैं तिन्ने दस दिना जी। पनामा कनाल किहनूं सैपरेट करदी है जी, कनैक्ट करदी है, सॉरी, पैसीफिक ओशियन ते कैरेबियन ओशियन। मैਡੀਟੇਰੀਅਨ सी ते रैड सी नूं किहड़ी करदी है जी, तो तुसीं कहोगे जी कनैक्ट करदी है सुएज कनाल, ठीक है जी गल, याद रखोगे। तो अटलांटिक ओशियन ते ग्रेट लेक्स नूं जिहड़ी करदी है वो किहड़ी करदी है जी, एरी कनाल, ठीक है। नॉर्थ सी ते बैल्ट सी नूं मैं तुहानूं दस ही चुक्या जी, बाल्टी दे नॉर्थ विच किल गड्ढिया होया, तो किहड़ी है जी कील कनाल, ठीक है जी गल। तो याद रखियो इंपॉर्टेंट है, 1 लाइनर है पेपर च आ जाता है। लैजिसलेटिव असैंबली सीट्स ऑफ सिक्किम, सिक्किम दे विच लैजिसलेटिव असैंबली दीयां सीटां कितनियां ने, तो तुसीं कहोगे जी 32 ने, ठीक है जी गल। सो मैं थोड़ा दस देना जी, लैजिसलेटिव असैंबली नूं पंजाबी च कहते हैं जी आपां विधान सभा, ठीक है जी गल। थोड़ा जिहा मैं तुहानूं दसदा पहलां, विधान सभा ਵੱਧ ਤੋਂ ਵੱਧ ਜਿਹੜੀਆਂ ਸੀਟਾਂ ਹੋ ਸਕਦੀਆਂ ਉਹ ਕਿੰਨੀਆਂ ਹੋ ਸਕਦੀਆਂ ਜੀ, ਮੈਕਸੀਮਮ 500 ਹੋ ਸਕਦੀਆਂ, ਮਿਨੀਮਮ ਜਿਹੜੀਆਂ ਹੋ ਸਕਦੀਆਂ ਉਹ ਕਿੰਨੀਆਂ ਹੋ ਸਕਦੀਆਂ 60 ਹੋ ਸਕਦੀਆਂ ਨੇ ਵਿਧਾਨ ਸਭਾ ਦੀਆਂ, ਠੀਕ ਹੈ ਜੀ ਗੱਲ। ਸਾਰਿਆਂ ਨਾਲੋਂ ਵੱਧ ਕਿਹਦੀਆਂ ਨੇ, ਤੁਸੀਂ ਕਹੋਗੇ ਜੀ ਯੂਪੀ ਦੀਆਂ ਨੇ ਕਿੰਨੀਆਂ 403। ਉਦੋਂ ਘੱਟ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਵੈਸਟ ਬੰਗਾਲ ਦੀਆਂ ਨੇ ਕਿੰਨੀਆਂ ਨੇ ਜੀ 294। ਉਦੋਂ ਘੱਟ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਮਹਾਰਾਸ਼ਟਰ ਦੀਆਂ ਨੇ ਜੀ 288। ਤੁਸੀਂ ਸਾਰੀਆਂ ਨਹੀਂ ਯਾਦ ਕਰਨੀ, ਤੁਸੀਂ ਸਿਰਫ ਯੂਪੀ ਕਰ ਲਿਓ। ਜੇ ਵੈਸਟ ਬੰਗਾਲ ਅਤੇ ਮਹਾਰਾਸ਼ਟਰ ਕਰ ਸਕਦੇ ਹੋ ਤਾਂ ਵੈਲ ਐਂਡ ਗੁੱਡ ਹੈ, ਹੋਰ ਸਾਰੀਆਂ ਕੋਈ ਨਹੀਂ ਯਾਦ ਕਰਨੀਆਂ, ਠੀਕ ਹੈ। 60 ਘੱਟ ਤੋਂ ਘੱਟ ਨੇ ਜੀ, ਠੀਕ ਹੈ। तो किहदे ने जी, ये मणीपुर दियाँ ने, त्रिपुरा दियाँ ने, मेघालय दियाँ ने, तो नागालैंड दे विच कितनियां ने जी 60-60 सीटां ने, ठीक है। ये गल तुसीं याद रख लो। कुछ अपने स्टेट मतलब इंडिया दे विच की है जी एक्सैप्शनल केस भी ने, जिवें कि सिक्किम दे विच कितनियां ने 32 ने, गोवा तो मिजोरम दे विच कितने ने जी 40 ने। एक एक्सैप्शनल केस की है जी यूटी का भी बन जाता है, यूटी दे विच सारिਆਂ नालों घੱਟ किहदियां ने जी पुडुचेरी दियां ने, ठीक है। पुडुचेरी दियां कितनियां ने जी 30 ने, ठीक है। तो ध्यान रखियो इंपॉर्टेंट है। तो तुहानूं मैं थोड़ा जिहा दस दिना जी, जिवें सेंटर दे विच लोक सभा हुंदी है एवें स्टेट दे विच की हुंदी है जी विधान सभा हुंदी है, ठीक है। कंपेयर करके याद करिया करो, सेंटर दे विच जिवें लोक सभा हुंदी है उवें स्टेट दे विच विधान सभा हुंदी है, ठीक है जी गल। जिवें सेंटर दे विच राज सभा हुंदी है उवें स्टेट दे विच विधान परिषद हुंदी है, ठीक है जी गल। लैजिसलेटिव लोक सभा के मैं बारे तुहानूं दस ही चुक्या, टोटल कितने मैंबर ने जी 550 मैंबर ने मैक्सीमम, ठीक है जी गल। तो
ਰਾਜ ਸਭਾ ਦੇ ਵਿੱਚ ਕਿੰਨੇ ਨੇ ਜੀ 250 ਨੇ, ਠੀਕ ਹੈ। ਅਤੇ 238 + 12 ਦਾ ਕੀ ਹੈ ਜੀ ਕੰਬੀਨੇਸ਼ਨ ਹੈ, ਠੀਕ ਹੈ। ਇੱਕ ਕੁਐਸਚਨ ਮੈਂ ਤੁਹਾਨੂੰ ਥੋੜ੍ਹਾ ਦੱਸ ਦਿੰਦਾ, ਜਿਵੇਂ ਪ੍ਰੋਸੈਸ ਜਿਹੜਾ ਲੋਕ ਸਭਾ ਦਾ ਉਵੇਂ ਸਟੇਟ ਦੇ ਵਿੱਚ ਵਿਧਾਨ ਸਭਾ ਦਾ ਹੈ। ਤਾਂ ਇੱਕ ਕੁਐਸਚਨ ਬਣ ਜਾਂਦਾ ਹੈ, ਲੋਕ ਸਭਾ ਦੇ ਵਿੱਚ ਮੈਂਬਰ ਬਣਨ ਦੇ ਲਈ ਜਿਹੜੀ ਉਮਰ ਚਾਹੀਦੀ ਹੈ ਘੱਟੋ ਘੱਟ ਕਿੰਨੀ ਚਾਹੀਦੀ ਹੈ ਜੀ 25 ਸਾਲ ਚਾਹੀਦੀ ਹੈ। ਤਾਂ ਜੇਕਰ ਲੋਕ ਸਭਾ ਦਾ ਪ੍ਰੋਸੈਸ ਸੇਮ ਹੈ ਵਿਧਾਨ ਸਭਾ ਵਾਂਗੂ, ਠੀਕ ਹੈ ਜੀ ਗੱਲ, ਤਾਂ ਵਿਧਾਨ ਸਭਾ ਦੇ ਵਿੱਚ ਵੀ ਮਿਨੀਮਮ ਏਜ ਜਿਹੜੀ ਚਾਹੀਦੀ ਹੈ ਉਹ ਕਿੰਨੀ ਚਾਹੀਦੀ ਹੈ 25 ਸਾਲ ਚਾਹੀਦੀ ਹੈ। ਰਾਜ ਸਭਾ ਦੇ ਵਿੱਚ ਮਿਨੀਮਮ ਏਜ ਕਿੰਨੀ ਚਾਹੀਦੀ ਹੈ ਜੀ ਮੈਂਬਰ ਬਣਨ ਲਈ 30 ਸਾਲ ਚਾਹੀਦੀ ਹੈ। ਅਤੇ ਵਿਧਾਨ ਪਰਿਸ਼ਦ ਦੇ ਵਿੱਚ ਵੀ ਕਿੰਨੀ ਚਾਹੀਦੀ ਹੈ ਜੀ 30 ਸਾਲ ਚਾਹੀਦੀ ਹੈ। ਵਿਧਾਨ ਪਰਿਸ਼ਦ ਦਾ ਜਿਹੜੀ ਉਹ ਕੀ ਹੈ ਜੀ, ਮੈਨੂੰ ਲੱਗਦਾ ਉਹ ਮਤਾ ਸ਼ਾਇਦ ਇੱਕ ਵੈਸਟ ਬੰਗਾਲ ਦਾ ਪੈਣਾ ਹੈ, ਮਤਲਬ ਉੱਥੇ ਵੀ ਵਿਧਾਨ ਪਰਿਸ਼ਦ ਜਿਹੜੀ ਹੈਗੀ ਹੈ ਉਹ ਬਣਾਉਣੀ ਹੈ। ਤਾਂ ਵਿਧਾਨ ਪਰਿਸ਼ਦ ਸੀਗੀ ਜਿਹੜੀ ਪਹਿਲਾਂ 7 'ਚ ਸੀਗੀ, ਪਰ ਉਦੋਂ ਬਾਅਦ ਕੀ ਹੋਇਆ ਜੀ ਜੰਮੂ ਕਸ਼ਮੀਰ ਨੂੰ ਕੀ ਕਰ ਦਿੱਤਾ ਗਿਆ, UT 'ਚ ਕਨਵਰਟ ਕਰਤਾ। ਤਾਂ ਕਿੰਨੀਆਂ ਸਟੇਟਾਂ 'ਚ ਰਹਿ ਗਈ, ਹੁਣ 6 'ਚ ਰਹਿ ਗਈ। ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ ਜੀ ਕਿਹੜੀਆਂ UP ਹੈ ਅਤੇ ਬਿਹਾਰ ਹੈ, ਇਹਦੇ 'ਚ ਲੈਜਿਸਲੇਟਿਵ ਕੌਂਸਲ ਹੈਗੀ ਹੈ, ਬਿਲਕੁਲ ਹੈਗੀ ਹੈ ਜੀ, ਠੀਕ ਹੈ। ਆਂਧਰਾ ਪ੍ਰਦੇਸ਼ ਹੈਗਾ ਅਤੇ ਤੇਲੰਗਾਨਾ ਹੈਗਾ ਜੀ, ਠੀਕ ਹੈ ਜੀ ਗੱਲ। ਮਹਾਰਾਸ਼ਟਰ ਹੈਗਾ ਅਤੇ ਕਰਨਾਟਕਾ ਹੈਗਾ, ਠੀਕ ਹੈ। ਜੰਮੂ ਕਸ਼ਮੀਰ ਹੈ ਜਿਹੜਾ ਉਹ UT ਦੇ ਵਿੱਚ ਕਨਵਰਟ ਕਰਤਾ, ਇਸ ਨੂੰ ਮੈਂ ਦੱਸ ਚੁੱਕਿਆ ਜੀ, ਠੀਕ ਹੈ। ਥੋੜ੍ਹਾ ਜਿਹਾ ਇਹ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਵੈਸਟ ਬੰਗਾਲ ਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਵੀ ਲੈਜਿਸਲੇਟਿਵ ਕੌਂਸਲ ਬਣ ਗਈ ਕਿ ਨਹੀਂ ਬਣੀ, ਠੀਕ ਹੈ ਜੀ ਗੱਲ। ਅਤੇ ਇੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਪਣੇ ਕੀ ਹੁੰਦਾ ਜੀ, ਇੱਕ ਹੁੰਦੀਆਂ ਜੀ ਬਾਈ ਕੈਮਰਲ ਸਟੇਟਸ, ਇੱਕ ਹੁੰਦੀਆਂ ਯੂਨੀਕੈਮਰਲ ਸਟੇਟਸ। ਦੇਸੀ ਭਾਸ਼ਾ 'ਚ ਦੱਸਾਂ ਜੀ, ਬਾਈ ਦਾ ਮਤਲਬ 2, ਜਿੱਥੇ ਲੈਜਿਸਲੇਟਿਵ ਅਸੈਂਬਲੀ ਅਤੇ ਲੈਜਿਸਲੇਟਿਵ ਕੌਂਸਲ ਦੋਨੇ ਹੈਗੀ ਹੈ। ਯੂਨੀਕੈਮਰਲ ਦੇ ਵਿੱਚ ਕੀ ਹੁੰਦਾ, ਜਿੱਥੇ ਸਿਰਫ ਅਤੇ ਸਿਰਫ ਕੀ ਹੋਵੇ ਜੀ ਲੈਜਿਸਲੇਟਿਵ ਅਸੈਂਬਲੀ ਹੋਵੇ। ਪੰਜਾਬ ਦੇ ਨਾਲ ਸੰਬੰਧਿਤ ਆਪਾਂ ਪੇਪਰ ਪੜ੍ਹ ਰਹੇ ਹਾਂ, ਤਾਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਨੇ, ਤੁਸੀਂ ਕਹੋਗੇ ਜੀ 117 ਨੇ। ਲੋਕ ਸਭਾ ਦੀਆਂ ਕਿੰਨੀਆਂ ਨੇ ਜੀ 13 ਨੇ। ਰਾਜ ਸਭਾ ਦੀਆਂ ਕਿੰਨੀਆਂ ਨੇ ਜੀ 7 ਨੇ। ਕਮੈਂਟ ਬਾਕਸ ਦੇ ਵਿੱਚ ਦੱਸੋਗੇ ਜੀ ਪੰਜਾਬ ਦੇ ਵਿੱਚ ਕਿੰਨੇ ਕੈਬਨਿਟ ਮਿਨਿਸਟਰਸ ਨੇ, ਅਤੇ ਜੇ ਤੁਸੀਂ ਉਹਨਾਂ ਦੇ ਮਤਲਬ ਡਿਪਾਰਟਮੈਂਟਸ ਦੱਸ ਸਕਦੇ ਹੋ ਤਾਂ ਵੈਲ ਐਂਡ ਗੁੱਡ ਹੈ, ਪੇਪਰ ਦੇ ਵਿੱਚ ਪੱਕਾ ਆ ਜਾਂਦਾ ਹੈ। ਮਤਲਬ ਕਿਹੜਾ, ਮਤਲਬ ਜਿਵੇਂ ਕਿ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ, ਜਿਵੇਂ ਕਿ ਤੁਹਾਨੂੰ ਪੁੱਛ ਲਏ ਪੇਪਰ ਦੇ ਵਿੱਚ OP ਸੋਨੀ, ਪੰਜਾਬ ਦੇ ਵਿੱਚ OP ਸੋਨੀ ਕੀ ਹੈ ਜੀ ਕੈਬਨਿਟ ਮਿਨਿਸਟਰ ਨੇ, ਠੀਕ ਹੈ ਜੀ ਗੱਲ। ਤਾਂ ਇਹ ਕਿਹੜੇ ਡਿਪਾਰਟਮੈਂਟ ਨੂੰ ਦਿੱਤਾ ਹੋਇਆ ਜੀ ਇਹਨਾਂ ਨੂੰ, ਤਾਂ ਮੈਡੀਕਲ ਇੰਸਟੀਚਿਊਟ ਦਿੱਤਾ ਹੋਇਆ, ਅਤੇ ਫਰੀਡਮ ਫਾਈਟਰਸ ਦਾ ਜਿਹੜਾ ਡਿਪਾਰਟਮੈਂਟ ਆ ਉਹ ਵੀ ਇਹਨਾਂ ਨੂੰ ਦਿੱਤਾ ਹੋਇਆ ਜੀ, ਠੀਕ ਹੈ। ਅਤੇ ਇੱਕ ਫੂਡ ਪ੍ਰੋਸੈਸਿੰਗ ਦਾ, ਠੀਕ ਹੈ ਜੀ ਗੱਲ, ਯਾਦ ਰੱਖੋਗੇ। ਜਿਵੇਂ ਤੁਹਾਨੂੰ ਪੁੱਛ ਲੈਣ ਪੇਪਰ ਦੇ ਵਿੱਚ ਰਾਣਾ ਸੋਢੀ, ਠੀਕ ਹੈ, ਇਹਨਾਂ ਕੋਲ ਕਿਹੜਾ ਡਿਪਾਰਟਮੈਂਟ ਹੈ ਜੀ NRI ਅਫੇਅਰਸ ਦਾ, ਠੀਕ ਹੈ। ਅਤੇ ਚਰਨਜੀਤ ਚੰਨੀ ਤੁਹਾਨੂੰ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਟੈਕਨੀਕਲ ਐਜੂਕੇਸ਼ਨ ਦਾ, ਠੀਕ ਹੈ ਜੀ ਗੱਲ। ਅਤੇ ਹੋਰ ਤੁਹਾਨੂੰ ਪੁੱਛ ਲੈਣ ਜਿਵੇਂ ਕਿ ਸਾਧੂ ਸਿੰਘ ਧਰਮੋਸਤ, ਠੀਕ ਹੈ ਜੀ ਗੱਲ, ਇਹਨਾਂ ਕੋਲ ਕਿਹੜਾ ਜੀ ਫੋਰੈਸਟ, ਠੀਕ ਹੈ। ਜੇਕਰ ਤੁਹਾਨੂੰ ਪਤਾ ਜੀ ਤਾਂ ਉਹ ਕਮੈਂਟ ਬਾਕਸ ਦੇ ਵਿੱਚ 2-4 ਜਿਹੜੇ ਰਹਿ ਗਏ ਉਹ ਤੁਸੀਂ ਦੱਸ ਦੋਗੇ, ਤਾਂ 32 ਇਹਦਾ ਜਿਹੜਾ ਆ ਜੂਗਾ ਜੀ ਉਹ ਸਹੀ ਆਨਸਰ ਆ ਜੂਗਾ। ਮਿਨੀਮਮ ਏਜ ਰਿਕੁਆਇਰਜ਼ ਟੂ ਬਿਕਮ ਮੈਂਬਰ ਆਫ ਲੈਜਿਸਲੇਟਿਵ ਕੌਂਸਲ, ਮੈਂ ਪਹਿਲਾਂ ਹੀ ਦੱਸ ਚੁੱਕਿਆ ਜੀ। ਲੈਜਿਸਲੇਟਿਵ ਕੌਂਸਲ ਦਾ ਜਿਹੜਾ ਪ੍ਰੋਸੈਸ ਆ ਉਹ ਸਿਰਫ ਤੇ ਮਤਲਬ ਜਿਹਦੇ ਨਾਲ ਮਿਲਦਾ ਜੀ ਰਾਜ ਸਭਾ ਦੇ ਨਾਲ ਮਿਲਦਾ। ਜਿਵੇਂ ਸੈਂਟਰ ਦੇ ਵਿੱਚ ਰਾਜ ਸਭਾ ਹੁੰਦੀ ਹੈ, ਉਵੇਂ ਸਟੇਟ ਦੇ ਵਿੱਚ ਲੈਜਿਸਲੇਟਿਵ ਕੌਂਸਲ ਹੁੰਦੀ ਹੈ, ਵਿਧਾਨ ਪਰਿਸ਼ਦ ਹੁੰਦੀ ਹੈ। ਤਾਂ ਰਾਜ ਸਭਾ ਦੇ ਮੈਂਬਰ ਬਣਨ ਦੇ ਲਈ ਮਿਨੀਮਮ ਏਜ ਕਿੰਨੀ ਚਾਹੀਦੀ ਹੈ 30 ਸਾਲ ਚਾਹੀਦੀ ਹੈ, ਤਾਂ ਉਵੇਂ ਲੈਜਿਸਲੇਟਿਵ ਕੌਂਸਲ ਦੇ ਵਿੱਚ ਚਾਹੀਦੀ ਹੈ। ਤਾਂ 30 ਸਾਲ ਇਹਦਾ ਕੀ ਆ ਜੂਗਾ ਜੀ ਸਹੀ ਆਨਸਰ ਆ ਜੂਗਾ। 25 ਸਾਲ ਆਪਸ਼ਨ ਦੇ ਵਿੱਚ ਪਿਆ, ਤਾਂ ਇਹ ਲੋਕ ਸਭਾ ਅਤੇ ਵਿਧਾਨ ਸਭਾ ਵਾਸਤੇ ਮਿਨੀਮਮ ਏਜ ਹੁੰਦੀ ਹੈ। 35 ਸਾਲ ਮਿਨੀਮਮ ਏਜ ਹੁੰਦੀ ਹੈ ਜੀ ਕਾਹਦੇ ਵਾਸਤੇ, ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਵਾਸਤੇ, ਠੀਕ ਹੈ ਜੀ ਗੱਲ। 21 ਸਾਲ ਕਾਹਦੇ ਵਾਸਤੇ ਹੁੰਦੀ ਹੈ ਜੀ, ਪੰਚਾਇਤ ਵਾਸਤੇ ਹੁੰਦੀ ਹੈ। ਵੋਟ ਪਾਉਣ ਦਾ ਅਧਿਕਾਰ ਹੈ ਜਿਹੜਾ ਉਹ 21 ਸਾਲ ਪਹਿਲਾਂ ਹੁੰਦਾ ਸੀ, ਹੁਣ ਕਿੰਨਾ ਕਰਤਾ ਜੀ 18 ਸਾਲ ਕਰਤਾ। ਕਿਹੜੀ ਅਮੈਂਡਮੈਂਟ ਦੇ ਤਹਿਤ ਕੀਤਾ ਜੀ, 61ਵੀਂ ਅਮੈਂਡਮੈਂਟ 1988 ਦੇ ਤਹਿਤ ਹੈ ਜਿਹੜਾ ਉਹ ਕੀਤਾ ਜੀ, ਠੀਕ ਹੈ। ਹੋਰ ਆਪਾਂ ਕੀ ਯਾਦ ਕਰ ਸਕਦੇ ਹਾਂ, ਰਾਸ਼ਟਰਪਤੀ ਦੀ ਗੱਲ ਹੋਈ ਹੈ, ਰਾਸ਼ਟਰਪਤੀ ਫਸਟ ਸਿਟੀਜ਼ਨ ਆਫ ਇੰਡੀਆ ਹੁੰਦਾ ਹੈ। ਰਾਸ਼ਟਰਪਤੀ ਦੇ ਨਾਲ ਸੰਬੰਧਿਤ ਤੁਸੀਂ ਆਰਟੀਕਲਸ ਨਹੀਂ ਭੁੱਲਣੇ, 52, 54 ਨੰਬਰ ਆਰਟੀਕਲ, 58 ਨੰਬਰ ਆਰਟੀਕਲ ਅਤੇ 61 ਨੰਬਰ ਆਰਟੀਕਲ। 52 ਦੇ ਵਿੱਚ ਕੀ ਹੁੰਦਾ ਜੀ, ਦੇਅਰ ਸ਼ੈਲ ਬੀ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ। 54 ਦੇ ਵਿੱਚ ਕੀ ਹੁੰਦਾ ਜੀ, ਇਲੈਕਸ਼ਨ ਆਫ ਪ੍ਰੈਜ਼ੀਡੈਂਟ ਹੁੰਦਾ। 58 ਦੇ ਵਿੱਚ ਕੀ ਹੁੰਦਾ ਜੀ, ਕੁਆਲੀਫਿਕੇਸ਼ਨ ਹੁੰਦੀ ਹੈ। 61 ਦੇ ਵਿੱਚ ਕੀ ਹੁੰਦਾ ਜੀ, ਇੰਪੀਚਮੈਂਟ, ਮਤਲਬ ਉਹਨੂੰ ਹਟਾਇਆ ਕਿਵੇਂ ਜਾ ਸਕਦਾ, ਸਿਰਫ ਅਤੇ ਸਿਰਫ ਇੱਕੋ ਤਰੀਕੇ ਦੇ ਨਾਲ, ਵਾਇਲੇਸ਼ਨ ਆਫ ਕੌਨਸਟੀਟਿਊਸ਼ਨ, ਠੀਕ ਹੈ ਜੀ ਗੱਲ। ਤਾਂ ਯਾਦ ਰੱਖਿਓ, ਇੰਪੋਰਟੈਂਟ ਹੈ। ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵਿੱਚ ਨੋਮੀਨੇਟ ਮੈਂਬਰਸ ਨੇ ਜਿਹੜੇ ਉਹ ਪਾਰਟੀਸਪੇਟ ਨਹੀਂ ਕਰਦੇ, ਅਤੇ ਲੈਜਿਸਲੇਟਿਵ ਕੌਂਸਲ ਵੀ ਹੈ ਜਿਹੜੀ ਉਹ ਪਾਰਟੀਸਪੇਟ ਨਹੀਂ ਕਰਦੀ, ਠੀਕ ਹੈ ਜੀ ਗੱਲ। ਰਾਸ਼ਟਰਪਤੀ ਦੀ ਇਲੈਕਸ਼ਨ ਮਤਲਬ ਮਿਨੀਮਮ ਏਜ ਕਿੰਨੀ ਹੁੰਦੀ ਹੈ ਕੁਆਲੀਫਿਕੇਸ਼ਨ ਵਾਸਤੇ, ਕੀ ਹੁੰਦੀ ਹੈ 35 ਸਾਲ ਹੁੰਦੀ ਹੈ। ਅਤੇ ਇਹ ਕੀ ਹੋਣਾ ਚਾਹੀਦਾ ਜੀ, ਲੋਕ ਸਭਾ ਦਾ ਮੈਂਬਰ ਜਿਹੜਾ ਉਹ ਕੁਆਲੀਫਾਈ ਹੋਣਾ ਚਾਹੀਦਾ, ਠੀਕ ਹੈ ਜੀ ਗੱਲ। ਤਾਂ ਕਾਫੀ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਜੀ। ਜਿਵੇਂ ਹੋਰ ਪੁੱਛ ਲੈਣ ਪੇਪਰ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਕੀ ਹੁੰਦਾ ਜੀ, ਸੈਕਿੰਡ ਸਿਟੀਜ਼ਨ ਆਫ ਇੰਡੀਆ ਹੁੰਦਾ। ਆਰਟੀਕਲ 63 ਕਿਹਦੇ ਬਾਰੇ ਗੱਲ ਕਰਦਾ ਜੀ, ਦੇਅਰ ਸ਼ੈਲ ਬੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਵੇਗਾ। ਆਰਟੀਕਲ 64 ਸੁਪਰ ਇੰਪੋਰਟੈਂਟ ਹੈ, ਸਟਾਰ ਲਾ ਲਿਓ, ਕਿ ਐਕਸ ਅਫੀਸ਼ੀਓ ਚੇਅਰਮੈਨ ਆਫ ਰਾਜ ਸਭਾ ਕੌਣ ਹੁੰਦਾ, ਤਾਂ ਤੁਸੀਂ ਕਹੋਗੇ ਜੀ ਵਾਈਸ ਪ੍ਰੈਜ਼ੀਡੈਂਟ। ਐਕਸ ਅਫੀਸ਼ੀਓ ਚੇਅਰਮੈਨ ਮਤਲਬ ਇੱਕ ਸਮੇਂ ਦੇ ਉੱਤੇ 2 ਅਹੁਦੇ। ਰਾਸ਼ਟਰਪਤੀ ਹੈ ਜਿਹੜੀ ਆਪਣੀ ਤਨਖਾਹ ਕੰਮ ਕਰਨ ਦੀ ਕਾਹਦੀ ਲੈਂਦਾ ਜੀ, ਤਾਂ ਰਾਜ ਸਭਾ ਦਾ ਚੇਅਰਮੈਨ ਹੋਣ ਦੇ ਨਾਂ 'ਤੇ ਲੈਂਦਾ ਜੀ, ਠੀਕ ਹੈ। ਨੋਮੀਨੇਟ ਮੈਂਬਰਸ ਨੇ ਜਿਹੜੇ ਇਹਦੇ ਇਲੈਕਸ਼ਨ ਦੇ ਵਿੱਚ ਕੀ ਕਰਦੇ ਨੇ, ਪਾਰਟੀਸਪੇਟ ਕਰਦੇ ਨੇ, ਠੀਕ ਹੈ ਜੀ ਗੱਲ। ਵਾਈਸ ਪ੍ਰੈਜ਼ੀਡੈਂਟ, ਭਾਰਤ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਕੌਣ ਸੀ, ਐਸ ਰਾਧਾ ਕ੍ਰਿਸ਼ਨ ਸੀਗੇ। ਐਸ ਰਾਧਾ ਕ੍ਰਿਸ਼ਨ ਨੂੰ ਪਹਿਲਾ ਭਾਰਤ ਰਤਨ ਜਿਹੜਾ ਉਹ ਮਿਲਿਆ ਹੋਇਆ। ਇਸ ਤੋਂ ਇਲਾਵਾ ਇਹਨਾਂ ਨੂੰ 2 ਜਣਿਆਂ ਨੂੰ ਹੋਰ ਮਿਲਿਆ ਸੀ, CV ਰਮਨ ਅਤੇ
ਰਾਜਾ ਗੋਪਾਲਚਾਰੀ, ਠੀਕ ਹੈ ਜੀ ਗੱਲ। 1954 ਦਾ ਟਾਈਮ ਪੀਰੀਅਡ ਸੀ ਮੇ ਵੀ, ਠੀਕ ਹੈ ਜੀ ਗੱਲ। ਅਤੇ ਹੋਰ ਪੇਪਰ ਦੇ ਵਿੱਚ ਪੁੱਛ ਲੈਣ। ਬਸ ਇੰਨੀਆਂ ਗੱਲਾਂ ਕਾਫੀ ਹੈ ਜੀ, ਹੋਰ ਆਪਾਂ ਫਿਰ ਬਾਹਲਾ ਤੁਸੀਂ ਕਨਫਿਊਜ਼ ਹੋ ਜਾਓਗੇ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਜੀ 30 ਸਾਲ ਆ ਜਿਹੜਾ ਉਹ ਸਹੀ ਆਨਸਰ ਆ ਜਾਊਗਾ। ਮਿਨੀਮਮ ਏਜ ਇਹ ਤਾਂ ਤੁਹਾਨੂੰ ਦੱਸ ਚੁੱਕੇ ਹਾਂ ਜੀ। ਅਗਲੇ ਵੱਲ ਚੱਲਦੇ ਹਾਂ। ਵੈਨ ਵਾਜ਼ ਪਲੈਨਿੰਗ ਕਮਿਸ਼ਨ ਆਫ ਇੰਡੀਆ ਅਸਟੈਬਲਿਸ਼ਡ। ਬਹੁਤ ਸਾਰੇ ਬੱਚੇ ਕਨਫਿਊਜ਼ ਹੁੰਦੇ ਨੇ, ਸਿੰਪਲ ਕੁਐਸਚਨ ਹੈ। ਸੋ ਮੈਂ ਦੁਬਾਰੇ ਬੇਨਤੀ ਕਰਦਾ ਉਹਨਾਂ ਤੁਹਾਨੂੰ ਕਿ ਪਹਿਲਾਂ ਬੇਸਿਕ ਕਲੀਅਰ ਕਰੋ। ਕਹਿਣ ਦਾ ਮਤਲਬ ਇਹ ਹੈ ਜਿਹੜੇ ਤੁਹਾਡੇ ਕੋਲ ਨੋਟਸ ਪਏ ਨੇ ਉਹਨਾਂ ਨੂੰ ਹੀ ਪੜ੍ਹ ਲਓ, ਪੇਪਰ ਉਹਨਾਂ ਵਿੱਚੋਂ ਹੀ ਆਉਂਦਾ, ਠੀਕ ਹੈ ਜੀ ਗੱਲ। ਉਹ ਤੁਹਾਡੇ ਪੂਰੇ ਪੱਕੇ ਰਟੇ ਹੋਏ ਹੋਣੇ ਚਾਹੀਦੇ ਨੇ ਜੀ। 15 ਮਾਰਚ 1950 ਨੂੰ ਕੀ ਹੈ ਜੀ ਪਲੈਨਿੰਗ ਕਮਿਸ਼ਨ ਹੈ ਜਿਹੜਾ ਉਹ ਸਥਾਪਿਤ ਕੀਤਾ ਗਿਆ ਸੀ। ਪਲੈਨਿੰਗ ਕਮਿਸ਼ਨ ਦਾ ਹੁਣ ਜਿਹੜਾ ਨਾਮ ਰੱਖਤਾ ਜੀ ਉਹ ਕੀ ਰੱਖਤਾ, ਨੀਤੀ ਆਯੋਗ ਰੱਖਤਾ। ਪਲੈਨਿੰਗ ਕਮਿਸ਼ਨ ਆਪਾਂ ਲਿਆ ਕਿਹੜੇ ਦੇਸ਼ ਤੋਂ ਸੀਗਾ ਜੀ, USSR ਤੋਂ, ਰਸ਼ੀਆ ਤੋਂ, ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਰਸ਼ੀਆ ਤੋਂ ਕੀ ਲਿਆ ਸੀਗਾ ਜੀ, ਫੰਡਾਮੈਂਟਲ ਡਿਊਟੀਜ਼। ਕਿੰਨੀਆਂ ਨੇ ਟੋਟਲ, 11 ਨੇ। ਪਹਿਲਾਂ ਕਿੰਨੀਆਂ ਹੁੰਦੀਆਂ ਸੀ, 10 ਹੁੰਦੀਆਂ ਸੀ। 10 ਤੋਂ 11 ਕਿਹੜੀ ਅਮੈਂਡਮੈਂਟ ਦੇ ਤਹਿਤ ਹੋਈ ਜੀ, 86ਵੀਂ ਅਮੈਂਡਮੈਂਟ 2002, ਠੀਕ ਹੈ ਜੀ ਗੱਲ। ਅਤੇ ਨੀਤੀ ਆਯੋਗ, ਹੁਣ ਨੀਤੀ ਆਯੋਗ ਦੀ ਮੈਂ ਤੁਹਾਨੂੰ ਪੇਪਰ 'ਚ ਕੁਐਸਚਨ ਬਣਾ ਲੈਂਦਾ। 3 ਤੋਂ 4 ਤਰ੍ਹਾਂ ਦੇ ਕੁਐਸਚਨ ਬਣਾ ਸਕਦਾ ਜੀ। ਕਿਸ ਤਰ੍ਹਾਂ ਦੇ ਬਣਾ ਸਕਦਾ, ਨੀਤੀ ਆਯੋਗ ਦਾ ਚੇਅਰਮੈਨ ਕੌਣ ਹੁੰਦਾ ਜੀ, ਐਕਸ ਅਫੀਸ਼ੀਓ ਚੇਅਰਮੈਨ ਕੌਣ ਹੁੰਦਾ ਜੀ, ਤਾਂ ਤੁਸੀਂ ਕਹੋਗੇ ਜੀ ਪ੍ਰਾਈਮ ਮਿਨਿਸਟਰ ਹੈ, ਠੀਕ ਹੈ ਜੀ। ਵਾਈਸ ਚੇਅਰਮੈਨ ਦਾ ਨਾਮ ਦੱਸੋ, ਐਟ ਪ੍ਰੈਜ਼ੈਂਟ ਕੌਣ ਹੈ ਜੀ, ਰਾਜੀਵ ਕੁਮਾਰ ਹੈ ਜਿਹੜੇ ਉਹ ਵਾਈਸ ਚੇਅਰਮੈਨ ਨੇ ਨੀਤੀ ਆਯੋਗ ਦੇ, ਠੀਕ ਹੈ ਜੀ ਗੱਲ। CEO ਕੌਣ ਨੇ ਜੀ, ਤਾਂ ਤੁਸੀਂ ਕਹੋਗੇ ਜੀ ਰਾਜੀਵ ਕਾਂਤ, ਠੀਕ ਹੈ ਜੀ ਗੱਲ। ਰਾਜੀਵ ਕਾਂਤ ਹੀ ਹੈ ਨਾ, ਮਾੜਾ ਮੈਨੂੰ ਦੱਸਿਓ, ਮਾੜਾ ਮੈਨੂੰ ਕਾਂਤ ਤਾਂ ਪਿੱਛੇ ਜ਼ਰੂਰ, ਅਮਿਤਾਭ ਕਾਂਤ ਹੈ ਜੀ, ਠੀਕ ਹੈ, ਬਾਏ ਮਿਸਟੇਕ ਬੋਲਿਆ ਗਿਆ। ਅਮਿਤਾਭ ਕਾਂਤ ਨੇ ਜਿਹੜੇ CEO ਨੇ। ਵਾਈਸ ਚੇਅਰਮੈਨ ਕੌਣ ਨੇ ਜੀ, ਤਾਂ ਰਾਜੀਵ ਕੁਮਾਰ ਨੇ, ਠੀਕ ਹੈ। ਕਨਫਿਊਜ਼ ਨਾ ਹੋ ਜਾਓ, ਰਿਪੀਟ ਕਰ ਦਿੰਦਾ ਕਿ ਨੀਤੀ ਆਯੋਗ ਦੇ ਚੇਅਰਮੈਨ ਕੌਣ ਨੇ ਜੀ, ਪ੍ਰਾਈਮ ਮਿਨਿਸਟਰ ਹੁੰਦੇ ਨੇ, ਠੀਕ ਹੈ। ਵਾਈਸ ਚੇਅਰਮੈਨ ਐਟ ਪ੍ਰੈਜ਼ੈਂਟ ਕੌਣ ਨੇ, ਰਾਜੀਵ ਕੁਮਾਰ ਨੇ, ਠੀਕ ਹੈ। ਅਤੇ CEO ਕੌਣ ਨੇ ਜੀ, ਤਾਂ ਤੁਸੀਂ ਕਹੋਗੇ ਜੀ ਅਮਿਤਾਭ ਕਾਂਤ, ਠੀਕ ਹੈ ਜੀ ਗੱਲ। ਤਾਂ 15 ਮਾਰਚ 1950, ਠੀਕ ਹੈ ਜੀ। ਪਹਿਲਾ ਪਲਾਨ ਜਿਹੜਾ ਚੱਲਿਆ ਸੀ 5 ਈਅਰ ਪਲਾਨ, ਉਹ ਕਦੋਂ ਤੋਂ ਕਦੋਂ ਤੱਕ ਸੀਗਾ ਜੀ, 1951 ਤੋਂ 1956 ਤੱਕ ਸੀਗਾ। ਦੂਜਾ ਸੀਗਾ ਜਿਹੜਾ 1956 ਤੋਂ ਲੈ ਕੇ 1961 ਤੱਕ ਸੀਗਾ। ਤੀਜਾ ਸੀਗਾ ਜਿਹੜਾ 1961 ਤੋਂ ਲੈ ਕੇ 1966 ਤੱਕ ਸੀਗਾ, ਠੀਕ ਹੈ ਜੀ ਗੱਲ। 1951 ਤੋਂ 56 ਪਹਿਲਾ 5 ਈਅਰ ਪਲਾਨ ਸੀ। ਇਹਦੇ ਵਿੱਚ ਬੇਸਿਕਲੀ ਪੇਪਰ 'ਚ ਪੁੱਛ ਲੈਂਦੇ ਆ ਕਿ ਜਿਹੜੀ ਤਰਜੀਹ ਦਿੱਤੀ ਗਈ ਉਹ ਕਿਹਨੂੰ ਦਿੱਤੀ ਗਈ ਜੀ, ਐਗਰੀਕਲਚਰ ਨੂੰ ਦਿੱਤੀ ਗਈ, ਖੇਤੀਬਾੜੀ ਨੂੰ ਦਿੱਤੀ ਗਈ। ਇਹਦੇ ਵਿੱਚ ਜਿਹੜਾ ਗਰੋਥ ਰੇਟ ਮੰਗਿਆ ਸੀਗਾ ਉਹ ਕਿੰਨਾ ਮੰਗਿਆ ਸੀਗਾ, 2.1%। ਪਰ ਰਿਜ਼ਲਟ ਬਹੁਤ ਵਧੀਆ ਆਏ। ਤਾਂ ਕਿੰਨਾ ਗਰੋਥ ਰੇਟ ਅਚੀਵ ਕੀਤਾ ਜੀ, 3.6% ਕੀਤਾ। ਧਿਆਨ ਰੱਖਿਓ, ਇੰਪੋਰਟੈਂਟ ਹੈ। ਇਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਪਹਿਲੇ 5 ਈਅਰ ਪਲਾਨ ਨੂੰ ਹੈਰਰ ਡੋਮਰ ਮਾਡਲ ਵੀ ਕਿਹਾ ਜਾਂਦਾ, ਠੀਕ ਹੈ। ਮੈਂ ਪੂਰਾ ਨਹੀਂ ਲਿਖੂੰਗਾ, ਰਿਪੀਟ ਕਰ ਦਿੰਦਾ, ਹੈਰਰ ਡੋਮਰ ਮਾਡਲ, ਠੀਕ ਹੈ। ਦੂਜੇ 5 ਈਅਰ ਪਲਾਨ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, PC ਮਹਾਬਲੋਨਿਸ, PC ਮਹਾਬਲੋਨਿਸ, ਠੀਕ ਹੈ ਜੀ ਗੱਲ। ਅਤੇ PC ਮਹਾਬਲੋਨਿਸ ਤੁਹਾਨੂੰ ਮੈਂ ਦੱਸ ਦਿੰਦਾ, ਇੱਕ 29 ਜੂਨ ਨੂੰ, ਮੇਰੇ ਗੱਲਾਂ ਕਾਫੀ ਯਾਦ ਆ ਜਾਂਦੀਆਂ। 29 ਜੂਨ ਨੂੰ ਕੀ ਹੈ ਜੀ, ਨੈਸ਼ਨਲ ਸਟੈਟਿਕਸ ਡੇ ਮਨਾਇਆ ਜਾਂਦਾ ਜੀ, ਕਿਹਦੇ ਨਾਂ 'ਤੇ, PC ਮਹਾਬਲੋਨਿਸ ਦੇ ਨਾਂ 'ਤੇ, ਠੀਕ ਹੈ ਜੀ ਗੱਲ। ਯਾਦ ਰੱਖੋਗੇ। ਇਹਦੇ ਵਿੱਚ ਜਿਹੜੇ ਤਰਜੀਹ ਦਿੱਤੀ ਗਈ ਕਿਹਨੂੰ ਦਿੱਤੀ ਗਈ ਜੀ, ਇੰਡਸਟਰੀ ਨੂੰ ਦਿੱਤੀ ਗਈ। ਤੀਜਾ 5 ਈਅਰ ਪਲਾਨ ਦੇ ਵਿੱਚ ਕੀ ਆਇਆ ਜੀ, ਠੀਕ ਹੈ ਜੀ। ਤਾਂ ਹੋਰ ਆਪਾਂ 1961 ਤੋਂ 66 ਤੀਜਾ 5 ਈਅਰ ਪਲਾਨ, ਇਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਗੱਡਗਿੱਲ ਯੋਜਨਾ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਆਈ ਸੀਗੀ, ਕਦੋਂ ਤੋਂ ਕਦੋਂ ਤੱਕ ਚੱਲੀ ਹੈ ਜੀ, ਮਤਲਬ ਗ੍ਰੀਨ ਰੈਵੋਲਿਊਸ਼ਨ 1966-67 ਦਾ ਟਾਈਮ ਪੀਰੀਅਡ ਸੀਗਾ, ਠੀਕ ਹੈ। ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਕਿਹਨੂੰ ਕਿਹਾ ਜਾਂਦਾ ਜੀ, ਤਾਂ ਪੂਰਾ ਨਾਮ ਨਹੀਂ ਲਿਖੂੰਗਾ, ਨਾਰਮਨ ਬਲਾਰਕ ਕਿਹਾ ਜਾਂਦਾ। ਇੰਡੀਆ ਦੇ ਵਿੱਚ ਕਿਹਨੂੰ ਕਿਹਾ ਜਾਂਦਾ ਜੀ, MS ਸਵਾਮੀਨਾਥਨ ਨੂੰ ਕਿਹਾ ਜਾਂਦਾ ਜੀ। ਜਿਹੜੀ ਗ੍ਰੀਨ ਰੈਵੋਲਿਊਸ਼ਨ ਟਰਮ ਦਿੱਤੀ ਸੀ ਉਹ ਕਿਹਨੇ ਦਿੱਤੀ ਸੀ ਜੀ, ਤੁਸੀਂ ਕਹੋਗੇ ਜੀ ਵਿਲੀਅਮ ਗੌਡ ਨੇ ਦਿੱਤੀ ਸੀ, ਠੀਕ ਹੈ ਜੀ ਗੱਲ। ਤਾਂ ਸਾਰੀਆਂ ਗੱਲਾਂ ਤੁਸੀਂ ਯਾਦ ਰੱਖੋਗੇ, ਇੰਪੋਰਟੈਂਟ ਹੈ। 15 ਮਾਰਚ 1950 ਇਹਦਾ ਕੀ ਆ ਜਾਊਗਾ ਜੀ, ਸਹੀ ਆਨਸਰ ਆ ਜਾਊਗਾ। ਦਾ ਟਰੋਪਿਕ ਆਫ ਕੈਂਸਰ ਡਜ਼ ਨਾਟ ਪਾਸ ਥਰੂ ਵਿਚ ਕੰਟਰੀ। ਐਤਕੀ ਜੋ ਵਕਫ ਬੋਰਡ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਇਹ ਕੁਐਸਚਨ ਆਇਆ ਸੀਗਾ। ਤਾਂ ਹਰ ਇੱਕ ਪੇਪਰ ਦੇ ਦੂਜੇ ਤੀਜੇ ਪੇਪਰ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਜੀ, ਟਰੋਪਿਕ ਆਫ ਕੈਂਸਰ ਕਿਹੜੇ ਦੇਸ਼ 'ਚੋਂ ਪਾਸ ਨਹੀਂ ਕਰਦੀ। ਇੰਡੀਆ 'ਚੋਂ ਕਰਦੀ ਹੈ ਜੀ, ਬਿਲਕੁਲ ਕਰਦੀ ਹੈ। ਬੰਗਲਾਦੇਸ਼ 'ਚੋਂ ਕਰਦੀ ਹੈ ਜੀ, ਮਿਆਂਮਾਰ 'ਚੋਂ ਕਰਦੀ ਹੈ। ਪਾਕਿਸਤਾਨ ਦੇ ਵਿੱਚੋਂ ਨਹੀਂ ਕਰਦੀ, ਠੀਕ ਹੈ ਜੀ ਗੱਲ। ਹੋਰ ਮੁਲਕ ਦੱਸ ਦਿੰਦਾ, ਜਿਵੇਂ ਤੁਹਾਨੂੰ ਮੈਂ ਟਰੋਪਿਕ ਆਫ ਕੈਂਸਰ ਦੇ ਬਾਰੇ ਮੈਂ ਨਾ ਤੁਹਾਨੂੰ ਥੋੜ੍ਹਾ ਖੁੱਲ੍ਹ ਕੇ ਦੱਸ ਦਿੰਦਾ ਜੀ। ਟਰੋਪਿਕ ਆਫ ਕੈਂਸਰ ਹੈ ਜਿਹੜੀ 16 ਕੰਟਰੀਜ਼ 'ਚੋਂ ਪਾਸ ਕਰਦੀ ਹੈ ਜੀ, ਅਤੇ 3 ਕੀ ਹੈ ਜੀ ਕੌਂਟੀਨੈਂਟਸ ਦੇ ਵਿੱਚੋਂ ਪਾਸ ਕਰਦੀ ਹੈ, ਠੀਕ ਹੈ ਜੀ ਗੱਲ। 16 ਦੇ ਵਿੱਚੋਂ ਆਪਾਂ ਮਤਲਬ ਮੇਨ ਯਾਦ ਕਰਨੇ ਜੀ, ਇੰਡੀਆ 'ਚੋਂ ਪਾਸ ਕਰਦੀ ਹੈ ਜੀ, ਠੀਕ ਹੈ। ਬੰਗਲਾਦੇਸ਼ 'ਚੋਂ ਕਰਦੀ ਹੈ, ਤੁਹਾਨੂੰ ਪੁੱਛਣ ਮਿਆਂਮਾਰ 'ਚੋਂ ਕਰਦੀ ਹੈ ਅਤੇ ਓਮਾਨ 'ਚੋਂ ਕਰਦੀ ਹੈ। ਚਾਈਨਾ 'ਚੋਂ ਕਰਦੀ ਹੈ ਤਾਂ ਤਾਈਵਾਨ 'ਚੋਂ ਕਰਦੀ ਹੈ। ਸਾਊਦੀ ਅਰੇਬੀਆ 'ਚੋਂ ਕਰਦੀ ਹੈ ਅਤੇ UAE 'ਚੋਂ ਕਰਦੀ ਹੈ, ਠੀਕ ਹੈ ਜੀ ਗੱਲ। ਇਹ ਤਾਂ ਹੋਈਆਂ ਕੰਟਰੀਜ਼, ਅਤੇ 3 ਕੌਂਟੀਨੈਂਟ ਹੋ ਗਏ, ਮਤਲਬ ਆਪਾਂ ਕਹਿੰਦੇ ਹਾਂ ਮਹਾਂਦੀਪ ਹੋ ਗਏ ਜੀ। ਕਿਹੜੇ ਕਿਹੜੇ, ਨਾਰਥ ਅਮੈਰੀਕਾ, ਠੀਕ ਹੈ ਜੀ ਗੱਲ, ਅਫਰੀਕਾ ਅਤੇ ਏਸ਼ੀਆ ਦੇ ਵਿੱਚੋਂ, ਠੀਕ ਹੈ ਜੀ ਗੱਲ। ਧਿਆਨ ਰੱਖੋਗੇ। ਭਾਰਤ ਦੇ ਵਿੱਚੋਂ ਕਿੰਨੀਆਂ ਸਟੇਟਾਂ 'ਚੋਂ ਪਾਸ ਕਰਦੀ ਹੈ ਜੀ, ਤਾਂ ਤੁਸੀਂ ਕਹੋਗੇ ਜੀ 8 ਚੋਂ। ਤਾਂ ਰੈਗੂਲਰ ਮਤਲਬ ਕੀ ਹੈ, ਇੱਕ ਲਾਈਨ ਵਾਈਜ਼ ਮੈਂ ਤੁਹਾਨੂੰ ਦੱਸ ਦਿੰਦਾ ਜੀ, ਗੁਜਰਾਤ,
राजस्थान, मध्य प्रदेश, छत्तीसगढ़, झारखंड, पश्चिम बंगाल, त्रिपुरा ते मिजोरम। ठीक है जी, आ 8 स्टेटां विचों की टॉपिक ऑफ कैंसर है जी पास करती है। एक तुहानूं होर क्वेश्चन पूछ लैणगे कि माही रिवर है जी वो की करती है जी टॉपिक ऑफ कैंसर नूं कट करती है। ठीक है, ये भी गल तुसीं नहीं भुल्लनी हैगी। ठीक है, एक तुसीं सुपर इंपॉर्टेंट क्वेश्चन लिख लो जी स्टार पा के, कॉन्गो रिवर है जिहड़ा वो करदा जी इक्वेटर नूं ट्वाइस वार कट करदा जी। कॉन्गो रिवर कट्स इक्वेटर ट्वाइस, 2 बार कट करदा जी किहड़ा रिवर, कॉन्गो। ठीक है, तो एक तुसीं मैनूं कमेंट बॉक्स दे विच जरूर दसोगे कि इक्वेटर है जिहड़ा वो किन्नियां स्टेट कंट्रीज़ दे विचों जिहड़ा वो लंघदा गा। ठीक है, ये कमेंट बॉक्स का तुहाडा क्वेश्चन है जी। तो पाकिस्तान इहदा की आ जाऊगा जी, सही आंसर आ जाऊगा। विच साइंटिफिक इंस्ट्रूमेंट इज़ यूज टू मैजर ब्लड प्रैशर। ब्लड प्रैशर है जिहड़ा वो किहड़े साइंटिफिक इंस्ट्रूमेंट दे नाल जिहड़ा वो की कीता जांदा, मापिया जांदा है। तो स्फिग्मोमीटर दे नाल इहदा जिहड़ा आ जाऊगा जी वो सही आंसर आ जाऊगा डी ऑप्शन। ठीक है जी, एक तुसीं साइंटिफिक इंस्ट्रूमेंट 10 तो 15 पक्का याद करने ही करने ने, पक्का पेपर दे विच आऊगा ही आऊगा जी। ठीक है, तो मैं तुहानूं थोड़े करा देना, जिवें तुहानूं एमीटर पुछ ले तो वो कहदे वास्ते वरतिया जांदा जी, इलैक्ट्रिक करंट मापण वास्ते की है जी एमीटर वरतिया जांदा। एक गलवैनोमीटर भी इलैक्ट्रिक करंट वास्ते मापिया जांदा है। एक तुसीं याद रखोगे एनीमोमीटर। ठीक है, बाय मिसटेक स्पैलिंग उरों पर होए तो मैनेज कर लियो। एनीमोमीटर जिहड़ा वरतिया जांदा काहदे वास्ते जी, वेलोसिटी ऑफ विंड एंड इट्स डायरैक्शनस। ठीक है, एनीमोमीटर वरतिया जांदा जी। ठीक है, होर जे तुहानूं पुछ लैण आडियोमीटर, ये तो सारिਆਂ ਨੂੰ पता ही होऊगा जी काहदे वास्ते वरतिया जांदा जी, इंटैंसिटी ऑफ साउंड वास्ते वरतिया जांदा है। ठीक है, किहड़ा जी, आडियोमीटर। बाइनोकुलर, ठीक है जी, टू व्यू डिस्टेंट ऑब्जैक्ट, मतलब दूर के ऑब्जैक्ट है जिहड़े देखण लई बाइनोकुलर वरतिया जांदा जी। बैरोमीटर सुपर इंपॉर्टेंट, बैरोमीटर काहदे लई वरतिया जांदा जी, एटमोसफेयरिक प्रैशर के लिए वरतिया जांदा जी बैरोमीटर। बैरोमीटर की पेपर पूछ लेना भी मतलब फाउंड किहने कीता, डिस्कवर किहने कीता, तो तुसीं याद रखोगे ई टेरोसिली याद रखोगे। ठीक है, डायनमो काहदे लई वरतिया जांदा, तो तुसीं कहोगे जी कन्वर्ट मकैनीकल एनर्जी इनटू इलैक्ट्रिक एनर्जी। सुपर इंपॉर्टेंट है, ध्यान रखियो। ठीक है, होर आपां किहड़े याद कर सकते हैं जी, फैथोमीटर, ये भी सुपर इंपॉर्टेंट है जी, काहदे लई वरतिया जांदा जी, डैप्थ ऑफ ओशियन के लिए, समुद्रां की डूंघाई के लिए है जी। ठीक है, तो ऐतकी जिहड़ा एक सुन मैं ओशियन डे जो किहड़े दिन मनाया जाता जी, तो तुसीं कहोगे जी 8 जून नूं की हुंदा जी, ओशियन डे हुंदा जी। ओशियन डे का ऐतकी बार का थीम तुसीं जिहड़ा दसोगे। ठीक है, कमेंट बॉक्स दे विच हाइड्रोमीटर पुछ लैण। हाइड्रोमीटर काहदे लई वरतिया जांदा जी, डेंसिटी ऑफ लिक्विड के लिए वरतिया जांदा जी हाइड्रोमीटर। एक हुंदा जी हाईग्रोमीटर, जी आ जांदी है विचाले, हाईग्रोमीटर काहदे लई वरतिया जांदा हैगा, तो ह्यूमिडिटी लई वरतिया जांदा। सुपर इंपॉर्टेंट है जी, ध्यान रखियो। हाइड्रोमीटर लिक्विड के लिए वरतिया जांदा, हाईग्रोमीटर काहदे लई वरतिया जांदा जी, ह्यूमिडिटी लई वरतिया जांदा है। ठीक है, एक होर आ जांदा जी, तुहानूं पुछ लैण पेपर च, लैक्टोमीटर काहदे लई जी, डेंसिटी ऑफ मिल्क। ठीक है जी, मिल्क के विच किहड़ा एसिड हुंदा, तो तुसीं कहोगे जी लैक्टिक एसिड हुंदा। ठीक है, इत्थों याद रख लियो, काफ़ी गल्लां मैं तुहानूं दस चुकिया जी। तो स्फिग्मोमीटर इहदा जिहड़ा की आ जाऊगा जी, सही आंसर आ जाऊगा। विच साइंटिस्ट डिस्कवर्ड द प्रोटन जिहड़ा फाउंड किया जी, वो किहड़े साइंटिस्ट ने फाउंड किया। सिंपल क्वेश्चन है जी। ठीक है, 5 तो 7 मिनट के एक ना टॉपिक मैं बना दूंगा अगली वीडियो के विच। ठीक है, ਜਾਂ ਹੁਣੀ ਦੱਸ दूंगा जी ਕਿਹੜੇ ਕਿਹੜੇ ਤੁਸੀਂ याद करने, मतलब वो याद कर लो एक बार, फिर मैं होर ਦੱਸ दूंगा। ठीक है जी, प्रोटोन किहने फाउंड किया जी, तो तुसीं कहोगे जी ਆਪਾਂ चैक करते हैं जे थॉमसन ने तो इलैक्ट्रॉन फाउंड किया सीगा जी। जेम्स चैडविक इन्हें तो की कीता सीगा जी, न्यूट्रॉन फाउंड किया सीगा जेम्स चैडविक ने। रदरफोर्ड ने की कीता सीगा जी, प्रोटन। तो यदा जिहड़ा सही आंसर आ जाऊगा, थर्ड ऑप्शन इहदा की आ जाऊगा जी, सही आंसर आ जाऊगा जी। ठीक है, याद रखियो। एक्सरे पेपर च पुछ लैण, एक्सरेज किहने फाउंड कीतियां जी, डिस्कवर कीतियां, तुसीं कहोगे जी रॉन्गजन ने, ROENGTON। ठीक है, रेडियो एक्टिविटी पेपर च पुछ लैण, रेडियो एक्टिविटी, तो तुसीं कहोगे जी हैनरी बैक्यूरेल। ठीक है, नाम थोड़े जे औखे ने, पर जे याद करोगे फिर हो जाऊगा। डायनामाइट किहने कीता सीगा जी, एल्फ्रेड नोबल ने। जिहड़ा नोबल प्राइज़ दिता जाता जी, किन्ने फील्ड्स दे विच दिता जाता जी, 6 फील्ड दे विच दिता जाता जी। ठीक है, नॉर्वे, ठीक है, नॉर्वे की राजधानी ओसलो दे विच दिता जाता सिर्फ तो सिर्फ पीस लई, बाकी सारिਆਂ ਦੇ ਲਈ कित्थे दिता जाता जी, स्वीडन की राजधानी स्टॉकहोम दे विच। ये भी गल तुसीं याद रखनी है। ठीक है, तो यदा जिहड़ा सही आंसर आ जाऊगा जी, वो थर्ड ऑप्शन है जिहड़ा सही आंसर आ जाऊगा, ध्यान रखियो, इंपॉर्टेंट है।
ਬਲੂ ਕਲਰ ਆਫ ਸਕਾਈ ਇਜ਼ ਡਿਊ ਟੂ, ਸਕਾਈ ਦਾ ਜਿਹੜਾ ਨੀਲਾ ਰੰਗ ਹੁੰਦਾ ਉਹ ਕਿਹਦੇ ਕਰਕੇ ਹੁੰਦਾ ਜੀ, ਸਕੈਟਰਿੰਗ ਆਫ ਲਾਈਟ ਕਰਕੇ ਹੁੰਦਾ ਜੀ। ਠੀਕ ਹੈ, ਜਿਹੜਾ ਸੂਰਜ ਚੜ੍ਹਦਾ ਲਾਲ ਹੁੰਦਾ ਮਤਲਬ ਲਾਲ ਜਿਹਾ ਹੁੰਦਾ, ਠੀਕ ਹੈ, ਉਹ ਵੀ ਕਾਹਦੇ ਕਰਕੇ ਹੁੰਦਾ ਜੀ, ਸਕੈਟਰਿੰਗ ਆਫ ਲਾਈਟ ਕਰਕੇ ਹੁੰਦਾ ਹੈ। ਠੀਕ ਹੈ, ਅਤੇ ਹੋਰ ਪਾਣੀ ਦਾ ਰੰਗ ਜਿਹੜਾ ਨੀਲਾ ਹੁੰਦਾ ਉਹ ਕਾਹਦੇ ਕਰਕੇ ਹੁੰਦਾ, ਉਹ ਵੀ ਸਕੈਟਰਿੰਗ ਆਫ ਲਾਈਟ ਦੇ ਕਰਕੇ ਹੁੰਦਾ। ਠੀਕ ਹੈ, ਤਾਂ ਇਹ ਕੁਐਸਚਨ ਮੇਨਲੀ ਜਿਹੜਾ ਆਉਂਦਾ ਹੀ ਰਹਿੰਦਾ ਹੈਗਾ, ਤਾਂ ਧਿਆਨ ਰੱਖਿਓ ਸਕੈਟਰਿੰਗ ਆਫ ਲਾਈਟ ਇਹਦਾ ਸਹੀ ਆਨਸਰ ਆ ਜਾਊਗਾ। ਰੋਜ਼ਾ ਸ਼ਰੀਫ ਮੇਲਾ ਇਜ਼ ਹੈਲਡ ਇਨ ਵਿਚ ਪਲੇਸ, ਰੋਜ਼ਾ ਸ਼ਰੀਫ ਮੇਲਾ ਲੱਗਦਾ ਜੀ ਪੰਜਾਬ ਦੇ ਵਿੱਚ ਲੱਗਦਾ ਹੈ, ਤਾਂ ਕਿੱਥੇ ਲੱਗਦਾ ਜੀ, ਤਾਂ ਤੁਸੀਂ ਕਹੋਗੇ ਜੀ ਸਰਹੰਦ ਦੇ ਵਿੱਚ ਹੈ ਜਿਹੜਾ ਉਹ ਲੱਗਦਾ ਹੈਗਾ। ਠੀਕ ਹੈ ਜੀ ਗੱਲ, ਤਾਂ ਕਿਹਦੀ ਮਤਲਬ ਓਨਰ ਦੇ ਵਿੱਚ ਲੱਗਦਾ, ਤੁਸੀਂ ਕਹੋਗੇ ਜੀ ਸ਼ੇਖ ਅਹਿਮਦ ਫਾਰੂਕੀ। ਠੀਕ ਹੈ, ਸਰਹਿੰਦੀ ਦੇ ਨਾਂ 'ਤੇ ਕੀ ਜੀ ਰੱਖਦਾ ਹੈਗਾ, ਮਾੜਾ ਜਿਹਾ ਯਾਦ ਰੱਖ ਲਿਓ ਇੱਕ ਵਾਰ। ਠੀਕ ਹੈ, ਇੰਪੋਰਟੈਂਟ ਆ। ਜਗਰਾਉਂ ਦੇ ਵਿੱਚ ਕਿਹੜਾ ਮੇਲਾ ਲੱਗਦਾ ਜੀ, ਰੋਸ਼ਨੀ ਫੇਅਰ ਲੱਗਦਾ। ਠੀਕ ਹੈ, ਇਹ ਵੀ ਗੱਲ ਨਹੀਂ ਤੁਸੀਂ ਭੁੱਲਣੀ। ਪਾਇਲ ਦੇ ਵਿੱਚ ਕਿਹੜਾ ਲੱਗਦਾ ਜੀ, ਜਰਗ ਮੇਲਾ ਲੱਗਦਾ। ਜਰਗ ਦੇ ਮੇਲੇ ਦੇ ਵਿੱਚ ਬੇਸਿਕਲੀ ਜੇ ਲੁਧਿਆਣਾ ਵੀ ਆ ਸਕਦਾ ਪਰ ਪ੍ਰੋਪਰ ਪਾਇਲ ਦੇ ਵਿੱਚ ਲੱਗਦਾ। ਠੀਕ ਹੈ, ਜਰਗ ਮੇਲੇ ਦੇ ਵਿੱਚ ਮਾਤਾ ਸੀਤਲਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਡੌਂਕੀ ਦੀ ਵੀ ਪੂਜਾ ਕੀਤੀ ਜਾਂਦੀ ਹੈ। ਚੇਤ ਦੇ ਮਹੀਨੇ ਦੇ ਵਿੱਚ ਇਹ ਲੱਗਦਾ। ਠੀਕ ਹੈ ਜੀ ਗੱਲ। ਜਲੰਧਰ ਦੇ ਵਿੱਚ ਕੀ ਹੈ ਜੀ, ਦੇਵੀ ਤਲਾਬ ਮੰਦਿਰ, ਪੇਪਰ 'ਚ ਪੁੱਛ ਲੈਣ ਕਿੱਥੇ ਹੈ ਜੀ, ਦੇਵੀ ਤਲਾਬ ਮੰਦਿਰ, ਤਾਂ ਤੁਸੀਂ ਕਹੋਗੇ ਜੀ ਜਲੰਧਰ ਦੇ ਵਿੱਚ ਹੈ। ਬਾਬਾ ਸੋਡਲ ਮੇਲਾ ਵੀ ਕਿੱਥੇ ਲੱਗਦਾ ਜੀ, ਬਾਬਾ ਸੋਡਲ ਮੇਲਾ। ਇੰਪੋਰਟੈਂਟ ਨੇ ਬੱਚੇ ਇਹ ਸਾਰੇ ਮੇਲੇ, ਬਾਬਾ ਸੋਡਲ ਮੇਲਾ ਵੀ ਜਲੰਧਰ ਲੱਗਦਾ। ਠੀਕ ਹੈ ਜੀ ਗੱਲ, ਤਾਂ ਯਾਦ ਰੱਖਿਓ। ਠੀਕ ਹੈ, ਮਾਘੀ ਫੇਅਰ ਕਿੱਥੇ ਲੱਗਦਾ, ਮਾਘੀ, ਤਾਂ ਇਹ ਤਾਂ ਸਾਰਿਆਂ ਨੂੰ ਪਤਾ ਹੀ ਜੀ, ਐਮ 'ਤੇ ਮਾਘੀ, ਐਮ 'ਤੇ ਮੁਕਤਸਰ। ਠੀਕ ਹੈ ਜੀ ਗੱਲ। ਮੇਲਾ ਗਦਰੀ ਬਾਬਿਆਂ ਦਾ, ਇਹ ਵੀ ਇੰਪੋਰਟੈਂਟ ਹੈ ਜੀ, ਮੇਲਾ ਗਦਰੀ ਬਾਬਿਆਂ ਦਾ ਕਿੱਥੇ ਲੱਗਦਾ ਜੀ, ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਲੱਗਦਾ। ਇਹ ਵੀ ਗੱਲ ਤੁਸੀਂ ਯਾਦ ਰੱਖੋਗੇ। ਠੀਕ ਹੈ, ਤਾਂ ਸਰਹੰਦੇ ਦਾ ਜਿਹੜਾ ਆਜੂਗਾ ਜੀ ਉਹ ਸਹੀ ਆਨਸਰ ਆ ਜਾਊਗਾ। ਵੈਨ ਵਾਜ਼ ਮਹਾਰਾਜਾ ਰਣਜੀਤ ਸਿੰਘ ਬੌਰਨ ਮਲਤਾਨ, ਮਹਾਰਾਜਾ ਰਣਜੀਤ ਸਿੰਘ ਨੇ ਮਲਤਾਨ ਕਦੋਂ ਜਿੱਤਿਆ ਬੱਚੋ, ਇੱਕ ਕੁਐਸਚਨ ਪੱਕਾ ਦੇਖਣ ਨੂੰ ਮਿਲੂਗਾ ਹੀ ਮਿਲੂਗਾ। ਤੁਹਾਨੂੰ ਮੈਂ ਪਹਿਲਾਂ ਪੰਜਾਬ ਜੀਕੇ ਦੀ ਵੀਡੀਓਜ਼ ਦੇ ਵਿੱਚ ਵੀ ਇਹ ਦੱਸ ਚੁੱਕਿਆ, ਤਾਂ ਤੁਸੀਂ ਕਿਵੇਂ ਕਿਵੇਂ ਪੜ੍ਹਨਾ ਦੇਖੋ। 1799 ਯਾਦ ਰੱਖਣਾ ਹੈ ਜੀ, 1805 ਯਾਦ ਰੱਖਣਾ ਹੈ ਜੀ, 1808 ਯਾਦ ਰੱਖਣਾ ਹੈ ਜੀ, 1809 ਯਾਦ ਰੱਖਣਾ ਹੈ ਜੀ, 1818 ਯਾਦ ਰੱਖਣਾ ਹੈ, 1819 ਯਾਦ ਰੱਖਣਾ ਹੈ ਅਤੇ 1834 ਯਾਦ ਰੱਖਣਾ ਹੈ। 1799 ਦੇ ਵਿੱਚ ਕੀ ਜਿੱਤਿਆ ਜੀ, ਲਾਹੌਰ ਜਿੱਤਿਆ ਜੀ। 1805 ਦੇ ਵਿੱਚ ਅੰਮ੍ਰਿਤਸਰ ਜਿੱਤਿਆ ਮਹਾਰਾਜਾ ਰਣਜੀਤ ਸਿੰਘ ਨੇ। 1808 ਦੇ ਵਿੱਚ ਕੀ ਜਿੱਤਿਆ ਜੀ, ਸਿਆਲਕੋਟ ਜਿੱਤਿਆ। ਕਿਹਦੇ ਤੋਂ ਜੀ, ਜੀਵਨ ਸਿੰਘ ਤੋਂ ਜਿੱਤਿਆ। ਠੀਕ ਹੈ, 1809 ਦੇ ਵਿੱਚ ਟ੍ਰੀਟੀ ਆਫ ਅੰਮ੍ਰਿਤਸਰ ਹੋਈ ਹੈ ਕਿਹਦੇ ਨਾਲ, ਮਹਾਰਾਜਾ ਰਣਜੀਤ ਸਿੰਘ ਦੀ ਲਾਰਡ ਮਿੰਟੋ ਦੇ ਨਾਲ। ਇਹ ਵੀ ਨਹੀਂ ਗੱਲ ਤੁਸੀਂ ਭੁੱਲਣੀ। 1818 ਦੇ ਵਿੱਚ ਮਲਤਾਨ ਜਿੱਤਿਆ ਜੀ। ਠੀਕ ਹੈ, ਕਿਹਦੇ ਤੋਂ, ਮੁਜ਼ੱਫਰ ਖਾਨ ਤੋਂ। ਐਮ 'ਤੇ ਮਲਤਾਨ, ਐਮ ਤੋਂ ਮੁਜ਼ੱਫਰ ਖਾਨ ਤੁਸੀਂ ਯਾਦ ਰੱਖ ਸਕਦੇ ਹੋ। 1819 ਦੇ ਵਿੱਚ ਕਸ਼ਮੀਰ ਜਿੱਤਿਆ ਜੀ ਕਿਹਦੇ ਤੋਂ, ਜਾਬਰ ਖਾਨ ਤੋਂ। ਠੀਕ ਹੈ ਜੀ ਗੱਲ। 1834 ਦੇ ਵਿੱਚ ਪੇਸ਼ਾਵਰ ਜਿੱਤਿਆ ਜੀ ਕਿਹਦੇ ਤੋਂ, ਅਜ਼ੀਮ ਖਾਨ ਤੋਂ। ਠੀਕ ਹੈ ਜੀ ਗੱਲ, ਤਾਂ ਯਾਦ ਰੱਖੋਗੇ। ਇਹਨੇ ਕੀ ਪੁੱਛਿਆ ਸੀਗਾ ਜੀ, ਮਲਤਾਨ ਪੁੱਛਿਆ ਜੀ 1818 ਦੇ ਵਿੱਚ। ਠੀਕ ਹੈ, ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਉਹ 1818 ਇਹਦਾ ਸਹੀ ਆਨਸਰ ਆ ਜਾਊਗਾ। ਧਿਆਨ ਰੱਖਿਓ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੁੰਦਾ ਜੀ, ਤੁਸੀਂ ਕਹੋਗੇ ਜੀ 1780 ਦੇ ਵਿੱਚ। ਡੈਥ ਕਦੋਂ ਹੁੰਦੀ ਹੈ ਜੀ, 1839 ਦੇ ਵਿੱਚ। 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਮਹਾਰਾਜਾ ਦਾ ਜਿਹੜਾ ਟਾਈਟਲ ਆ ਉਹ ਦੇ ਦਿੰਦਾ ਜੀ, ਮਤਲਬ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕਰ ਦਿੰਦਾ 1801 ਦੇ ਵਿੱਚ। ਠੀਕ ਹੈ ਜੀ ਗੱਲ। ਸ਼ੁਕਰ ਚੱਕੀਆ ਮਿਸਲ ਤੋਂ ਇਹ ਬਿਲੋਂਗ ਕਰਦੇ ਸੀਗੇ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਕੀ ਸੀਗਾ ਜੀ, ਮਹਾਂ ਸਿੰਘ ਸੀਗਾ। ਮਾਤਾ ਦਾ ਨਾਮ ਕੀ ਸੀਗਾ, ਰਾਜ ਕੌਰ ਸੀਗਾ। ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਮਤਲਬ ਕੀ ਕੀਤਾ, ਮੋਟੀਵੇਟ ਕੀਤਾ, ਜਾਂ ਆਪਾਂ ਕਹਿ ਦਈਏ ਵੀ ਮਤਲਬ ਅੱਗੇ ਲੈ ਕੇ ਆਏ, ਉਹ ਕੌਣ ਲੈ ਕੇ ਆਏ, ਉਹਨਾਂ ਦੀ ਸੱਸ ਸਦਾ ਕੌਰ ਲੈ ਕੇ ਆਏ। ਠੀਕ ਹੈ, ਇਹ ਵੀ ਗੱਲ ਨਹੀਂ ਤੁਸੀਂ ਭੁੱਲਣੀ ਹੈਗੀ। ਮਹਾਰਾਜਾ ਰਣਜੀਤ ਸਿੰਘ ਦੇ ਫਾਈਨਾਂਸ ਮਿਨਿਸਟਰ ਪੇਪਰ 'ਚ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਦੀਨਾਨਾਥ ਸੀਗੇ। ਠੀਕ ਹੈ, ਫੋਰਨ ਮਿਨਿਸਟਰ ਪੁੱਛ ਲੈਣ ਤਾਂ ਤੁਸੀਂ ਕਹੋਗੇ ਜੀ ਫਕੀਰ ਅਜ਼ੀਉਦੀਨ ਸੀਗੇ। ਠੀਕ ਹੈ ਜੀ ਗੱਲ। ਅਤੇ ਮਹਾਰਾਜਾ ਦੇ CM ਕੌਣ ਸੀਗੇ, ਤੁਸੀਂ ਕਹੋਗੇ ਜੀ ਧਿਆਨ ਸਿੰਘ ਡੋਗਰਾ ਸੀਗੇ। ਠੀਕ ਹੈ, ਅਤੇ ਹੋਰ ਪੇਪਰ ਦੇ ਵਿੱਚ ਪੁੱਛ ਲੈਣ ਤਾਂ ਇਹ ਗੱਲਾਂ ਤੁਸੀਂ ਯਾਦ ਰੱਖ ਲਓਗੇ। ਠੀਕ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ ਇਮੀਡੀਏਟ ਸਕਸੈਸਰ ਕੌਣ ਬਣਿਆ ਜੀ, ਖੜਕ ਸਿੰਘ ਬਣਿਆ। ਖੜਕ ਸਿੰਘ ਤੋਂ ਬਾਅਦ ਕੌਣ ਬਣਿਆ ਜੀ, ਨੌ ਨਿਹਾਲ ਸਿੰਘ ਬਣਿਆ ਜੀ। ਫਿਰ ਖੜਕ ਸਿੰਘ, ਨੌ ਨਿਹਾਲ ਸਿੰਘ, ਫਿਰ ਚੰਦ ਕੌਰ ਜੀ, ਫਿਰ ਸ਼ੇਰ ਸਿੰਘ, ਅਤੇ ਫਿਰ ਲਾਸਟ ਰੂਲਰ ਜਿਹੜਾ ਸੀਗਾ ਉਹ ਦਲੀਪ ਸਿੰਘ ਸੀਗਾ। ਠੀਕ ਹੈ ਜੀ ਗੱਲ। ਦਲੀਪ ਸਿੰਘ ਦੇ ਮਤਲਬ ਜਿਹੜੀਆਂ ਦੋਨੇ ਐਂਗਲੋ ਸਿੱਖ ਯੁੱਧ ਹੋਏ ਨੇ ਉਸ ਸਮੇਂ ਆਪਣਾ ਪੰਜਾਬ ਦਾ ਜਿਹੜਾ ਰਾਜਾ ਸੀਗਾ ਕੌਣ ਸੀਗਾ, ਮਹਾਰਾਜਾ ਦਲੀਪ ਸਿੰਘ ਸੀਗਾ। ਪੇਪਰ 'ਚ ਇੱਕ ਸੁਪਰ ਇੰਪੋਰਟੈਂਟ ਕੁਐਸਚਨ ਪੇਪਰ 'ਚ ਪੁੱਛ ਲੈਂਦੇ, ਹੇਠ ਲਿਖਿਆਂ ਵਿੱਚ ਦੱਸੋ। ਆਹ 5 ਆਪਸ਼ਨਾਂ ਪਾਈਆਂ ਪਈਆਂ ਹੋਣਗੀਆਂ ਕਿ ਇਹਨਾਂ ਵਿੱਚ ਦੱਸੋ ਕੌਣ ਸੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਨਹੀਂ ਸੀ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਜਾਊਗਾ ਜੀ ਨੌ ਨਿਹਾਲ ਸਿੰਘ ਆ ਜਾਊਗਾ। ਕਿਉਂਕਿ ਨੌ ਨਿਹਾਲ ਸਿੰਘ ਸੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਸੀਗਾ ਅਤੇ ਖੜਕ ਸਿੰਘ ਦਾ ਮੁੰਡਾ ਸੀਗਾ। ਠੀਕ ਹੈ, ਧਿਆਨ ਰੱਖਿਓ ਇਹ ਵੀ ਗੱਲ ਇੰਪੋਰਟੈਂਟ ਹੈ। ਹੋਰ ਆਪਾਂ ਵੈਂਚੂਰਾ ਐਂਡ ਅਲਾਰਡ, ਦੋ ਫਰੈਂਚ ਸੀਗੇ ਜਿਹੜੇ ਉਹ ਕੀ ਸੀਗੇ, ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵਿੱਚ ਕੰਮ ਕਰਦੇ ਸੀ। ਇਹ ਵੀ ਗੱਲ ਨਹੀਂ ਤੁਸੀਂ ਭੁੱਲਣੀ ਹੈਗੀ। ਠੀਕ ਹੈ ਜੀ, ਤਾਂ ਯਾਦ ਰੱਖਿਓ ਬਸ ਆਹ ਸਾਰੀਆਂ ਗੱਲਾਂ ਇੰਪੋਰਟੈਂਟ ਨੇ।
ਵਿੱਚ ਗੁਰੂ ਜੀ ਇਜ਼ ਨੋਨ ਐਜ਼ ਬਾਲ ਗੁਰੂ। ਬਾਲਾ ਗੁਰੂ ਕਿਹੜੇ ਗੁਰੂ ਸਾਹਿਬਾਨ ਨੂੰ ਕਿਹਾ ਜਾਂਦਾ ਜੀ? ਤਾਂ ਗੁਰੂ ਹਰਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ ਜੀ। ਧਿਆਨ ਰੱਖਿਓ, ਸ਼ਾਰਟੈਸਟ ਗੁਰਗੱਦੀ ਪੀਰੀਅਡ ਪੇਪਰ ਦੇ ਵਿੱਚ ਪੁੱਛ ਲੈਣ ਕਿਹੜੇ ਗੁਰੂ ਸਾਹਿਬਾਨ ਦਾ, ਤਾਂ ਤੁਸੀਂ ਕਹੋਗੇ ਜੀ ਗੁਰੂ ਹਰਕ੍ਰਿਸ਼ਨ ਜੀ ਦਾ, ਜੋ ਕਿ ਸਿੱਖਾਂ ਦੇ 8ਵੇਂ ਗੁਰੂ ਸਾਹਿਬਾਨ ਸੀਗੇ। ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਾਹਿਬਾਨ ਸੀਗੇ। ਠੀਕ ਹੈ ਜੀ। ਗੁਰੂ ਹਰਰਾਏ ਜੀ ਸਿੱਖਾਂ ਦੇ 7ਵੇਂ ਗੁਰੂ ਸਾਹਿਬਾਨ ਸੀਗੇ। ਗੁਰੂ ਅਰਜਨ ਦੇਵ ਜੀ ਸਿੱਖਾਂ ਦੇ 5ਵੇਂ ਗੁਰੂ ਸਾਹਿਬਾਨ ਸੀਗੇ। ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਅਤੇ ਕਰਤਾਰਪੁਰ ਸ਼ਹਿਰ ਹੈ ਜਿਹੜੇ ਉਹ ਵਸਾਏ ਹੈ। ਠੀਕ ਹੈ ਜੀ ਗੱਲ। ਸੁਖਮਨੀ ਸਾਹਿਬ ਦੀ ਰਚਨਾ ਜਿਹੜੀ ਕੀਤੀ ਹੈ ਉਹ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਠੀਕ ਹੈ ਜੀ ਗੱਲ। ਅਤੇ ਹੋਰ ਆਪਾਂ ਪੇਪਰ 'ਚ ਪੁੱਛ ਲੈਂਦੇ ਆ ਕਿਹੜੇ ਗੁਰੂ ਸਾਹਿਬਾਨ ਨੇ ਜਿਨ੍ਹਾਂ ਦਾ ਮਤਲਬ ਜਨਮ ਵੀ ਉਸੇ ਜਗ੍ਹਾ ਹੋਇਆ ਅਤੇ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਪਲੇਸ ਵੀ ਇੱਕੋ ਹੀ ਹੈ। ਠੀਕ ਹੈ। ਤਾਂ ਤੁਸੀਂ ਕਹੋਗੇ ਜੀ ਗੁਰੂ ਹਰਰਾਏ ਜੀ ਦਾ ਕੀ ਹੈ ਜੀ ਮਤਲਬ ਕੀਰਤਪੁਰ ਸਾਹਿਬ, ਉਹਨਾਂ ਦਾ ਜਨਮ ਵੀ ਕੀਰਤਪੁਰ ਸਾਹਿਬ ਹੋਇਆ ਅਤੇ ਉਹ ਜੋਤੀ ਜੋਤ ਵੀ ਕੀਰਤਪੁਰ ਸਾਹਿਬ ਵਿਖੇ ਕੀ ਕੀਤੇ ਜੀ? ਸਮਾਏ। ਠੀਕ ਹੈ। ਕੌਣ? ਗੁਰੂ ਹਰਰਾਏ ਜੀ। ਗੁਰੂ ਅੰਗਦ ਦੇਵ ਜੀ ਦਾ ਜਿਹੜਾ ਓਰੀਜਨਲ ਨੇਮ ਸੀਗਾ ਉਹ ਕੀ ਸੀਗਾ ਜੀ? ਭਾਈ ਲਹਿਣਾ ਜੀ। ਠੀਕ ਹੈ। ਅਤੇ ਭਾਈ ਜੇਠਾ ਜੀ ਕਿਹਦਾ ਨਾਮ ਸੀਗਾ ਜੀ? ਭਾਈ ਜੇਠਾ ਜੀ। ਤਾਂ ਤੁਸੀਂ ਕਹੋਗੇ ਜੀ ਗੁਰੂ ਰਾਮਦਾਸ ਜੀ ਦਾ ਸੀਗਾ, ਸਿੱਖਾਂ ਦੇ 4ਥੇ ਗੁਰੂ ਸਾਹਿਬਾਨ ਸੀਗੇ ਅਤੇ ਇਹਨਾਂ ਨੇ ਰਾਮਦਾਸਪੁਰ, ਜਿਹਨੂੰ ਕਿ ਹੁਣ ਅੰਮ੍ਰਿਤਸਰ ਕਹਿੰਦੇ ਆ ਅਤੇ ਸਫਤੀ ਦਾ ਘਰ ਕਿਹਾ ਜਾਂਦਾ, ਤਾਂ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਸਾਰੀਆਂ ਗੱਲਾਂ ਯਾਦ ਰੱਖੋਗੇ। ਚੱਲਦੇ ਹਾਂ ਨੈਕਸਟ ਕੁਐਸਚਨ ਵੱਲ। ਤਾਂ ਇੱਥੇ ਆਪਾਂ ਆਪਣੀ ਵੀਡੀਓ ਦਾ ਅੰਤ ਕਰਦੇ ਹਾਂ। ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ। ਇਦੋਂ ਬਾਅਦ ਮੈਂ ਹੋਰ ਵੀ ਵਧੀਆ ਤੋਂ ਵਧੀਆ ਕੁਐਸਚਨਸ ਨੇ ਜਿਹੜੇ ਸਾਰੇ ਮਤਲਬ ਆਪਣੇ ਜੀਕੇ ਦੇ ਜਿੰਨੇ ਕੁ ਵੀ ਪੋਰਸ਼ਨ ਨੇ, ਜਿਵੇਂ ਜੀਓਗ੍ਰਾਫੀ, ਹਿਸਟਰੀ, ਮਾਡਰਨ ਹਿਸਟਰੀ, ਪੋਲਿਟੀ, ਪੰਜਾਬ ਜੀਕੇ ਦੇ ਕੁਐਸਚਨ ਨੇ ਜਿਹੜੇ ਉਹ ਮਿਕਸ ਕਰਕੇ ਲੈ ਕੇ ਆਇਆ ਕਰੂੰਗਾ। ਸੋ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਰਾਏ ਦਿਆ ਕਰੋ। ਜ਼ਰੂਰ ਤੁਹਾਡੀ ਜਿਹੜੀ ਰਾਏ ਹੈ ਉਹਦੇ ਉੱਤੇ ਗੌਰ ਕੀਤਾ ਜਾਊਗਾ। ਸਾਰੇ ਜਾਣੇ ਮਿਹਨਤ ਕਰਦੇ ਰਹੋ।